ਹਰਵਿੰਦਰ ਪੰਡਾਲ ਦਾ ਨੋਵਲ ਮੈਲੀ ਮਿੱਟੀ ਦਾ तीसरा भाग पहला अंग। तेरे आने की जब खबर महके, तेरी खुशबू से सारा घर महके। रसोई च काम शुरू करन तो पहला कविता ने सुभावक ही हथ यंत्र उत्ते जगजीत सिंह दी गजल ला लई सी। घर वड़दियां ही उहनूं घर दी हर चीज सुत्ती पई जापी सी, जिवें खुशवंत नाल घर दी हर चीज नूं भी ताप चढ़ गया होवे। उहने देखिया खुशवंत फिर अपने बिस्तरे च मूंह सिर लपेटी पिया सी। थर्मामीटर नाल उहदा ताप देख हल्के आसमानी रंग दा कुर्ता पजामा पवा ਉਹਨੂੰ ਘਰੋਂ ਬਾਹਰ ਘੁੰਮਣ ਲਈ ਤੋਰ ਕੇ ਰਸੋਈ ਚ ਆ ਵੜੀ। ਅੱਜ ਉਹ ਘਰ ਨੂੰ ਬਿਮਾਰ ਜਿਹਾ ਨਹੀਂ ਸੀ ਦੇਖ ਸਕਦੀ। ਸਰਗੀ ਦੇ ਘਰ ਆਉਣ ਦਾ ਮਤਲਬ ਸੀ ਕਿ ਘਰ ਚ ਉਹਦੀਆਂ ਗੱਲਾਂ ਮਹਿਕਣੀਆਂ ਸਨ। ਸਰਗੀ ਦੇ ਘਰ ਆਉਣ ਦਾ ਮਤਲਬ ਸੀ ਕਿ ਅੱਜ ਰਸੋਈ ਚ ਉਹਦੀ ਪਸੰਦ ਦਾ ਚਿਕਨ ਬਣਾਇਆ ਜਾਣਾ ਸੀ। ਅਗਲੇ ਦਿਨ ਰਾਜਮਾਂਹ ਬਣਨੇ ਸਨ। ਇਸੇ ਲਈ ਉਹਨੇ ਮੂਡ ਠੀਕ ਕਰਨ ਲਈ ਖੁਸ਼ਵੰਤ ਨੂੰ ਘਰੋਂ ਬਾਹਰ ਤੋਰਿਆ ਸੀ। ਇਸੇ ਲਈ ਉਹ ਸਕੂਲੋਂ ਘਰ ਵਾਲੀ ਸੜਕ ਉੱਤੇ ਖੁੱਲੇ ਸਟੋਰ ਤੋਂ ਆਪ ਹੀ ਚਿਕਨ ਸਮੇਤ ਲੋੜ ਦੀਆਂ ਚੀਜ਼ਾਂ ਖਰੀਦ ਲਿਆਈ ਸੀ। ਜਗਜੀਤ ਸਿੰਘ ਉਹਨੂੰ ਕਾਲਜ ਦੇ ਦਿਨਾਂ ਤੋਂ ਹੀ ਪਸੰਦ ਹੈ। ਮਿੱਠੀ ਧੀਮੀ ਆਵਾਜ਼ 'ਚ ਗਹਿਰੀਆਂ ਭਾਵਨਾਵਾਂ ਨੂੰ ਇੰਝ ਡੁਬੋ ਕੇ ਗਾਉਂਦਾ ਹੈ ਕਿ ਸੁਣਨ ਵਾਲਾ ਮੰਤਰ ਮੁਗਧ ਹੋ ਜਾਂਦਾ ਹੈ। ਤੂੰ ਸੁਣਦੀ ਨਹੀਂ ਨਾ, ਇਹਨੂੰ ਧਿਆਨ ਨਾਲ, ਉਹਨੇ ਇੱਕ ਵਾਰ ਸਰਗੀ ਨੂੰ ਕਿਹਾ ਸੀ ਤੇ ਜਦੋਂ ਸਰਗੀ ਨੇ ਉਹਦੀ ਗਜ਼ਲ ਬਦਲ ਕੇ ਕੋਈ ਹੋਰ ਗੀਤ ਲਾ ਲਿਆ ਸੀ। ਸਾਡੇ ਲਈ ਤਾਂ ਏਦਾਂ ਹੈ ਜਿਵੇਂ ਕੋਈ ਨਜ਼ਦੀਕੀ ਮਿੱਤਰ ਹੋਵੇ, ਸਾਡੀ ਜਵਾਨੀ 'ਚ ਸਾਡੇ ਮੁਸ਼ਕਲ ਸਮਿਆਂ ਦਾ ਸਾਥੀ। ਉਦੋਂ ਇਹਦੀਆਂ ਗਜ਼ਲਾਂ ਹੀ ਸਾਡਾ ਸਹਾਰਾ ਹੁੰਦੀਆਂ ਸੀ। ਜਿੱਦਣ ਇਹ ਮਰਿਆ ਏਦਾਂ ਲੱਗਾ ਜਿਵੇਂ ਸਾਡਾ ਕੋਈ ਬਹੁਤ ਨੇੜੇ ਦਾ ਦੋਸਤ ਮਰ ਗਿਆ। ਜਿਸ ਦਿਨ ਸਰਗੀ ਨੇ ਆਉਣਾ ਹੁੰਦਾ ਉਸ ਦਿਨ ਉਹਦੇ ਬੁੱਲ੍ਹਾਂ ਉੱਤੇ ਆਪਣੇ ਆਪ ਹੀ ਸ਼ੇਰ ਆ ਜਾਂਦਾ। ਉਹ ਸਾਰਾ ਦਿਨ ਇਹ ਗਜ਼ਲ ਗੁਣਗੁਣਾਉਂਦੀ ਰਹਿੰਦੀ ਜਿਵੇਂ ਅੱਜ ਵੀ ਕਰ ਰਹੀ ਸੀ। ਅੱਜ ਤਾਂ ਵੈਸੇ ਵੀ ਸਰਗੀ ਖੁਸ਼ ਹੋਏਗੀ। ਇਸ ਹਫ਼ਤੇ ਉਹਨਾਂ ਆਪਣੀ ਪਹਿਲੀ ਲੜਾਈ ਜਿੱਤੀ ਸੀ। ਉਹ ਲੜਾਈ ਜਿਹੜੀ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਤੋਂ ਲੰਘਦੀ ਉਹਨਾਂ ਦੇ ਮੋਢਿਆਂ ਤੇ ਆ ਪਈ ਸੀ। ਉਸ ਪੀੜ੍ਹੀ 'ਚ ਕਵਿਤਾ ਦੀ ਪੀੜ੍ਹੀ ਵੀ ਸ਼ਾਮਲ ਸੀ। ਹਾਲਾਂਕਿ ਸਰਗੀ ਲਈ ਇੰਨੀ ਕੁ ਜਿੱਤ ਕਾਫੀ ਨਹੀਂ ਸੀ। ਇਸੇ ਲਈ ਉਹ ਆਖਦੀ ਸੀ ਕੀ ਆ ਮੰਮਾ, ਕੈਦ ਤਾਂ ਉਦੋਂ ਹੀ ਰਹੀ, ਬਸ ਪੈਰੋਲ ਦੇ ਟਾਈਮ 'ਚ ਵਾਧਾ ਹੋ ਗਿਆ। ਸਰਗੀ ਦੇ ਵਿਸ਼ਵ ਵਿਦਿਆਲੇ ਪੜ੍ਹਨ ਜਾਣ ਪਿੱਛੋਂ ਇਕੱਲੀ ਮਹਿਸੂਸ ਕਰਨ ਲੱਗ ਪਈ ਹੈ। ਜਿੰਨਾ ਸਮਾਂ ਸਕੂਲ 'ਚ ਲੰਘਦਾ ਵਧੀਆ ਲੰਘਦਾ। ਬੱਚਿਆਂ ਨੂੰ ਪੜ੍ਹਾਉਂਦਿਆਂ ਉਹਨਾਂ ਦੀਆਂ ਸ਼ਰਾਰਤਾਂ ਤੇ ਗੱਲਾਂ 'ਚ ਦਿਲ ਰਚਿਆ ਰਹਿੰਦਾ। ਬੱਚਿਆਂ ਦੀ ਹਰ ਨਵੀਂ ਸਮੱਸਿਆ ਨੂੰ ਸੁਲਝਾਉਂਦਿਆਂ ਜਿਵੇਂ ਮਨ ਵੀ ਤਰੋ ਤਾਜ਼ਾ ਰਹਿੰਦਾ। ਘਰ ਆ ਕੇ ਤਾਂ ਉਹੀ ਕੰਮ ਹੁੰਦਾ ਜੋ ਹਰ ਰੋਜ਼ ਹੀ ਹੁੰਦਾ। ਰੋਟੀਆਂ ਪਕਾਓ, ਸਬਜ਼ੀ ਬਣਾਓ, ਸਫਾਈਆਂ ਕਰੋ। ਇਹ ਕਰਦਿਆਂ ਆਪਣੀ ਜਾਨ ਤੇ ਰੂਹ ਵੀ ਘਸਾਈ ਜਾਓ। ਇਸੇ ਲਈ ਉਹਨੂੰ ਸਰਗੀ ਦੀਆਂ ਕੈਦ ਬਾਰੇ ਕੀਤੀਆਂ ਗੱਲਾਂ ਵੱਧ ਸਮਝ ਆਉਂਦੀਆਂ। ਖੁਸ਼ਵੰਤ ਲਈ ਇਹ ਗੱਲਾਂ ਬਸ ਗੱਲਾਂ ਹੀ ਨੇ, ਕਰਨ ਦੀਆਂ ਕੀਤੀਆਂ ਜਾਣ ਵਾਲੀਆਂ। ਹਰ ਰੋਜ਼ ਬਿਨਾਂ ਨਾਗਾ ਇੱਕ ਹੀ ਤਰ੍ਹਾਂ ਦਾ ਰਸੋਈ ਤੇ ਸਫਾਈ ਦਾ ਕੰਮ ਕਰਨ ਵਾਲਿਆਂ ਨੂੰ ਹੀ ਪਤਾ ਹੋ ਸਕਦਾ ਹੈ ਕਿ ਵਗਾਰ ਕਿੰਨੀ ਭੈੜੀ ਕੈਦ ਹੈ। ਉਂਝ ਕਵਿਤਾ ਨੇ ਇਹ ਕੰਮ ਕਰਦਿਆਂ ਵੀ ਆਪਣੀ ਰੂਹ ਬਚਾਈ ਰੱਖਣ ਦੀਆਂ ਕਈ ਜੁਗਤਾਂ ਲਾਈਆਂ। ਜਿਵੇਂ ਸਵੇਰੇ ਉੱਠਦਿਆਂ ਪੰਛੀਆਂ ਦੀਆਂ ਆਵਾਜ਼ਾਂ ਸੁਣਨ ਲਈ ਬਾਹਰ ਆ ਕੇ ਬਹਿ ਜਾਂਦੀ ਹੈ। ਉਹਦੇ ਲਾਏ ਫਾਈਕਸ ਉੱਤੇ ਰਹਿਣ ਵਾਲੇ ਹਰ ਪੰਛੀ ਦੀ ਉਹਨੂੰ ਪਛਾਣ ਹੈ। ਬੇਖੌਫ ਕਾਂ ਖਰਵੀ ਆਵਾਜ਼ 'ਚ ਕਾਂ ਕਾਂ ਕਰਕੇ ਉਹਨੂੰ ਰੋਟੀ ਦੀਆਂ ਬੁਰਕੀਆਂ ਪਾਉਣ ਲਈ ਆਖਦੇ ਹੈ। ਇੱਕ ਕਾਲੀ ਚਿੜੀ ਰੁੱਖ ਉੱਤੇ ਬੈਠ ਕੇ ਚਿਊਂ ਚਿਊਂ ਕਰਦੀ ਹੈ। ਇੱਕ ਦੂਜੀ ਬਾਹਰੋਂ ਆਉਂਦੀ ਹਰੀ ਜਿਹੀ ਟਿਊਂਕ ਟਿਊਂਕ ਦੀ ਆਵਾਜ਼ ਕੱਢਦੀ ਹੈ। ਪੰਛੀਆਂ ਦੇ ਪੀਣ ਲਈ ਬਾਹਰਲੀ ਕੰਧ ਉੱਤੇ ਪਾਣੀ ਵਾਲਾ ਮਿੱਟੀ ਦਾ ਭਾਂਡਾ ਰੱਖਦੇ ਆ। ਉਹ ਸੋਹਣੀ ਚਿੜੀ ਨੂੰ ਦੇਖ ਕੇ ਸੋਚਦੀ ਹੈ ਇਹਦੇ ਆਂਡੇ ਕਿੰਨੇ ਸੋਹਣੇ ਹੁੰਦੇ ਹੋਣਗੇ, ਇਹ ਆਂਡੇ ਦਿੰਦੀ ਕਿੱਥੇ ਹੋਏਗੀ। ਉਹਨਾਂ ਪੰਛੀਆਂ ਨਾਲ ਗੱਲਾਂ ਕਰਕੇ ਉਹ ਗਲੀ 'ਚ ਨਿਕਲਦੀ ਹੈ ਜਿੱਥੇ 3-4 ਕੁੱਤੇ ਉਹਦੀ ਉਡੀਕ 'ਚ ਬੈਠੇ ਹੁੰਦੇ ਹੈ। ਇਹ ਕੁੱਤੇ ਵੀ ਉਹਨੂੰ ਗੋਦ ਲਏ ਹੋਏ ਲੱਗਦੇ ਆ। ਜਿਵੇਂ ਖੁਸ਼ਵੰਤ ਉਹਨੂੰ ਵਿਅੰਗ ਨਾਲ ਆਖਦਾ। ਕਵਿਤਾ ਨੂੰ ਦੇਖਦੇ ਹੀ ਉਹ ਵੀ ਅਜੀਬ ਜਿਹੀ ਆਵਾਜ਼ 'ਚ ਚੌਂ ਚੌਂ ਕਰਨਾ ਸ਼ੁਰੂ ਕਰ ਦਿੰਦੇ ਆ। ਬਾਕਾਇਦਾ ਗੁੱਡ ਮਾਰਨਿੰਗ ਆਖਦੇ ਆ ਉਹਨਾਂ ਨੂੰ, ਦੁੱਧ 'ਚ ਭਿੱਜੀਆਂ ਰੋਟੀਆਂ ਪਾਉਂਦੀ, ਉਹਨਾਂ ਦੀ ਖੈਰੀਅਤ ਪੁੱਛ ਲੈਂਦੀ। ਹਰੇਕ ਕੁੱਤੇ ਦਾ ਉਹਨੇ ਨਾਂ ਰੱਖਿਆ ਹੋਇਆ, ਕੋਈ ਸ਼ੇਰੂ ਹੈ, ਕੋਈ ਕਾਲੂ ਹੈ, ਕੋਈ ਛਿੰਦੀ। ਇਸ ਪਿੱਛੋਂ ਆਪਣਾ ਧਿਆਨ ਅੱਜ ਨਵੇਂ ਖਿੜੇ ਫੁੱਲਾਂ ਵੱਲ ਕਰਦੀ ਹੈ। ਆਪਣੇ ਘਰ ਦੇ ਗਮਲਿਆਂ 'ਚ ਲੱਗੇ ਫੁੱਲਾਂ ਦੇ ਰੰਗ ਵੇਖਦੀ ਉਹ 2-3 ਹੋਰ ਘਰਾਂ ਦੇ ਬਾਹਰ ਕਿਆਰੀਆਂ 'ਚ ਖਿੜੇ ਫੁੱਲਾਂ ਨੂੰ ਵੀ ਸੁੰਘ ਆਉਂਦੀ ਹੈ। ਰਸੋਈ 'ਚ ਕੰਮ ਕਰਦਿਆਂ ਵੀ ਉਹਨੂੰ ਥੋੜੀ ਦੇਰ ਬਾਅਦ ਬਾਹਰ ਵੱਲ ਖੁੱਲਦੀ ਖਿੜਕੀ 'ਚੋਂ ਝਾਤੀ ਮਾਰਨੀ ਚੰਗੀ ਲੱਗਦੀ ਹੈ। ਜਦੋਂ ਉਹਨਾਂ ਇਸ ਘਰ 'ਚ ਰਹਿਣਾ ਸ਼ੁਰੂ ਕੀਤਾ ਤਾਂ ਇਸ ਖਿੜਕੀ 'ਚੋਂ ਬਾਹਰ ਵੇਖਦਿਆਂ ਫਿੱਕੇ ਅਸਮਾਨੀ ਰੰਗ ਦਾ ਖਾਲੀ ਅਸਮਾਨ ਹੀ ਦਿਸਦਾ ਸੀ, ਜਿਸ 'ਚ ਕਦੇ-ਕਦੇ ਚਿੱਟੇ ਤਿੱਤਰ ਖੰਭੀ ਬੱਦਲ ਹੁੰਦੇ ਸੀ। ਉਹਦੀਆਂ ਨਜ਼ਰਾਂ ਪਿਆਸੀਆਂ ਤੇ ਖਾਲੀ ਜਿਹੀਆਂ ਰਹਿ ਜਾਂਦੀਆਂ ਸੀ। ਫਿਰ ਇੱਕ ਦਿਨ ਉਹ ਖੁਸ਼ਵੰਤ ਨੂੰ ਨਾਲ ਲੈ ਕੇ ਸ਼ਹਿਰ ਦੀ ਮਸ਼ਹੂਰ ਨਰਸਰੀ ਜਾ ਵੜੀ। ਗੂੜੇ ਸ਼ਾਮ ਰੰਗ ਦੀ ਮਾਲਣ ਕੋਲੋਂ ਉਹ ਸਬਜ਼ ਰੰਗਾ 7 ਪੱਤੀਆਂ ਲੈ ਆਈ ਕਿਉਂਕਿ ਇਹ ਪੌਦਾ ਬਹੁਤ ਛੇਤੀ ਵੱਧਦਾ ਹੈ। ਉਹ ਖਿੜਕੀ ਦੇ ਬਾਹਰ ਵਾਲੇ ਖਾਲੀਪਣ ਨੂੰ ਛੇਤੀ ਤੋਂ ਛੇਤੀ ਭਰਨਾ ਚਾਹੁੰਦੀ ਸੀ। ਉਹਨੇ ਸੋਚ ਸਮਝ ਕੇ ਪੌਦੇ ਲਈ ਉਹ ਥਾਂ ਚੁਣੀ ਜਿੱਥੇ
ਜਿੱਥੋਂ ਇਹ ਰਸੋਈ ਦੀ ਖਿੜਕੀ ਚੋਂ ਦਿਸਦੇ ਰਹਿਣਾ ਸੀ। ਇਸ ਪੌਦੇ ਨੇ ਰੁੱਖ ਬਣ ਕੇ ਘੱਟੋ ਘੱਟ 10 ਵਾਰੀ ਉਹਨਾਂ ਨੂੰ ਛਾਂ ਵੀ ਦਿੱਤੀ ਤੇ ਹਰਿਆਵਲ ਵੀ। ਫਿਰ ਪਤਾ ਨਹੀਂ ਕਿਵੇਂ ਪੌਦਾ ਬਿਮਾਰ ਹੋ ਗਿਆ। ਇਹਦੇ ਪੱਤਿਆਂ ਉੱਤੇ ਛਾਲੇ ਜਿਹੇ ਨਿਕਲ ਆਏ ਤੇ ਇਹਦੀਆਂ ਜੜ੍ਹਾਂ ਨੂੰ ਵੀ ਸਿਉਂਕ ਨੇ ਖਾ ਲਿਆ ਤੇ ਇੱਕ ਹਨੇਰੀ 'ਚੋਂ ਆਪਣੇ ਆਪ ਡਿੱਗ ਪਿਆ। ਉਹ ਖੁਸ਼ਵੰਤ ਨੂੰ ਲੈ ਕੇ ਫਿਰ ਉਸੇ ਨਰਸਰੀ ਪਹੁੰਚ ਗਈ। ਆਪਣੇ ਸ਼ਹਿਰ 'ਚ 7 ਪੱਤੀਏ ਨੂੰ ਕੋੜ ਹੋ ਗਿਆ। ਉਹੀ ਗੂੜੇ ਸ਼ਾਮ ਰੰਗ ਦੀ ਮਾਲਣ ਬੋਲੀ, ਜਿਹਦਾ ਰੰਗ 10 ਵਰਿਆਂ 'ਚ ਹੋਰ ਗੂੜਾ ਹੋ ਗਿਆ ਸੀ। ਮਾਲਣ ਨੇ ਉਹਨਾਂ ਨੂੰ ਇੱਕ ਹੋਰ ਪੌਦਾ ਫੜਾ ਦਿੱਤਾ। ਇਸ ਵਾਰ ਤੁਸੀਂ ਕਦੰਬ ਲਾ ਕੇ ਦੇਖੋ। ਵਰਿੰਦਾਵਨ ਤੇ ਭਗਵਾਨ ਕ੍ਰਿਸ਼ਨ ਤੇ ਰਾਧਾ ਦਾ ਰੁੱਖ ਆਏ, ਨਾਲੇ ਦੇਵੀ ਪਾਰਵਤੀ ਦਾ ਗੂੜੀ ਛਾਂ ਦਿਓ। ਉਹ ਹੋਰ ਗੂੜੇ ਸ਼ਾਮ ਰੰਗ ਦੀ ਮਾਲਣ ਦੀਆਂ ਗੱਲਾਂ ਨਰਸਰੀ ਵਿੱਚ ਹੀ ਛੱਡ ਆਏ ਤੇ ਕਦੰਬ ਉਸੇ ਥਾਂ ਲਾ ਦਿੱਤਾ ਜਿੱਥੇ ਪਹਿਲਾਂ 7 ਪੱਤੀਆਂ ਸੀ। ਪਰ ਕਦੰਬ ਚੱਲਿਆ ਨਾ ਤੇ ਕੁਝ ਦਿਨਾਂ ਬਾਅਦ ਹੀ ਸੁੱਕ ਗਿਆ। ਕਦੰਬ ਨੂੰ ਤਾਂ ਕੋੜ ਨਹੀਂ ਸੀ ਹੋਇਆ, ਫਿਰ ਇਹ ਕਿਵੇਂ ਸੁੱਕ ਗਿਆ? ਕਵਿਤਾ ਕਿੰਨੇ ਦਿਨ ਸੋਚਦੀ ਰਹੀ। ਤੀਸਰੀ ਵਾਰ ਕਵਿਤਾ ਨੇ ਆਪ ਇੱਧਰ ਉੱਧਰ ਪੜਿਆ, ਦੇਖਿਆ, ਨਰਸਰੀ ਵਿੱਚੋਂ ਫਾਈਕਸ ਲਿਆ ਕੇ ਬੀਜ ਦਿੱਤਾ। ਉਹਨਾਂ ਦੇ ਸ਼ਹਿਰ 'ਚ ਕਮੇਟੀ ਵੀ ਹੁਣ ਹਰ ਪਾਸੇ ਫਾਈਕਸ ਹੀ ਬੀਜ ਰਹੀ ਸੀ। ਉਹਨਾਂ ਦੇ ਸਕੂਲ ਨੂੰ ਜਾਣ ਵਾਲੀ ਸੜਕ ਉੱਤੇ ਵੀ ਕਿੰਨੇ ਫਾਈਕਸ ਲੱਗੇ ਸੀ। ਖੁਸ਼ਵੰਤ ਨੂੰ ਇਹਦੀ ਇਹ ਖੂਬੀ ਜਾਪੀ ਸੀ ਕਿ ਇਹਦਾ ਕੱਦ ਆਪਣੀ ਮਰਜ਼ੀ ਨਾਲ ਤੈਅ ਕੀਤਾ ਜਾ ਸਕਦਾ ਹੈ। ਬੇਸ਼ੱਕ ਇਹਨੂੰ ਛੋਟਾ ਰੱਖ ਲਓ, ਪੂਰਾ ਰੁੱਖ ਬਣਾ ਲਓ। ਉਂਝ ਕਵਿਤਾ ਨੂੰ ਤਾਂ ਪੂਰਾ ਰੁੱਖ ਹੀ ਚਾਹੀਦਾ ਸੀ। ਇਸ ਫਾਈਕਸ ਨੇ ਵੀ ਚੰਗਾ ਕੱਦ ਕੱਢਿਆ। ਕਵਿਤਾ ਰਸੋਈ 'ਚੋਂ ਝਾਤੀ ਮਾਰਦੀ ਤਾਂ ਫਾਈਕਸ ਦੇ ਹਰੇ ਪੱਤੇ ਉਹਨੂੰ ਇਸ਼ਾਰੇ ਕਰਦੇ ਜਾਪਦੇ। ਉਹਦੀਆਂ ਨਜ਼ਰਾਂ ਹਰਿਆਵਲ ਨਾਲ ਭਰ ਜਾਂਦੀਆਂ। ਖੁਸ਼ਵੰਤ ਦੇ ਚਿੱਤਰਕਾਰ ਮਿੱਤਰ ਸੁਖਵੰਤ ਨੇ ਇੱਕ ਵਾਰ ਕਵਿਤਾ ਦੇ ਜਨਮ ਦਿਨ ਤੇ ਆਪਣੀ ਬਣਾਈ ਇੱਕ ਪੇਂਟਿੰਗ ਦਿੱਤੀ ਸੀ। ਉਸ ਪੇਂਟਿੰਗ 'ਚ ਕਿੰਨੀਆਂ ਹੀ ਔਰਤਾਂ ਦੀਆਂ ਵੱਖ-ਵੱਖ ਮੁਦਰਾਵਾਂ ਵਿੱਚ ਆਕ੍ਰਿਤੀਆਂ ਸਨ। ਹਰੇਕ ਆਕ੍ਰਿਤੀ 'ਚ ਔਰਤ ਨਾਲ ਪੌਦਾ ਜੁੜਿਆ ਸੀ। ਕਿਸੇ ਵਿੱਚ ਉਹਦੀ ਧੁੰਨੀ 'ਚੋਂ ਬਾਹਰ ਆ ਰਿਹਾ ਸੀ, ਕਿਸੇ 'ਚ ਲੱਤਾਂ ਦੇ ਵਿਚਕਾਰ ਹੋਈ ਇੱਕ ਆਕ੍ਰਿਤੀ 'ਚ ਇਹ ਮੱਥੇ 'ਚੋਂ ਸੂਰਜ ਵਾਂਗ ਬਾਹਰ ਨੂੰ ਫੁੱਟ ਰਿਹਾ ਸੀ। ਇਹ ਕੀ ਆ ਭਾਜੀ? ਪਹਿਲੀ ਨਜ਼ਰੇ ਕਵਿਤਾ ਨੂੰ ਪੇਂਟਿੰਗ ਦੀ ਸਮਝ ਨਹੀਂ ਸੀ ਲੱਗੀ। ਇਹ ਉਹ ਪੇਂਟਿੰਗ ਆ ਭਾਬੀ ਜੀ ਜਿਹੜੀ ਬੰਦਾ ਆਦਿਕਾਲ ਤੋਂ ਬਣਾ ਰਿਹਾ, ਔਰਤ ਦੀ ਪੇਂਟਿੰਗ ਜੋ ਇਸ ਬ੍ਰਹਿਮੰਡ ਦੀ ਜਨਮਦਾਤੀ ਏ, ਅਨਪੂਰਨ ਹੈ। ਮੈਂ ਤਾਂ ਬਸ ਇਸ ਯੁੱਗ ਦੇ ਰੰਗ ਹੀ ਭਰੇ ਨੇ ਇਹਦੇ 'ਚ, ਸੁਖਵੰਤ ਬੋਲਿਆ ਸੀ। ਇਹ ਪੇਂਟਿੰਗ ਹੁਣ ਵੀ ਉਹਨਾਂ ਦੇ ਡਰਾਇੰਗ ਰੂਮ 'ਚ ਲੱਗੀ ਹੋਈ ਹੈ। ਰੋਟੀ ਪਕਾਉਂਦਿਆਂ ਜਾਂ ਸਬਜ਼ੀ ਨੂੰ ਤੜਕਾ ਲਾਉਂਦਿਆਂ ਉਹ ਇਸ ਪੇਂਟਿੰਗ ਵਿਚਲੀ ਕਿਸੇ ਨਾ ਕਿਸੇ ਆਕ੍ਰਿਤੀ ਦਾ ਧਿਆਨ ਧਰਦੀ ਆਪਣੇ ਆਪ ਨੂੰ ਵੀ ਅਨਪੂਰਨਾ ਤਸੱਵਰ ਕਰਨ ਲੱਗਦੀ ਹੈ। ਕਈ ਵਾਰ ਉਹਨੂੰ ਆਪਣੇ ਤਸੱਵਰ ਤੇ ਹਾਸਾ ਵੀ ਆਉਣ ਲੱਗਦਾ ਹੈ, ਪਰ ਇਸ ਤਰ੍ਹਾਂ ਕਰਨ ਨਾਲ ਉਸ ਲਈ ਰਸੋਈ ਦਾ ਕੰਮ ਕਰਨਾ ਸੌਖਾ ਹੋ ਜਾਂਦਾ ਹੈ। ਇਹ ਨਹੀਂ ਕਿ ਖੁਸ਼ਵੰਤ ਨੂੰ ਰਸੋਈ ਵਗੈਰਾ ਘਰ ਦੇ ਕੰਮ ਆਉਂਦੇ ਨਹੀਂ। ਘਰੋਂ ਬਾਹਰ ਹੋਸਟਲਾਂ ਜਾਂ ਦੂਜੇ ਕਮਰਿਆਂ 'ਚ ਰਹਿੰਦੇ ਮੁੰਡੇ ਸਭ ਕੰਮ ਸਿੱਖ ਜਾਂਦੇ ਆ, ਪਰ ਕਵਿਤਾ ਦੇ ਹੁੰਦਿਆਂ ਉਹਨੇ ਕਦੇ ਘਰ ਦਾ ਕੰਮ ਨਹੀਂ ਸੀ ਕੀਤਾ। ਵੈਸੇ ਕਵਿਤਾ ਨੇ ਉਹਨੂੰ ਕਦੇ ਕਰਨ ਵੀ ਨਹੀਂ ਸੀ ਦਿੱਤਾ। ਉਹਨੂੰ ਪਤਾ ਹੈ ਜਿਹੜੀਆਂ ਔਰਤਾਂ ਦੇ ਘਰ ਵਾਲੇ ਘਰ ਦਾ ਕੰਮ ਕਰਦੇ ਨੇ ਉਹਨਾਂ ਦਾ ਕਿਵੇਂ ਮਜ਼ਾਕ ਉੱਡਦਾ ਹੈ, ਬੰਦੇ ਦਾ ਵੀ ਤੇ ਔਰਤ ਦਾ ਵੀ। ਮਜ਼ਾਕ ਉਡਾਉਣ ਵਾਲਿਆਂ 'ਚ ਵੀ ਦੋਵੇਂ ਹੁੰਦੇ ਆ, ਬੰਦੇ ਵੀ ਤੇ ਔਰਤਾਂ ਵੀ। ਇੱਕ ਵਾਰ ਖੁਸ਼ਵੰਤ ਨੇ ਉਹਨੂੰ ਦੱਸੀ ਸੀ ਆਪਣੇ ਪ੍ਰਿੰਸੀਪਲ ਭਾਰਦਵਾਜ ਦੀ ਗੱਲ, ਜਿਹਨੂੰ ਦੇਖਦਿਆਂ ਦਰਿਆਈ ਘੋੜਾ ਯਾਦ ਆ ਜਾਂਦਾ। ਕਿਸੇ ਮੌਕੇ ਆਪਣੇ ਸਟਾਫ ਮੈਂਬਰਾਂ ਨੂੰ ਕਹਿ ਰਿਹਾ ਸੀ, ਆਪਣੀ ਮਿੱਟੀ ਆ ਬਈ ਪੁਰਸ਼ ਪ੍ਰਧਾਨ, ਇਸ ਲਈ ਐਵੇਂ ਕੁੜੀਆਂ ਤੇ ਔਰਤਾਂ ਨਾ ਕਰਿਆ ਕਰੋ। ਸਮਾਜ ਦੀ ਰੀਤ ਨੂੰ ਅੱਗੇ ਤੁਰਨ ਦਿਓ। ਫਿਰ ਬੰਦਿਆਂ ਵੱਲ ਵੇਖ ਕੇ ਥੋੜੀ ਹੌਲੀ ਆਵਾਜ਼ 'ਚ ਬੋਲਿਆ ਸੀ, ਓਏ ਆਪਾਂ ਕਿਉਂ ਕਮਲੇ ਹੋਏ ਆ? ਸਾਡੇ ਪੁਰਖਿਆਂ ਨੇ ਸਾਨੂੰ ਔਰਤਾਂ ਉੱਤੇ ਮਾਲਕੀ ਬਖਸ਼ੀ ਆ। ਪੁਰਖਿਆਂ ਦੀ ਇਸ ਬਖਸ਼ੀਸ਼ ਨੂੰ ਆਪਾਂ ਆਪੇ ਕਿਉਂ ਗਵਾਉਣਾ ਚਾਹੁੰਦੇ ਆ? ਚੁੱਪ ਕਰਕੇ ਹਕੂਮਤ ਕਰੀ ਚੱਲੋ। ਪਤਾ ਨਹੀਂ ਉਸ ਵੇਲੇ ਉੱਥੇ ਕਿੰਨੀਆਂ ਔਰਤਾਂ ਬੈਠੀਆਂ ਹੋਣ। ਕਵਿਤਾ ਦੇ ਮਨ 'ਚ ਆਇਆ ਸੀ ਜਿੰਨੀਆਂ ਵੀ ਬੈਠੀਆਂ ਹੋਣ, ਕਿਹੜਾ ਕਿਸੇ ਦੀ ਜਵਾਬ ਦੇਣ ਦੀ ਹਿੰਮਤ ਹੋਈ ਹੋਣੀ ਹੈ। ਬੌਸ ਸਾਹਮਣੇ ਕੌਣ ਬੋਲਦਾ, ਉਹ ਵੀ ਜਦੋਂ ਨੌਕਰੀ ਪ੍ਰਾਈਵੇਟ ਤੇ ਕੱਚੀ ਹੋਵੇ। ਉਹਨਾਂ ਦੇ ਆਪਣੇ ਸਕੂਲ ਵਿੱਚ ਵੀ ਤਾਂ ਇਸੇ ਤਰ੍ਹਾਂ ਹੁੰਦਾ। ਕਿਸ ਵਿੱਚ ਹਿੰਮਤ ਹੁੰਦੀ ਹੈ ਕਦੇ ਪ੍ਰਿੰਸੀਪਲ ਚਿੱਟੀ ਚੁੜੇਲ ਦੀ ਗੱਲ ਕੱਟਣ ਦੀ? ਗੱਲ ਭਾਵੇਂ ਕਿੰਨੀ ਵੀ ਵਾਹੀਆਤ ਕਿਉਂ ਨਾ ਹੋਵੇ, ਕੋਈ ਟੀਚਰ ਨਹੀਂ ਬੋਲਦੀ। ਉਹਨਾਂ ਦੇ ਸਕੂਲ 'ਚ ਬਹੁਤਾ ਸਟਾਫ ਤਾਂ ਹੈ ਹੀ ਔਰਤਾਂ। ਉਹ ਆਪ ਵੀ ਤਾਂ ਇਸੇ ਤਰ੍ਹਾਂ ਕਰਦੀ ਹੈ। ਜੇ ਕਿਤੇ ਉਹਦਾ ਫੋਨ ਆ ਜਾਏ ਤਾਂ ਉਹਦੇ ਮੂੰਹ ਹਾਂਜੀ ਤੋਂ ਬਿਨਾਂ ਕੁਝ ਨਹੀਂ ਨਿਕਲਦਾ। ਕਈ ਵਾਰ ਕੋਲ ਬੈਠਾ ਖੁਸ਼ਵੰਤ ਹੱਸੇਗਾ, ਕਿਉਂ ਤੈਨੂੰ ਕੋਈ ਹੋਰ ਸ਼ਬਦ ਬੋਲਣਾ ਨਹੀਂ ਆਉਂਦਾ? ਉਹ ਕਹੇਗੀ ਇਸ ਧਰਤੀ ਦੀਆਂ ਔਰਤਾਂ ਤਾਂ ਹੁੰਦੀਆਂ ਹੀ ਬੁਜ਼ਦਿਲ ਨੇ, ਮਾਂ ਪਿਓ ਨੇ ਜੰਮਦਿਆਂ ਨੂੰ ਗੁੜਤੀ ਐਸੀ ਦਿੱਤੀ ਹੁੰਦੀ ਹੈ। ਪਰ ਜਿਹੜੇ ਜੈਂਟਸ ਅਧਿਆਪਕ ਨੇ, ਖੇਡਾਂ ਤੇ ਸੰਗੀਤ ਵਾਲੇ, ਉਹ ਵੀ ਤਾਂ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਰਹਿੰਦੇ ਆ। ਜੈਂਟਸ ਤੇ ਲੇਡੀਜ਼ ਅਧਿਆਪਕਾਂ 'ਚ ਹੁਣ ਕੋਈ ਫਰਕ ਨਹੀਂ ਰਿਹਾ। ਇਹਦੇ ਵਿੱਚ ਵੀ ਉਹ ਸਮਾਨਤਾ ਆ ਗਈ ਏ ਜਿਹਦੀ ਗੱਲ ਮੂੰਹ ਲਾਲ ਕਰਕੇ ਕਾਲਜ ਪੜ੍ਹਦਿਆਂ ਖੁਸ਼ਵੰਤ ਕਰਦਾ ਹੁੰਦਾ ਸੀ। ਵਿਆਹ ਤੋਂ ਬਾਅਦ ਉਹਦੇ ਮੂੰਹ ਦਾ ਲਾਲ ਰੰਗ ਪਹਿਲਾਂ ਗੁਲਾਬੀ 'ਚ ਵਟਿਆ, ਹੁਣ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਨੇ ਉਹਦੇ ਰੰਗ ਉੱਤੇ ਕੋਈ ਫਰਕ ਪਾਉਣਾ ਹੀ ਛੱਡ ਦਿੱਤਾ ਸੀ। ਤੁਸੀਂ ਵੀ ਤਾਂ ਦਰਿਆਈ ਘੋੜੇ ਵਰਗੇ ਭਾਰਦਵਾਜ ਸਾਹਮਣੇ ਬੋਲਣਾ ਛੱਡ ਹੀ ਦਿੱਤਾ। ਕਵਿਤਾ ਇਹ ਕਹਿੰਦੀ ਨਹੀਂ, ਬਹੁਤ ਵਾਰ ਖੁਸ਼ਵੰਤ ਦੀ ਈਗੋ ਦਾ ਖਿਆਲ ਰੱਖ ਲੈਂਦੀ ਹੈ। ਕਵਿਤਾ ਨੂੰ ਖਿਆਲ ਆਇਆ ਕਿ ਉਹਦੇ ਵਿਆਹ ਨੂੰ 2 ਦਹਾਕਿਆਂ ਤੋਂ ਵੱਧ ਹੋ ਗਏ ਨੇ।
ਇੱਕ ਦਿਨ ਸਰਗੀ ਆਖਦੀ ਸੀ, ਮੰਮਾ ਆਪਾਂ ਤੁਹਾਡੀ ਸਿਲਵਰ ਜੁਬਲੀ ਕਿਸੇ ਸੋਹਣੇ ਜਿਹੇ ਪਹਾੜ ਉੱਤੇ ਮਨਾਉਣੀ ਆ, ਬਸ ਆਪਾਂ ਤਿੰਨਾਂ ਨੇ ਜਾਣਾ। ਸੁਣ ਲੈ ਇਹਦੀ ਗੱਲ, ਕੋਲ ਬੈਠਾ ਖੁਸ਼ਵੰਤ ਬੋਲਿਆ ਸੀ। ਇਹ ਵੀ ਹੁਣ ਮੱਧ ਵਰਗ ਵਰਗੀਆਂ ਗੱਲਾਂ ਕਰਨ ਲੱਗ ਪਈ। ਪਾਪਾ ਤੁਹਾਡਾ ਕੀ ਖਿਆਲ ਆ? ਤੁਸੀਂ ਅਜੇ ਵੀ ਪਿੰਡ ਦੇ ਮਿਹਨਤਕਸ਼ ਵਰਗ ਦੇ ਬੰਦੇ ਹੋ। ਮੈਂ ਤਾਂ ਉਹਦੇ ਵਾਲੀਆਂ ਗੱਲਾਂ ਕਰੂੰ ਜਿਹਦੇ 'ਚ ਤੁਸੀਂ ਮੈਨੂੰ ਜੰਮਿਆ। ਸਰਗੀ ਗੱਲ ਕਰਦੇ ਆਪਣੇ ਪਾਪਾ ਦਾ ਵੀ ਲਿਹਾਜ਼ ਨਹੀਂ ਕਰਦੀ। ਨਿੱਕੇ ਹੁੰਦਿਆਂ ਤੋਂ ਹੀ ਸੁਣਦੇ ਉਹ ਖੁਸ਼ਵੰਤ ਦੀ ਸਾਰੀ ਸ਼ਬਦਾਵਲੀ ਤੋਂ ਚੰਗੀ ਤਰ੍ਹਾਂ ਵਾਕਿਫ ਹੋ ਗਈ ਹੈ। ਇਹਨਾਂ ਵਰ੍ਹਿਆਂ 'ਚ ਖੁਸ਼ਵੰਤ ਬਦਲ ਵੀ ਕਿੰਨਾ ਗਿਆ ਸੀ, ਇੰਨਾ ਕਿ ਜਿਹਦਾ ਸ਼ਾਇਦ ਉਹਨੂੰ ਵੀ ਅਹਿਸਾਸ ਨਹੀਂ ਹੈ। ਉਹਦੇ ਸੋਚਣ ਦਾ ਅੰਦਾਜ਼ ਬਦਲ ਗਿਆ ਸੀ, ਚੀਜ਼ਾਂ ਪ੍ਰਤੀ ਉਹਦੇ ਹੁੰਗਾਰੇ ਬਦਲ ਗਏ ਸੀ, ਪਰ ਉਹਦੀ ਜ਼ੁਬਾਨ ਅਜੇ ਪੂਰੀ ਤਰ੍ਹਾਂ ਨਹੀਂ ਸੀ ਬਦਲੀ। ਉਹ ਅਜੇ ਵੀ ਅਕਸਰ ਉਹਨਾਂ ਹੀ ਸ਼ਬਦਾਂ ਤੇ ਮੁਹਾਵਰਿਆਂ 'ਚ ਗੱਲ ਕਰਦਾ ਸੀ, ਪਰ ਇਹ ਸ਼ਬਦ ਤੇ ਮੁਹਾਵਰੇ ਹੁਣ ਕਵਿਤਾ ਨੂੰ ਉੱਪਰੇ ਲੱਗਣ ਲੱਗ ਪਏ ਸਨ। ਉਹਨੇ ਜਿਸ ਖੁਸ਼ਵੰਤ ਨੂੰ ਪਸੰਦ ਕੀਤਾ ਸੀ, ਉਹਦੇ ਮੂੰਹ ਦਾ ਰੰਗ ਇਹਨਾਂ ਸ਼ਬਦਾਂ ਤੇ ਮੁਹਾਵਰਿਆਂ ਨੂੰ ਬੋਲਦਿਆਂ ਲਾਲ ਹੋ ਜਾਂਦਾ ਸੀ। ਉਹਨਾਂ ਇੱਕੋ ਕਾਲਜ ਤੋਂ ਇਕੱਠਿਆਂ BA ਤੇ MA ਕੀਤੀ। ਮੁੰਡੇ ਕੁੜੀਆਂ ਦੀ ਸਾਂਝੀ ਪੜ੍ਹਾਈ ਵਾਲੇ ਇਸ ਕਾਲਜ ਵਿੱਚ ਵੀ ਮੁੰਡੇ ਕੁੜੀਆਂ ਘੱਟ ਹੀ ਇੱਕ ਦੂਜੇ ਨੂੰ ਬੁਲਾਉਂਦੇ ਸੀ। ਜੇ ਬੁਲਾਉਂਦੇ ਵੀ ਤਾਂ ਲੁਕੀਆਂ ਹੋਈਆਂ ਥਾਵਾਂ ਦੇ, ਜਿੱਥੇ ਕਾਲਜ ਦੇ ਪ੍ਰੋਫੈਸਰਾਂ ਦੇ ਆਉਣ ਦੀ ਸੰਭਾਵਨਾ ਘੱਟ ਹੋਵੇ, ਜਿਵੇਂ ਵਿਦਿਆਰਥੀਆਂ ਵਾਲੇ ਸਾਈਕਲ ਸਕੂਟਰ ਸਟੈਂਡ ਉੱਤੇ, ਕੈਂਟੀਨ ਉੱਤੇ ਜਦੋਂ ਖਾਲੀ ਹੋਵੇ, ਤੇ ਜਾਂ ਕੁੜੀਆਂ ਦੇ ਵਿਸ਼ੇਸ਼ ਬਲਾਕ 'ਚ ਚੋਰੀ ਜਾ ਕੇ, ਜਿੱਥੇ ਮੁੰਡਿਆਂ ਨੂੰ ਜਾਣ ਦੀ ਮਨਾਹੀ ਹੁੰਦੀ ਸੀ। ਇਸ ਤਰ੍ਹਾਂ ਦੇ ਮਾਹੌਲ ਵਿੱਚ ਵੀ ਉਹਨਾਂ ਦੀ ਜਮਾਤ ਦੇ ਮੁੰਡੇ ਕੁੜੀਆਂ ਫਾਈਨਲ 'ਚ ਇੱਕ ਦੂਜੇ ਨਾਲ ਗੱਲਾਂ ਕਰਨ ਲੱਗ ਪਏ ਸਨ। ਮੁੰਡਿਆਂ ਨੂੰ ਹੁਣ ਪਤਾ ਲੱਗਾ ਸੀ ਕਿ ਕੁੜੀਆਂ ਵੀ ਉਹਨਾਂ ਨਾਲ ਉਨੇ ਹੀ ਸ਼ੌਕ ਨਾਲ ਗੱਲਾਂ ਕਰਨ ਦੀਆਂ ਚਾਹਵਾਨ ਸਨ ਜਿੰਨਾ ਉਹ ਕੁੜੀਆਂ ਲਈ ਤੜਫਦੇ ਸਨ। ਉਹਨਾਂ ਦੋਹਾਂ ਦੀ ਅਸਲ ਦੋਸਤੀ MA ਕਰਦਿਆਂ ਹੋਈ ਸੀ। ਉਦੋਂ ਹੀ ਖੁਸ਼ਵੰਤ ਨੇ ਉਹਦੀ ਇੱਕ ਗੱਲ ਦੇ ਜਵਾਬ 'ਚ ਕਿਹਾ ਸੀ ਵੀ ਸਾਨੂੰ ਚੀਕਣੀ ਮਿੱਟੀ 'ਚ ਤੁਰਨ ਦੀ ਆਦਤ ਆ, ਅਸੀਂ ਚੀਕਣੀ ਮਿੱਟੀ ਵਾਲੇ ਇਲਾਕੇ 'ਚ ਜੰਮੇ ਆ, ਇਸ ਲਈ ਇਦਾਂ ਹੀ ਤੁਰਦੇ ਆ, ਸਾਬਤ ਕਦਮੀ। ਜੇ ਕਿਤੇ ਬਰਸਾਤਾਂ 'ਚ ਤੂੰ ਸਾਡੇ ਇਲਾਕੇ 'ਚ ਆ ਜਾਈਂ, ਤੂੰ ਤਾਂ ਉਦਾਂ ਹੀ ਤਿਲਕ ਕੇ ਡਿੱਗਦੀ ਫਿਰੇ। ਕਵਿਤਾ ਨੂੰ ਚੀਕਣੀ ਮਿੱਟੀ ਪਸੰਦ ਸੀ, ਸ਼ਾਇਦ ਇਸੇ ਲਈ ਖੁਸ਼ਵੰਤ ਵੀ ਪਸੰਦ ਆ ਗਿਆ ਸੀ। ਕਵਿਤਾ ਨੂੰ ਯਾਦ ਆ ਉਦੋਂ ਉਹਨਾਂ ਦੇ ਸ਼ਹਿਰ ਵਿਚਲੇ ਘਰ ਵੀ ਮਿੱਟੀ ਦਾ ਚੁੱਲ੍ਹਾ ਸੀ। ਚੁੱਲ੍ਹਾ ਲਿਪਣ ਲਈ ਉਹਦਾ ਪਿਓ ਕੁਮਾਰਾਂ ਕੋਲੋਂ ਚੀਕਣੀ ਮਿੱਟੀ ਲੈ ਕੇ ਆਉਂਦਾ। ਕਵਿਤਾ ਉਸ 'ਚੋਂ ਕੁਝ ਮਿੱਟੀ ਲੁਕੋ ਲੈਂਦੀ, ਫਿਰ ਉਹਨੂੰ ਪਾਣੀ 'ਚ ਗੁੰਨ ਆਪਣੇ ਖਿਡੌਣੇ ਬਣਾਉਂਦੀ। ਉਹਨੂੰ ਇਹਦੇ 'ਚ ਬੜੀ ਸੋਹਣੀ ਸੁਗੰਧ ਆਉਂਦੀ ਸੀ। MA ਤੋਂ ਬਾਅਦ ਉਹ ਅਧਿਆਪਕ ਬਣਨ ਦੀ ਡਿਗਰੀ ਲੈਣ ਲੱਗ ਪਈ ਤੇ ਖੁਸ਼ਵੰਤ ਅਗਲੀ ਪੜ੍ਹਾਈ ਲਈ ਵਿਸ਼ਵ-ਵਿਦਿਆਲੇ ਚਲਾ ਗਿਆ। ਦੋਹਾਂ ਦੀ ਦੋਸਤੀ ਕਾਇਮ ਰਹੀ। ਹਾਲਾਂਕਿ ਉਹਨਾਂ ਦੇ ਘਰ ਚੀਕਣੀ ਮਿੱਟੀ ਆਉਣੀ ਬੰਦ ਹੋ ਗਈ ਸੀ ਤੇ ਉਹਨਾਂ ਨੂੰ ਵੀ ਗੈਸ ਸਿਲੰਡਰ ਦਾ ਕਨੈਕਸ਼ਨ ਮਿਲ ਗਿਆ ਸੀ। ਕੁਝ ਵਰ੍ਹਿਆਂ ਬਾਅਦ ਜਦੋਂ ਖੁਸ਼ਵੰਤ ਆਪਣੇ ਸ਼ਹਿਰ ਦੇ ਕਾਲਜ 'ਚ ਪੱਕਾ ਪ੍ਰੋਫੈਸਰ ਹੋ ਗਿਆ ਤਾਂ ਉਹਨੇ ਕਵਿਤਾ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖ ਦਿੱਤਾ। ਕਵਿਤਾ ਲਈ ਇਹ ਪ੍ਰਸਤਾਵ ਬੜੀ ਦੁਬਦਾ ਸੀ। ਉਹ ਆਪ ਖੁਸ਼ਵੰਤ ਨੂੰ ਪਸੰਦ ਕਰਦੀ ਸੀ, ਪਰ ਵਿਆਹ ਲਈ ਉਹਨਾਂ ਦਾ ਕੋਈ ਪੱਖ ਵੀ ਨਹੀਂ ਸੀ ਮਿਲਦਾ, ਨਾ ਜਾਤ, ਨਾ ਧਰਮ, ਨਾ ਰੀਤ। ਖੁਸ਼ਵੰਤ ਦੀ ਜਾਤ ਉਹਨਾਂ ਨਾਲੋਂ ਨੀਵੀਂ ਸੀ। ਇਹ ਧਰਮ ਨਾਲੋਂ ਵੀ ਵੱਧ ਔਖ ਵਾਲੀ ਗੱਲ ਸੀ। ਜਿੱਥੇ ਕੁੜੀ ਦੇ ਸੰਯੋਗ ਹੋਏ ਉੱਥੇ ਵਿਆਹ ਹੋਣਾ ਹੀ ਹੋਣਾ, ਕੋਈ ਨਹੀਂ ਰੋਕ ਸਕਦਾ। ਦੇਖ ਲਿਓ, ਘਰ 'ਚ ਵਿਆਹ ਦੇ ਇਸ ਪ੍ਰਸਤਾਵ ਦਾ ਵਿਰੋਧ ਹੁੰਦਾ ਤਾਂ ਉਹਦੀ ਨਾਨੀ ਉਹਦੀ ਹਮਾਇਤ ਕਰਦਿਆਂ ਆਖਦੀ, ਮਾਂ ਦੇ ਇਸ ਵਿਆਹ ਦੀ ਸਭ ਤੋਂ ਵੱਡੀ ਵਿਰੋਧਨ ਸੀ। ਉਹਦਾ ਮਨ ਇਹ ਸਵੀਕਾਰ ਕਰਨ ਨੂੰ ਤਿਆਰ ਨਹੀਂ ਸੀ ਹੋ ਰਿਹਾ ਕਿ ਉਹਦੇ ਜਵਾਈ ਦੇ ਸਿਰ ਉੱਤੇ ਸਰਦਾਰਾਂ ਵਾਲੀ ਪੱਗ ਹੋਏਗੀ, ਪਰ ਅਖੀਰ ਉਹਦੇ ਪਿਓ ਨੇ ਅਮਲੀ ਸਿਆਣਪ ਦਿਖਾਉਂਦਿਆਂ ਵਿਆਹ ਲਈ ਹਾਮੀ ਭਰ ਦਿੱਤੀ। ਉਹ ਕਿਹੜਾ ਕੋਈ ਖਾਨਦਾਨੀ ਰਈਸ ਸਨ ਕਿ ਮੁਫਤ ਦੀ ਆਖੜ ਲੈ ਕੇ ਤੁਰੇ ਫਿਰਦੇ। ਉਹ ਆਪ ਵੀ ਇੱਕ ਨਿੱਕੀ ਜਿਹੀ ਵਰਕਸ਼ਾਪ 'ਚ ਕਲਰਕ ਸੀ। ਇਹੀ ਘਰ ਦੀ ਇਕਲੌਤੀ ਆਮਦਨ ਸੀ। ਕਵਿਤਾ ਤੋਂ ਬਾਅਦ ਉਹਦੇ 2 ਹੋਰ ਨਿਆਣੇ ਸੀ। ਖੁਸ਼ਵੰਤ ਬਿਨਾਂ ਕਿਸੇ ਦਾਜ ਦਹੇਜ ਤੋਂ ਸਾਦਾ ਵਿਆਹ ਕਰਨ ਲਈ ਰਾਜ਼ੀ ਸੀ। ਫਿਰ ਉਹ ਪੜ੍ਹਿਆ ਲਿਖਿਆ ਕਾਲਜ 'ਚ ਪੱਕਾ ਪ੍ਰੋਫੈਸਰ ਸੀ। ਕੁੜੀ ਦੀ ਆਪਣੀ ਮਰਜ਼ੀ ਸੀ, ਉਹਨਾਂ ਨੂੰ ਹੋਰ ਕੀ ਚਾਹੀਦਾ ਸੀ। ਇਸ ਤਰ੍ਹਾਂ ਨਾਨੀ ਦੇ ਕਹਿਣ ਅਨੁਸਾਰ ਉਹਦੇ ਪੱਕੇ ਸੰਯੋਗ ਖੁਸ਼ਵੰਤ ਨਾਲ ਬਣ ਗਏ। ਸਰਗੀ ਜੰਮਣ ਵੇਲੇ ਵੀ ਉਹਦੀ ਨਾਨੀ ਉਹਦਾ ਜਣੇਪਾ ਕਟਾਉਣ ਆਈ ਸੀ। ਉਹਦਾ ਨਿੱਕੇ ਹੁੰਦਿਆਂ ਤੋਂ ਮਾਂ ਨਾਲੋਂ ਵੱਧ ਨਾਨੀ ਨਾਲ ਹੀ ਮੋਹ ਸੀ। ਨਿੱਕੀ ਜੀ ਸਰਗੀ ਕਈ ਵਾਰ ਸੁੱਤੀ ਹੋਈ ਹੱਸਣ ਲੱਗ ਜਾਂਦੀ ਜਾਂ ਕਈ ਵਾਰ ਲੇਰ ਜੀ ਮਾਰਦੀ ਆਖਦੀ, ਦੇਖ ਵਿਧ ਮਾਤਾ ਦਰਸ਼ਨ ਦਿੰਦੀ ਹੈ ਇਹਨੂੰ, ਇਹਦੇ ਚੰਗੇ ਮਾੜੇ ਲੇਖ ਦੱਸਦੀ ਹੈ। ਉਹ ਨਾਨੀ ਦੀ ਗੱਲ ਸੁਣ ਕੇ ਮੁਸਕਰਾ ਉੱਠਦੀ। ਗੱਲ ਟੋਕਣ ਨੂੰ ਉਹਦਾ ਜੀ ਨਾ ਕਰਦਾ। ਉਹਨੂੰ ਲੱਗਦਾ ਨਾਨੀ ਦੀ ਵਿਧ ਮਾਤਾ ਨੇ ਉਹਦਾ ਸੰਯੋਗ ਖੁਸ਼ਵੰਤ ਨਾਲ ਬਣਾਇਆ। ਕਾਲਜ ਵਿੱਚ ਖੁਸ਼ਵੰਤ ਉਹਨੂੰ ਆਪਣਾ ਹੀਰੋ ਜਿਹਾ ਹੀ ਲੱਗਦਾ ਸੀ। ਠੀਕ ਹੈ ਕਿ ਉਹ ਫਿਲਮੀ ਹੀਰੋਆਂ ਵਰਗਾ ਨਹੀਂ ਸੀ। ਸ਼ਕਲ ਸੂਰਤ ਵਿੱਚ ਉਹਨਾਂ ਦੋਹਾਂ ਫਿਲਮੀ ਖਾਨਾਂ ਦੇ ਪਾਸਕੂ ਵੀ ਨਹੀਂ ਸੀ ਜਿਹੜੇ ਹੁਣੇ ਕੁੜੀਆਂ ਦੇ ਦਿਲਾਂ ਦੀ ਨਵੀਂ ਧੜਕਣ ਬਣੇ ਸੀ। ਤੀਸਰਾ ਖਾਨ ਵੀ 1-2 ਵਰ੍ਹਿਆਂ ਵਿੱਚ ਹੀ ਉਹਨਾਂ ਦੀਆਂ ਕਲਪਨਾਵਾਂ ਦੇ ਸੁਪਨਿਆਂ ਦਾ ਹਿੱਸਾ ਬਣਨ ਵਾਲਾ ਸੀ। ਜਮਾਤ ਵਿੱਚ ਉਹੀ ਸੀ ਜੋ ਕਈ ਵਾਰੀ ਪ੍ਰੋਫੈਸਰ ਨੂੰ ਕੋਈ ਸਵਾਲ ਪੁੱਛਦਾ ਸੀ, ਨਹੀਂ ਤਾਂ ਜਮਾਤ 'ਚ ਪੂਰਾ ਸਮਾਂ ਪ੍ਰੋਫੈਸਰ ਹੀ ਬੋਲ ਕੇ ਚਲੇ ਜਾਂਦੇ।
ਉਹਨੇ ਕੀ ਬੋਲਿਆ, ਕੀ ਸਮਝਾਇਆ, ਕਿਸੇ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਸੀ ਪੈਂਦਾ। ਸਾਰਿਆਂ ਲਈ ਲੈਕਚਰ ਲਾਉਣਾ ਇੱਕ ਤਰ੍ਹਾਂ ਦਾ ਜ਼ਰੂਰੀ ਕਰਮਕਾਂਡ ਸੀ। ਪੇਪਰਾਂ 'ਚ ਪਾਸ ਹੋਣ ਲਈ ਤਾਂ ਉਹਨਾਂ ਘੁੱਟੇ ਹੀ ਲਾਉਣੇ ਸੀ। ਵਿਦਿਆਰਥੀ ਯੂਨੀਅਨ ਦਾ ਲੀਡਰ ਹੋਣ ਕਾਰਨ ਉਹ ਦੂਜਿਆਂ ਦੇ ਕੰਮ ਵੀ ਆਉਂਦਾ ਸੀ। ਕਵਿਤਾ ਨੂੰ ਯਾਦ ਹੈ, ਉਹਨਾਂ ਦੀ ਜਮਾਤ ਦੀ ਇੱਕ ਕੁੜੀ ਅਚਾਨਕ ਪਰੇਸ਼ਾਨ ਰਹਿਣ ਲੱਗੀ ਸੀ। ਸ਼ਾਇਦ ਕਰਮਜੀਤ ਸੀ ਉਹਦਾ ਨਾਂ। ਉਹ ਘਰੋਂ ਇਕੱਲੀ ਪੈਦਲ ਹੀ ਕਾਲਜ ਆਉਂਦੀ ਸੀ। ਸਹੇਲੀਆਂ ਦੇ ਪੁੱਛਣ ਤੇ ਉਹਨੇ ਦੱਸਿਆ ਸੀ ਕਿ ਕੁਝ ਦਿਨਾਂ ਤੋਂ ਆਪਣੇ ਆਪ ਨੂੰ ਸ਼ਹਿਰ ਦਾ ਬਦਮਾਸ਼ ਸਮਝਣ ਵਾਲਾ ਅਨਿਲ ਉਹਨੂੰ ਪਰੇਸ਼ਾਨ ਕਰ ਰਿਹਾ। ਅਨਿਲ ਦੂਜੇ ਕਾਲਜ 'ਚ ਪੜ੍ਹਦਾ ਸੀ, ਪਰੰਤੂ ਕਰਮਜੀਤ ਨੂੰ ਪਰੇਸ਼ਾਨ ਕਰਨ ਦੇ ਮਕਸਦ ਨਾਲ ਹੀ ਹੁਣ ਰੋਜ਼ ਉਹਨਾਂ ਦੇ ਕਾਲਜ ਆਉਂਦਾ ਸੀ। ਆਪਸ ਵਿੱਚ ਸਲਾਹ ਕਰਨ ਪਿੱਛੋਂ ਉਹਨਾਂ ਕਰਮਜੀਤ ਦੀ ਪਰੇਸ਼ਾਨੀ ਖੁਸ਼ਵੰਤ ਨਾਲ ਸਾਂਝੀ ਕੀਤੀ। ਖੁਸ਼ਵੰਤ ਉਸੇ ਵੇਲੇ ਕਰਮਜੀਤ ਨੂੰ ਲੈ ਕੇ ਪ੍ਰਿੰਸੀਪਲ ਮੋਂਗੀਆ ਸਾਹਮਣੇ ਜਾ ਪੇਸ਼ ਹੋਇਆ। ਸਾਰੀ ਗੱਲ ਸੁਣ ਕੇ ਸੇਵਾ ਮੁਕਤੀ ਦੇ ਕੰਢੇ ਬੈਠੇ ਮੋਂਗੀਆ ਨੇ ਆਪਣੀ ਮਾੜਚੂ ਜਿਹੇ ਸਰੀਰ ਨੂੰ ਮਸਾਂ ਹਿਲਾਉਂਦਿਆਂ ਕਿਹਾ, ਪਰ ਇਹਦੇ 'ਚ ਮੈਂ ਕੀ ਕਰ ਸਕਦਾ? ਸਰ, ਮੈਂ ਤੁਹਾਡੇ ਕੋਲ ਇਸ ਲਈ ਆਇਆ ਤਾਂ ਕਿ ਕੱਲ ਨੂੰ ਕੋਈ ਗੱਲ ਹੋਣ ਤੇ ਤੁਸੀਂ ਇਹ ਨਾ ਆਖ ਦਿਓ ਕਿ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ। ਆਊਟਸਾਈਡਰਸ ਨੂੰ ਰੋਕਣਾ ਤਾਂ ਤੁਹਾਡੀ ਜ਼ਿੰਮੇਵਾਰੀ ਹੈ। ਇਸ ਪਿੱਛੋਂ ਪ੍ਰਿੰਸੀਪਲ ਮੋਂਗੀਆ ਦਾ ਮਾੜਚੂ ਜਿਹਾ ਸਰੀਰ ਪਹਿਲਾਂ ਜਿੰਨਾ ਵੀ ਨਾ ਹਿੱਲਿਆ। ਖੁਸ਼ਵੰਤ ਕਰਮਜੀਤ ਨੂੰ ਲੈ ਕੇ ਦਫ਼ਤਰ 'ਚੋਂ ਬਾਹਰ ਆ ਗਿਆ। ਉਹਨੂੰ ਪਤਾ ਸੀ ਕੁਝ ਦਿਨ ਪਹਿਲਾਂ ਹੀ ਕਾਲਜ 'ਚ ਅਣਪਛਾਤੇ ਖੜਕੂਆਂ ਵੱਲੋਂ ਲਾਏ ਨੋਟਿਸ ਕਾਰਨ ਪ੍ਰਿੰਸੀਪਲ ਡਾਢਾ ਡਰਿਆ ਹੋਇਆ ਸੀ ਤੇ ਉਹਦੇ 'ਚ ਆਊਟਸਾਈਡਰਸ ਤਾਂ ਛੱਡੋ, ਇਨਸਾਈਡਰਸ ਨੂੰ ਕਾਬੂ 'ਚ ਰੱਖਣ ਦੀ ਹਿੰਮਤ ਵੀ ਨਹੀਂ ਸੀ। ਯੂਨੀਅਨ ਦੇ ਹੋਰ ਮੁੰਡਿਆਂ ਨੂੰ ਨਾਲ ਲੈ ਕੇ ਖੁਸ਼ਵੰਤ ਨੇ ਕੀ ਕੀਤਾ, ਇਹ ਤਾਂ ਉਹਨੇ ਕੁੜੀਆਂ ਨੂੰ ਨਹੀਂ ਸੀ ਦੱਸਿਆ, ਪਰ ਆਪਣੇ ਆਪ ਨੂੰ ਸ਼ਹਿਰ ਦਾ ਬਦਮਾਸ਼ ਸਮਝਣ ਵਾਲਾ ਅਨਿਲ ਮੁੜ ਕਦੇ ਕਰਮਜੀਤ ਦੇ ਪਿੱਛੇ ਨਾ ਆਇਆ। ਇਸੇ ਤਰ੍ਹਾਂ ਇੱਕ ਵਾਰ ਉਹ ਇੱਕ ਮੁੰਡੇ ਦੇ ਹੱਕ 'ਚ ਡਟ ਗਿਆ ਸੀ ਜਦੋਂ ਕਾਲਜ ਦੇ ਪ੍ਰੋਫੈਸਰ ਰਾਜੇਸ਼ ਨੇ ਉਹਦੇ ਥੱਪੜ ਕੱਢ ਮਾਰਿਆ ਸੀ। ਹੜਤਾਲ ਪਿੱਛੋਂ ਪ੍ਰਿੰਸੀਪਲ ਦੇ ਦਫ਼ਤਰ 'ਚ ਹੋਈ ਮੀਟਿੰਗ 'ਚ ਉਹ ਇੱਕੋ ਪ੍ਰਸ਼ਨ ਉੱਤੇ ਡਟਿਆ ਰਿਹਾ ਸੀ, ਇਹ ਦੱਸੋ ਸਰ, ਕੋਈ ਥੱਪੜ ਕਿਵੇਂ ਮਾਰ ਸਕਦਾ ਹੈ? ਹਾਂ ਸਰ, ਭਾਵੇਂ ਪ੍ਰੋਫੈਸਰ ਹੋਵੇ, ਕੋਈ ਥੱਪੜ ਕਿਵੇਂ ਮਾਰ ਸਕਦਾ ਹੈ? ਫਿਰ ਤਾਂ ਕੱਲ ਨੂੰ ਕੋਈ ਮੁੰਡਾ ਗੋਲੀ ਵੀ ਮਾਰ ਸਕਦਾ ਹੈ। ਪ੍ਰੋਫੈਸਰ ਭੁੱਲਰ ਸ਼ਰੇਆਮ ਮੁੰਡੇ ਦੇ ਹੱਕ 'ਚ ਡਟ ਗਏ ਸਨ। ਉਨੀ ਦਿਨੀ ਹਰ ਬਹਿਸ ਵਿੱਚ ਉਹੀ ਤਰਕ ਮਜ਼ਬੂਤ ਬਣ ਜਾਂਦਾ ਸੀ ਜਿਸ 'ਚ ਗੋਲੀ ਦਾ ਜ਼ਿਕਰ ਹੁੰਦਾ ਸੀ। ਆਖਰ ਪ੍ਰੋਫੈਸਰ ਰਾਜੇਸ਼ ਨੂੰ ਜਮਾਤ ਵਿੱਚ ਮੁੰਡੇ ਕੋਲੋਂ ਮਾਫੀ ਮੰਗਣੀ ਪਈ। ਬਾਅਦ ਵਿੱਚ ਇਹ ਸਾਰੀ ਕਹਾਣੀ ਹੋਰ ਹੀ ਨਿਕਲੀ। ਦਰਅਸਲ ਉਹ ਪ੍ਰੋਫੈਸਰ ਜਿਨ੍ਹਾਂ ਦੇ ਘਰ 'ਚ ਕਿਰਾਏ ਤੇ ਰਹਿੰਦਾ ਸੀ, ਉਹਨਾਂ ਦੀ ਕੁੜੀ ਉਸੇ ਜਮਾਤ 'ਚ ਸੀ। ਜਮਾਤ 'ਚ ਇਹ ਗੱਲ ਉੱਡ ਗਈ ਕਿ ਉਹ ਸੋਹਣੀ ਸੁਨੱਖੀ ਫੈਸ਼ਨੇਬਲ ਕੁੜੀ ਦੀ ਕਹਾਣੀ ਪ੍ਰੋਫੈਸਰ ਰਾਜੇਸ਼ ਨਾਲ ਹੈ। ਪ੍ਰੋਫੈਸਰ ਰਾਜੇਸ਼ ਨਵਾਂ ਹੀ ਪ੍ਰੋਫੈਸਰ ਬਣਿਆ ਸੀ। ਉਹ ਮੁੰਡਾ ਅਕਸਰ ਕਲਾਸ 'ਚ ਦੋਹਾਂ ਦਾ ਨਾਂ ਲੈ ਕੇ ਕੋਈ ਨਾ ਕੋਈ ਛੁਰਲੀ ਛੱਡ ਦਿੰਦਾ ਸੀ। ਮੁੰਡੇ ਕੁੜੀਆਂ ਹੱਸ ਪੈਂਦੇ, ਪੂਰਾ ਜ਼ੋਰ ਲਾ ਕੇ ਪੜ੍ਹਾਉਂਦੇ ਪ੍ਰੋਫੈਸਰ ਰਾਜੇਸ਼ ਦੀ ਇਕਾਗਰਤਾ ਟੁੱਟ ਜਾਂਦੀ। ਇੱਕ ਦਿਨ ਜਵਾਨ ਤੇ ਗਰਮ ਖੂਨ ਵਾਲੇ ਰਾਜੇਸ਼ ਨੇ ਅੱਕ ਕੇ ਉਹਦੇ ਥੱਪੜ ਕੱਢ ਮਾਰਿਆ। ਕੁਝ ਵੀ ਹੋਵੇ, ਕੋਈ ਥੱਪੜ ਕਿਵੇਂ ਮਾਰ ਸਕਦਾ? ਖੁਸ਼ਵੰਤ ਅਜੇ ਵੀ ਆਪਣੀ ਗੱਲ ਤੇ ਅੜਿਆ ਰਿਹਾ। ਖੁਸ਼ਵੰਤ ਹੁਣ ਵੀ ਆਪਣੀਆਂ ਬਹੁਤ ਗੱਲਾਂ ਤੇ ਅੜਿਆ ਰਹਿੰਦਾ ਹੈ, ਸਿਰਫ ਗੱਲਾਂ ਤੇ ਉਹਨਾਂ ਦਾ ਤਰਕ ਬਦਲ ਗਿਆ। ਕਵਿਤਾ ਨੂੰ ਯਾਦ ਆਉਂਦਾ ਹੈ, ਵਿਆਹ ਪਿੱਛੋਂ ਇੱਕ ਹੀ ਨਿਆਣਾ ਰੱਖਣ ਦਾ ਫੈਸਲਾ ਵੀ ਉਹਦਾ ਹੀ ਸੀ। ਹਾਲਾਂਕਿ ਉਹ ਸਰਗੀ ਤੋਂ ਬਾਅਦ ਵੀ ਇੱਕ ਹੋਰ ਨਿਆਣਾ ਜੰਮਣਾ ਚਾਹੁੰਦੀ ਸੀ। ਨਹੀਂ, ਮੈਨੂੰ ਮੁੰਡੇ ਜਾਂ ਕੁੜੀ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਨਹੀਂ ਚਾਹੁੰਦਾ ਮੇਰੇ ਨਿਆਣੇ ਮੇਰੇ ਵਾਂਗ ਰੋਲ ਖੋਲ ਕੇ ਪੜ੍ਹਨ। ਇੱਕ ਨਿਆਣੇ ਦੀ ਜੋ ਖੁਆਇਸ਼ ਹੋਊ ਮੈਂ ਪੂਰੀ ਕਰੂੰ। ਉਹ ਅੜੀ ਗਿਆ ਸੀ। ਆਪਣੇ ਸਟੱਡੀ ਰੂਮ 'ਚ ਵੀ ਉਹ ਅੜੀ ਜੀ ਕਰਨ ਵਾਂਗ ਹੀ ਬੈਠਾ ਰਹਿੰਦਾ। ਵਿਆਹ ਤੋਂ ਬਾਅਦ ਵੀ ਖੁਸ਼ਵੰਤ ਨੂੰ ਦਿਨ ਦਾ ਬਹੁਤਾ ਸਮਾਂ ਘਰੋਂ ਬਾਹਰ ਗੁਜ਼ਾਰਨ ਦੀ ਆਦਤ ਸੀ। ਉਹ ਉਹੀ ਆਦਤ ਜੋ ਪੜ੍ਹਦਿਆਂ ਤੇ ਬਾਅਦ ਉਹ ਨੌਕਰੀ ਕਰਦਿਆਂ ਇਕੱਲੇ ਰਹਿਣ ਕਰਕੇ ਪਈ ਸੀ। ਵਿਆਹ ਤੋਂ ਬਾਅਦ ਉਹ ਦੋਵੇਂ ਇਕੱਲੇ ਹੀ ਘਰ ਸਨ। ਖੁਸ਼ਵੰਤ ਦੇ ਬੀਬੀ ਭਾਪੇ ਦਾ ਤਾਂ ਚੀਕਨੀ ਮਿੱਟੀ ਵਾਲੇ ਪਿੰਡ ਹੀ ਦਿਲ ਲੱਗਦਾ ਸੀ। ਉੱਥੇ ਉਹਨਾਂ ਨੂੰ ਪੀਰ ਸ਼ਾਹ ਇਨਾਇਤ ਦੀ ਮਿਹਰ ਜਾਪਦੀ ਸੀ। ਦੀਸ਼ੀ ਦੇ ਵਿਆਹ ਪਿੱਛੋਂ ਵੀ ਉਹ ਸ਼ਹਿਰ ਉਹਨਾਂ ਕੋਲ ਆਉਣ ਲਈ ਨਹੀਂ ਸੀ ਮੰਨੇ। ਉਹ ਇਕੱਲੀ ਘਰ ਬੈਠੀ ਅੱਕ ਜਾਂਦੀ। ਆਪਣੀ ਖਿਝ ਉਹ ਦੇਰ ਰਾਤ ਘਰ ਆਏ ਖੁਸ਼ਵੰਤ ਤੇ ਕੱਢਦੀ। ਦੋਵਾਂ ਵਿੱਚ ਇਸੇ ਗੱਲ ਤੋਂ ਅਕਸਰ ਬੋਲ ਬੁਲਾਰਾ ਹੁੰਦਾ। ਸਰਗੀ ਦੇ ਜੰਮਣ ਤੋਂ ਬਾਅਦ ਵੀ ਕਿੰਨੀ ਦੇਰ ਤੱਕ ਇਹ ਸਿਲਸਿਲਾ ਚੱਲਦਾ ਰਿਹਾ। ਨਾ ਖੁਸ਼ਵੰਤ ਬਾਹਰ ਜਾਣੋਂ ਹਟਦਾ, ਨਾ ਕਵਿਤਾ ਲੜਨੋਂ। ਪਰ ਫਿਰ ਅਚਾਨਕ ਸਭ ਆਪਣੇ ਆਪ ਠੀਕ ਹੋ ਗਿਆ। ਖੁਸ਼ਵੰਤ ਦੇ ਯੂਨੀਅਨ ਦੇ ਕੰਮ ਵੀ ਘਟ ਗਏ ਤੇ ਬਾਹਰ ਰਹਿਣਾ ਵੀ। ਕਵਿਤਾ ਦਾ ਇਹ ਗਿਲਾ ਦੂਰ ਹੋ ਗਿਆ। ਹੁਣ ਖੁਸ਼ਵੰਤ ਹਰ ਵੇਲੇ ਆਪਣੇ ਸਟੱਡੀ ਰੂਮ 'ਚ ਬੈਠਾ ਪੜ੍ਹਦਾ ਲਿਖਦਾ ਰਹਿੰਦਾ। ਯੂਨੀਅਨ ਦੀ ਬਜਾਏ ਹੁਣ ਸੈਮੀਨਾਰਾਂ ਕਾਨਫਰੰਸਾਂ 'ਚ ਵਧੇਰੇ ਜਾਣ ਲੱਗ ਪਿਆ ਹੈ। ਪਰ ਇਹ ਸੈਮੀਨਾਰ ਕਾਨਫਰੰਸਾਂ ਕਿਹੜਾ ਰੋਜ਼ ਹੁੰਦੇ ਆ, ਇਸ ਲਈ ਕਵਿਤਾ ਨੂੰ ਇਹਨਾਂ ਦੀ ਬਹੁਤੀ ਤਕਲੀਫ ਨਹੀਂ ਹੁੰਦੀ। ਉਹ ਆਪਣੇ ਆਪ ਨੂੰ ਸਰਗੀ ਨਾਲ ਮਸਰੂਫ ਰੱਖਦੀ ਹੈ। ਸਰਗੀ ਉਹਦੇ ਜੀਵਨ 'ਚ ਨਿੱਘ ਦਾ ਸਰੋਤ ਹੈ। ਉਹ ਤੇ ਖੁਸ਼ਵੰਤ ਤਾਂ ਇੰਨੇ ਵਰਿਆਂ 'ਚ ਇੱਕ ਦੂਜੇ ਦੀ ਹੋਣੀ ਬਣ ਚੁੱਕੇ ਹੈ। ਉਸੇ ਤਰ੍ਹਾਂ ਜਿਵੇਂ ਸਦੀਆਂ ਤੋਂ ਵਸਤਰ ਪਹਿਨਦਿਆਂ ਵਸਤਰ ਬੰਦੇ ਦੇ ਸਰੀਰ ਦਾ ਹੀ ਹਿੱਸਾ ਬਣ ਗਏ ਆ। ਬੰਦੇ ਨੂੰ ਵਸਤਰ ਪਾਇਆ ਵੀ ਇਹਨਾਂ ਦਾ ਕੋਈ ਚੰਗਾ ਮੰਦਾ ਅਹਿਸਾਸ ਨਹੀਂ ਹੁੰਦਾ। ਉਹਦਾ ਖੁਸ਼ਵੰਤ ਨਾਲ ਕੁਝ ਇਸ ਤਰ੍ਹਾਂ ਦਾ ਹੀ ਰਿਸ਼ਤਾ ਬਣ ਗਿਆ। ਇਸ ਧਰਤੀ ਤੇ ਬਹੁਤੇ ਵਿਆਹਤਾ ਜੋੜਿਆਂ ਦਾ ਇਹੀ ਹਾਲ ਹੋ ਜਾਂਦਾ ਹੈ। ਮਾਲਕ ਤੀਵੀਂ ਦਾ, ਜਿਵੇਂ ਨਾਨੀ ਕਿਹਾ ਕਰਦੀ ਸੀ। ਮਾਲਕ ਤੀਵੀਂ, ਨਾਨੀ ਦੀ ਸ਼ਬਦ ਜੋੜੀ ਸੁਣ ਕੇ ਖੁਸ਼ਵੰਤ ਖਿਝ ਜਾਂਦਾ ਸੀ। ਇਹ ਕੀ ਹੁੰਦਾ?
ਯਾਰ ਘਰ ਵਾਲਾ ਘਰ ਵਾਲੀ ਬਰਾਬਰ ਹੁੰਦੇ ਆ। ਆਹੋ ਜਿਵੇਂ ਆਪਾਂ ਬਰਾਬਰ ਆ। ਕਵਿਤਾ ਦੇ ਸ਼ਬਦਾਂ ਵਿਚਲੀ ਅਸਲ ਰੌਂ ਪਤਾ ਨਹੀਂ ਖੁਸ਼ਵੰਤ ਤੱਕ ਪਹੁੰਚਦੀ ਸੀ ਜਾਂ ਨਹੀਂ। ਵਿਆਹ ਤੋਂ ਬਾਅਦ ਕਵਿਤਾ ਨੂੰ ਖੁਸ਼ਵੰਤ ਉੱਤੇ ਇਸ ਤਰ੍ਹਾਂ ਦਾ ਯਕੀਨ ਨਹੀਂ ਸੀ ਰਿਹਾ ਜਿਵੇਂ ਕਾਲਜ ਪੜ੍ਹਨ ਵੇਲੇ ਹੁੰਦਾ ਸੀ। ਕਈ ਵਾਰ ਉਸ ਤੋਂ ਬਿਲਕੁਲ ਉਲਟ ਵਿਹਾਰ ਕਰਦਾ ਸੀ ਜਿਵੇਂ ਕਵਿਤਾ ਨੇ ਆਸ ਕੀਤੀ ਹੁੰਦੀ। 9ਵੀਂ 'ਚ ਪੜ੍ਹਦਿਆਂ ਸਰਗੀ ਨੂੰ ਪਹਿਲੀ ਵਾਰ ਮਾਹਵਾਰੀ ਆਈ ਤਾਂ ਉਹਨੇ ਇਹ ਗੱਲ ਖੁਸ਼ਵੰਤ ਨੂੰ ਵੀ ਦੱਸੀ। ਵੱਡੀ ਹੋ ਰਹੀ ਉਹਨਾਂ ਦੀ ਇੱਕੋ ਇੱਕ ਬੇਟੀ ਦੀ ਜ਼ਿੰਦਗੀ ਦਾ ਇਹ ਮਹੱਤਵਪੂਰਨ ਪੜਾਅ ਸੀ। ਖੁਸ਼ਵੰਤ ਨੇ ਕਵਿਤਾ ਦੀ ਗੱਲ ਅਣਸੁਣੀ ਕਰਨ ਦਾ ਦਿਖਾਵਾ ਜਿਹਾ ਕੀਤਾ। 2 ਮਹੀਨੇ ਬਾਅਦ ਉਹਨੂੰ ਫੇਰ ਮਾਹਵਾਰੀ ਸ਼ੁਰੂ ਹੋ ਗਈ। ਜਦੋਂ ਸਕੂਲ 'ਚ ਸੀ ਪੀਰੀਅਡ ਦੇ ਦਰਮਿਆਨ 'ਚ ਉਹ ਭੱਜੀ ਆਪਣੀ ਮਾਂ ਕੋਲ ਆਈ ਤੇ ਉਸ ਕੋਲੋਂ ਸੈਨੇਟਰੀ ਨੈਪਕਿਨ ਮੰਗਿਆ ਸੀ। ਉਸ ਦਿਨ ਕਵਿਤਾ ਨੂੰ ਮਹਿਸੂਸ ਹੋਇਆ ਕਿ ਹੁਣ ਸਰਗੀ ਨੂੰ ਆਪਣੇ ਬਸਤੇ ਵਿੱਚ ਇੱਕ ਐਮਰਜੈਂਸੀ ਨੈਪਕਿਨ ਹਰ ਵੇਲੇ ਰੱਖਣ ਦੀ ਲੋੜ ਹੈ। ਰਾਤ ਨੂੰ ਉਹਨੇ ਸਕੂਲ ਵਾਲੀ ਗੱਲ ਖੁਸ਼ਵੰਤ ਨੂੰ ਦੱਸੀ ਤਾਂ ਖਿਝ ਗਿਆ। ਯਾਰ ਸਰਗੀ ਦੀਆਂ ਇਹ ਗੱਲਾਂ ਮੇਰੇ ਨਾਲ ਨਾ ਕਰਿਆ ਕਰ, ਮੈਨੂੰ ਨਹੀਂ ਚੰਗਾ ਲੱਗਦਾ। ਕਵਿਤਾ ਨੂੰ ਵੀ ਇਹ ਬੋਲ ਸੁਣ ਕੇ ਪਤਾ ਲੱਗਾ ਸੀ ਕਿ ਹਰ ਪਿਓ ਧੀ ਨਾਲ ਜੁੜੀਆਂ ਉਹਨਾਂ ਗੱਲਾਂ ਨੂੰ ਇਸੇ ਤਰ੍ਹਾਂ ਲੈਂਦਾ ਹੈ। ਕਾਲਜ 'ਚ ਪੜ੍ਹਾਉਂਦੇ ਗਾਂ ਵਧੂ ਵਿਦਵਾਨ ਖੁਸ਼ਵੰਤ ਵਿੱਚ ਵੀ ਉਸੇ ਤਰ੍ਹਾਂ ਦਾ ਪਿਓ ਬੈਠਾ ਹੈ ਜਿਸ ਤਰ੍ਹਾਂ ਦਾ ਚੀਕਣੀ ਮਿੱਟੀ ਵਾਲੇ ਪਿੰਡ ਕੱਪੜੇ ਸਿਉਣ ਵਾਲੀ ਮਸ਼ੀਨ ਚਲਾ ਰਿਹਾ। ਇਸੇ ਲਈ ਉਹਨੇ ਗੁਰਨੂਰ ਵਾਲੀ ਗੱਲ ਖੁਸ਼ਵੰਤ ਨੂੰ ਨਹੀਂ ਸਰਗੀ ਦੇ ਪਿਓ ਨੂੰ ਦੱਸਣ ਤੋਂ ਗੁਰੇਜ਼ ਕੀਤਾ ਸੀ। ਕਵਿਤਾ ਨੂੰ ਸਮਝ ਆ ਗਈ ਸੀ ਕਿ ਇਹ ਗੱਲ ਵੀ ਉਹਨੂੰ ਚੰਗੀ ਨਹੀਂ ਲੱਗਣੀ। ਸਰਗੀ ਦੀ ਕਲਾਸ ਟੀਚਰ ਨੇ ਜਦੋਂ ਉਹਨੂੰ ਇਸ਼ਾਰੇ ਜਿਹੇ ਨਾਲ ਦੱਸਿਆ ਤਾਂ ਉਹ ਫਿਕਰਮੰਦ ਹੋ ਗਈ ਸੀ। ਅਜੇ ਸਰਗੀ ਦੀ ਉਮਰ ਨਹੀਂ ਸੀ ਇਹਨਾਂ ਚੱਕਰਾਂ 'ਚ ਪੈਣ ਦੀ। ਅਜੇ ਉਹਨੇ ਜ਼ਿੰਦਗੀ 'ਚ ਬਹੁਤ ਕੁਝ ਕਰਨਾ ਸੀ ਜਿਵੇਂ ਉਹ ਤੇ ਖੁਸ਼ਵੰਤ ਆਪਣੀ ਇੱਕੋ ਇੱਕ ਬੇਟੀ ਬਾਰੇ ਸੋਚਦੇ ਸੀ। ਉਂਝ ਵੀ ਉਹਨੂੰ ਪਤਾ ਸੀ ਕਿ ਉਹਦੇ ਸਕੂਲ ਇਸ ਤਰ੍ਹਾਂ ਦੇ ਕੇਸਾਂ ਨਾਲ ਕੀ ਕੀਤਾ ਜਾਂਦਾ ਹੈ। ਉਹਨਾਂ ਦੀ ਪ੍ਰਿੰਸੀਪਲ ਗਾਇਤਰੀ ਮਲਹੋਤਰਾ ਨੂੰ ਬੱਚੇ ਐਵੇਂ ਨਹੀਂ ਚਿੱਟੀ ਚੁੜੇਲ ਆਖਦੇ। ਲੰਮੀ ਝੰਮੀ ਗੋਰੇ ਚਿੱਟੇ ਰੰਗ ਦੀ ਰੂਪਦਾਰ ਜਨਾਨੀ ਆਪਣੀ ਜਵਾਨੀ 'ਚ ਜ਼ਰੂਰ ਕਈਆਂ ਦੇ ਦਿਲ ਦੀ ਰਾਣੀ ਹੋਏਗੀ। ਹੁਣ ਉਹ ਆਪਣੀ ਪਰਜਾ ਆਪਣੇ ਸਕੂਲ ਦੇ ਵਿਦਿਆਰਥੀਆਂ ਲਈ ਜ਼ਾਲਮ ਚੁੜੇਲ ਹੈ, ਉਸੇ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਇੱਕ ਮਸ਼ਹੂਰ ਅੰਗਰੇਜ਼ੀ ਫਿਲਮ 'ਚ ਸੀ। ਇਸੇ ਲਈ ਉਸ ਫਿਲਮੀ ਚੁੜੇਲ ਦਾ ਨਾਂ ਉੱਤੇ ਹੀ ਉਹਨਾਂ ਉਹਦਾ ਇਹ ਨਾਂ ਰੱਖ ਲਿਆ ਸੀ। ਉਹਦੇ ਸਨਕੀਪੁਣੇ ਤੋਂ ਖਿਜੀਆਂ ਮੈਡਮਾਂ ਵੀ ਪਿੱਠ ਪਿੱਛੇ ਉਹਨੂੰ ਇਹੀ ਕਹਿ ਕੇ ਬੁਲਾਉਣ ਲੱਗ ਪਈਆਂ, ਚਿੱਟੀ ਚੁੜੇਲ। ਪ੍ਰਿੰਸੀਪਲ ਗਾਇਤਰੀ ਮਲਹੋਤਰਾ ਦੀ ਸਾਰੀਆਂ ਟੀਚਰਾਂ ਨੂੰ ਸਖਤ ਹਦਾਇਤ ਹੈ ਕਿ ਕਿਸੇ ਵੀ ਮੁੰਡੇ ਕੁੜੀ ਦਾ ਚੱਕਰ ਪਤਾ ਲੱਗਦੇ ਹੀ ਗੱਲ ਉਹਦੇ ਨੋਟਿਸ 'ਚ ਆਉਣੀ ਚਾਹੀਦੀ ਹੈ। ਇੰਜ ਹੀ ਹੁੰਦਾ ਹੈ ਉਹਨਾਂ ਦੇ ਸਕੂਲ ਵਿੱਚ ਜਿੱਥੇ ਸਰਗੀ ਵੀ ਪੜ੍ਹਦੀ ਸੀ। ਇਸ ਪਿੱਛੋਂ ਉਹਨਾਂ ਮੁਜਰਮਾਂ ਦੇ ਮਾਪਿਓ ਨੂੰ ਬੁਲਾਇਆ ਜਾਂਦਾ ਹੈ। ਉਹਨਾਂ ਸਾਹਮਣੇ ਦੋਹਾਂ ਨੂੰ ਜ਼ਲੀਲ ਕਰਨ ਦਾ ਕੰਮ ਸ਼ੁਰੂ ਹੁੰਦਾ ਹੈ। ਉਹਨਾਂ ਦੇ ਪ੍ਰੇਮ ਪੱਤਰ ਸਰਵਜਨਿਕ ਰੂਪ 'ਚ ਪੜ੍ਹ ਕੇ ਸੁਣਾਏ ਜਾਂਦੇ ਹੈ। ਗੁਪਤ ਸੁਨੇਹਿਆਂ ਦੀ ਪ੍ਰਦਰਸ਼ਨੀ ਲਾਈ ਜਾਂਦੀ ਹੈ। ਉਹਨਾਂ ਨੂੰ ਇਹ ਜਲਾਲਤ ਉਦੋਂ ਤੱਕ ਸਹਿਣੀ ਪੈਂਦੀ ਹੈ ਜਦ ਤੱਕ ਉਹ ਅੱਗੇ ਤੋਂ ਇਹ ਜੁਰਮ ਨਾ ਕਰਨ ਦੀ ਸਹੁੰ ਨਾ ਖਾ ਲੈਣ ਤੇ ਉਹਨਾਂ ਦੇ ਮਾਂ-ਪਿਓ ਉਹਨਾਂ ਦੀ ਨੇਕ ਚੱਲਣੀ ਦੀ ਜ਼ਿੰਮੇਵਾਰੀ ਆਪਣੇ ਸਿਰ ਨਾਲ ਲੈ ਲੈਣ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਹਨਾਂ ਦੀ ਸਕੂਲ ਤੋਂ ਪੱਕੀ ਜਲਾਵਤਨੀ ਤੈਅ ਹੁੰਦੀ ਹੈ। ਕਵਿਤਾ ਨਹੀਂ ਸੀ ਚਾਹੁੰਦੀ ਕਿ ਉਹਨਾਂ ਨੂੰ ਵੀ ਇਸ ਤਰ੍ਹਾਂ ਇਸ ਸਾਰੇ ਤਸ਼ੱਦਦ ਵਿੱਚੋਂ ਲੰਘਣਾ ਪਵੇ। ਉਹਨੂੰ ਇਹ ਵੀ ਨਹੀਂ ਸੀ ਪਤਾ ਕਿ ਖੁਸ਼ਵੰਤ ਨੇ ਇਸ ਪ੍ਰਤੀ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦੇਣੀ ਸੀ। ਉਹਨੇ ਅਜਿਹੇ ਬਾਪ ਦੇਖੇ ਹੋਏ ਸੀ ਜੋ ਪ੍ਰਿੰਸੀਪਲ ਦੇ ਦਫ਼ਤਰ 'ਚ ਹੀ ਆਪਣੇ ਨਿਆਣੇ ਨੂੰ ਕੁੱਟਣ ਮਾਰਨ ਲੱਗ ਪੈਂਦੇ ਸੀ। ਖੁਸ਼ਵੰਤ ਸ਼ਾਇਦ ਇਸ ਹੱਦ ਤੱਕ ਨਾ ਜਾਂਦਾ। ਉਹਦਾ ਇਹ ਵੀ ਕੀ ਪਤਾ ਸੀ ਕਿ ਉਹ ਚਿੱਟੀ ਚੁੜੇਲ ਪ੍ਰਿੰਸੀਪਲ ਗਾਇਤਰੀ ਮਲਹੋਤਰਾ ਨਾਲ ਹੀ ਲੜਨਾ ਸ਼ੁਰੂ ਕਰ ਦਿੰਦਾ। ਕਵਿਤਾ ਨੂੰ ਤਾਂ ਪਤਾ ਸੀ ਕਿ ਇਹ ਸਭ ਕੁਝ ਉਮਰ ਅਨੁਸਾਰ ਸੁਭਾਵਕ ਹੁੰਦਾ ਹੈ। ਚਿੱਟੀ ਚੁੜੇਲ ਐਵੇਂ ਹੀ ਇਸ ਤਰ੍ਹਾਂ ਦੀ ਹਰ ਗੱਲ ਨੂੰ ਸਕੈਂਡਲ ਬਣਾ ਲੈਂਦੀ ਹੈ। ਕਈ ਵਾਰ ਤਾਂ ਕਵਿਤਾ ਨੂੰ ਇੰਝ ਵੀ ਲੱਗਦਾ ਜਿਵੇਂ ਉਹ ਇਸ ਸਕੈਂਡਲ ਦਾ ਜਾਣਬੁੱਝ ਕੇ ਮਜ਼ਾ ਲੈਂਦੀ ਹੋਵੇ। ਸ਼ਾਇਦ ਉਹਦੇ ਨਾਲ ਬਚਪਨ ਜਾਂ ਜਵਾਨੀ 'ਚ ਕੁਝ ਐਸਾ ਵਾਪਰਿਆ ਸੀ ਜਿਹਨੇ ਉਹਦੇ ਅੰਦਰ ਗੰਢ ਪੈਦਾ ਕਰ ਦਿੱਤੀ ਸੀ ਤੇ ਉਹ ਗੰਢ ਹੀ ਉਹਨੇ ਸਹਿਜ ਨਹੀਂ ਸੀ ਹੋਣ ਦਿੰਦੀ। ਇਹ ਸਭ ਸੋਚ ਕੇ ਉਹਨੇ ਇਕੱਲੀ ਨੇ ਤਰੀਕੇ ਨਾਲ ਸਰਗੀ ਨੂੰ ਸਮਝਾਇਆ ਸੀ। ਉਹਨੂੰ ਪਿਆਰ ਤੇ ਕ੍ਰਸ਼, ਇਸ ਸਮੇਂ 'ਚ ਪਿਆਰ, ਮੁਹੱਬਤ, ਇਸ਼ਕ, ਮੁਸ਼ਕ ਆਦਿ ਦੀ ਥਾਂ ਕ੍ਰਸ਼, ਲਵ, ਇਨਫੈਚੁਏਸ਼ਨ ਜਿਹੇ ਸ਼ਬਦ ਆ ਗਏ ਵਿੱਚ ਫਰਕ ਦੱਸਿਆ ਸੀ। ਕੁਝ ਉਦਾਹਰਨਾਂ ਦਿੱਤੀਆਂ ਸੀ। ਉਹਦੀਆਂ ਕਿਹੜੀਆਂ ਸਹੇਲੀਆਂ ਨੇ ਉਮਰੋਂ ਪਹਿਲਾਂ ਇਸ਼ਕ ਦੇ ਚੱਕਰ 'ਚ ਆਪਣੀ ਜ਼ਿੰਦਗੀ ਖਰਾਬ ਕੀਤੀ ਸੀ। ਉਹਦਾ ਆਉਣ ਵਾਲੀ ਜ਼ਿੰਦਗੀ ਬਾਰੇ ਦੱਸਿਆ ਸੀ ਜਿਸ ਵਿੱਚ ਅਜੇ ਬਹੁਤ ਸੰਭਾਵਨਾਵਾਂ ਖੁੱਲ੍ਹਣ ਵਾਲੀਆਂ ਸੀ ਤੇ ਸਰਗੀ ਸਮਝ ਗਈ ਸੀ। ਕੁਦਰਤੀ ਉਹ ਸਕੂਲੋਂ ਨਿਕਲ ਕੇ ਕਾਲਜ ਚਲੀ ਗਈ ਤੇ ਨਵੇਂ ਦੋਸਤਾਂ 'ਚ ਰੁੱਝ ਗਈ। ਉਹਦਾ ਕ੍ਰਸ਼ ਗੁਰਨੂਰ ਦੂਜੇ ਮੁਲਕ ਦੀ ਧਰਤੀ ਉੱਤੇ ਪੜ੍ਹਨ ਜਾ ਵਸਣ ਲਈ ਜਹਾਜ਼ੇ ਚੜ੍ਹ ਗਿਆ ਤੇ ਸਰਗੀ ਦਾ ਕ੍ਰਸ਼ ਆਪਣੇ ਆਪ ਕ੍ਰਸ਼ ਹੋ ਗਿਆ। हम भटक कर जनूं की राहों में अकल से इंतकाम लेते हैं। जगजीत सिंह एक और गजल गाउण लग पिया सी। अंग दूसरा। जगदीश दी 2 मंजिला कोठी दे जगमग करदे मेहमान खाने अंदर 3 जने बैठे सी। उन्हां दा चित्रकार दोस्त सुखवंत भी खुशवंत तो पहला इत्थे आया बैठा सी। सुखवंत बारे उन्हां लतीफा मशहूर किया होया कि आलू ते इस धरती दे लोकां वांग ओह भी तुहानूं कदे भी किते भी मिल सकदा है।
ਪਰ ਹੈ ਉਹ ਇਸ ਧਰਤੀ ਤੇ ਤੋਂ ਤੇਜ਼ੀ ਨਾਲ ਲੁਪਤ ਹੋ ਰਹੀਆਂ ਪ੍ਰਜਾਤੀਆਂ ਵਿੱਚੋਂ। ਇਸ ਤਰ੍ਹਾਂ ਦੇ ਦਰਵੇਸ਼ਾਂ ਵਰਗੇ ਬੰਦੇ ਹੁਣ ਧਰਤੀ ਤੇ ਜੰਮਣੇ ਬੰਦ ਹੋ ਗਏ ਆ। ਕਦੋਂ ਕੁ ਤੋਂ? ਇੱਕ ਵਾਰ ਉਹਨਾਂ ਆਪਣੇ ਅੰਦਾਜ਼ੇ ਲਾਏ ਸੀ। ਜਿਸ ਦਿਨ ਪੱਗ ਵਾਲੇ ਵਿੱਤ ਮੰਤਰੀ ਨੇ ਮੁਲਕ ਲਈ ਪਹਿਲਾ ਲੇਖਾ ਜੋਖਾ ਪੇਸ਼ ਕੀਤਾ ਸੀ, ਉਸ ਦਿਨ ਉਹਦੇ ਸੁਣਾਏ ਉਰਦੂ ਦੇ ਸ਼ੇਰਾਂ ਦੀ ਵੀ ਲੋਕਾਂ ਨੇ ਬਹੁਤ ਵਾਹ-ਵਾਹ ਕੀਤੀ ਸੀ। ਜਿਸ ਦਿਨ ਦੂਰ ਮੁਲਕ ਵਿੱਚ ਲੋਕਾਂ ਉਹ ਸਰਕਾਰ ਉਲਟਾ ਦਿੱਤੀ ਸੀ ਜਿਸ ਬਾਰੇ ਕਹਿੰਦੇ ਕਿ ਸਾਰਿਆਂ ਨੂੰ ਰਜਵੀਂ ਰੋਟੀ ਦਿੰਦੀ ਸੀ, ਹਾਲਾਂਕਿ ਉੱਥੇ ਕੋਈ ਕੁੱਤਾ ਭੌਂਕ ਨਹੀਂ ਸੀ ਸਕਦਾ। ਜਿਸ ਦਿਨ ਇਸ ਮੁਲਕ 'ਚ ਸੋਚੀ ਸਮਝੀ ਭੀੜ ਨੇ ਪੁਰਾਣੀ ਮਸੀਤ ਢਾਹ ਦਿੱਤੀ ਸੀ, ਉਹਨਾਂ ਉੱਥੇ ਮੰਦਰ ਬਣਾਉਣ ਲਈ ਪਿੰਡ ਤੋਂ ਇੱਟਾਂ ਇਕੱਠੀਆਂ ਕਰਕੇ ਰੱਖੀਆਂ ਹੋਈਆਂ ਸੀ। ਜਿਸ ਦਿਨ ਲੋਕਾਂ ਨੇ ਸ਼ਾਮ ਨੂੰ ਘਰ ਬੈਠੇ ਆਪਣੇ ਬੁੱਧੂ ਬਕਸਿਆਂ ਦੀ ਰੰਗਦਾਰ ਸਕਰੀਨ ਉੱਤੇ 2 ਉੱਚੇ ਟਾਵਰਾਂ 'ਚ ਜਹਾਜ਼ ਵੱਜਦੇ ਵੇਖੇ ਸੀ। ਇਹ ਗੱਲ ਕਿਸੇ ਹੋਰ ਬੈਠਕ ਦੀ ਸੀ। ਅੱਜ ਦੀ ਬੈਠਕ ਵਿੱਚ ਉਹਨਾਂ ਲਈ ਅਰੰਭਲਾ ਮਸਲਾ ਖੁਸ਼ਵੰਤ ਨੂੰ ਚੜੇ ਤਾਪ ਦਾ ਸੀ। ਪ੍ਰੋਫੈਸਰ ਸਾਹਿਬ, ਇਹ ਦੱਸੋ, ਇਹ ਅਣਹੋਣੀ ਵਾਪਰੀ ਕਿੱਦਾਂ? ਤੁਹਾਨੂੰ ਤਾਪ ਤੇ ਉਹ ਵੀ 4 ਯੁੱਗਾਂ ਲਈ? ਜਗਦੀਸ਼ ਆਪਣੇ ਹਲਕੇ ਫੁਲਕੇ ਅੰਦਾਜ਼ ਵਿੱਚ ਪੁੱਛ ਰਿਹਾ ਸੀ, ਪਰ ਖੁਸ਼ਵੰਤ ਅਜੇ ਤਾਪ ਦੀ ਗੰਭੀਰ ਸੁਰ ਤੋਂ ਮੁਕਤ ਨਹੀਂ ਸੀ ਹੋ ਰਿਹਾ, ਇਸ ਲਈ ਚੁੱਪ ਸੀ। ਮੈਨੂੰ ਪਤਾ ਤੁਹਾਡੇ ਤਾਪ ਨੂੰ ਚੰਗੀ ਤਰ੍ਹਾਂ ਅੰਦਰੋਂ ਕਿੱਦਾਂ ਕੱਢਣਾ, ਮੈਂ ਕਰਦਾ ਇੰਤਜ਼ਾਮ, ਕਹਿ ਜਗਦੀਸ਼ ਰਸੋਈ ਵੱਲ ਚਲਾ ਗਿਆ। ਕੁਝ ਮਿੰਟਾਂ 'ਚ ਮੇਜ਼ ਵੀ ਉਹਨਾਂ ਦੀ ਮਹਿਫਿਲ ਵਾਂਗ ਸਜ ਗਿਆ। ਗਲਾਸਾਂ ਵਿਚਲੇ ਸੁਨਹਿਰੀ ਪਾਣੀ ਨੇ ਉਹਨਾਂ ਦੀ ਅੱਖਾਂ 'ਚ ਵੀ ਲਿਸ਼ਕ ਪੈਦਾ ਕਰ ਦਿੱਤੀ ਸੀ। ਸੁਖਵੰਤ ਇੱਕੋ ਪੈਗ ਨਾਲ ਆਪਣੀ ਲੀਹ ਤੇ ਆ ਗਿਆ। ਹਜ਼ੂਰ, ਆਪਣੇ ਪੂਰਵਜਾਂ ਨੇ ਦੱਸਿਆ ਵੀ ਸਾਡਾ ਮਨ ਭੋਜਨ ਤੋਂ ਬਣਦਾ ਹੈ, ਸਾਹ ਪਾਣੀ ਤੋਂ ਬਣਦਾ ਹੈ ਤੇ ਆਵਾਜ਼ ਤਾਪ ਤੋਂ। ਇਹਨਾਂ ਵਿੱਚੋਂ ਵੀ ਅੱਗੇ ਖਾਦੇ ਭੋਜਨ ਦੇ ਸਭ ਤੋਂ ਚੰਗੇ ਤੱਤ ਤੋਂ ਮਨ ਬਣਦਾ ਹੈ, ਪੀਤੇ ਪਾਣੀ ਦੇ ਸਭ ਤੋਂ ਚੰਗੇ ਤੱਤ ਤੋਂ ਸਾਹ ਬਣਦੇ ਹੈ, ਖਾਦੇ ਤਾਪ ਦੇ ਸਭ ਤੋਂ ਚੰਗੇ ਤੱਤ ਤੋਂ ਆਵਾਜ਼ ਬਣਦੀ ਹੈ। ਇਹਦਾ ਮਤਲਬ ਅਸੀਂ ਕੀ ਹਾਂ? ਉਹੀ ਜੋ ਅਸੀਂ ਖਾ ਪੀ ਲੈਂਦੇ ਹਾਂ, ਹੋਰ ਕੁਝ ਨਹੀਂ। ਖੁਸ਼ਵੰਤ ਦੀ ਸੋਚ ਸੁਖਵੰਤ ਦੇ ਜਾਣੇ ਪਛਾਣੇ ਪ੍ਰਵਚਨ 'ਚ ਖਾਣ ਪੀਣ ਦੇ ਜ਼ਿਕਰ ਉੱਤੇ ਅਟਕ ਗਈ। ਉਹ ਸਾਹਮਣੇ ਮੇਜ਼ ਉੱਤੇ ਨਿੱਕੀਆਂ ਕੱਚ ਦੀਆਂ ਗੋਲ ਕੌਲੀਆਂ ਵਿੱਚ ਪਈ ਭੁੱਜੇ ਕਾਜੂ, ਬਦਾਮ ਤੇ ਮੂੰਗਫਲੀ ਦੀਆਂ ਗਿਰੀਆਂ ਨੂੰ ਦੇਖਣ ਲੱਗਾ। ਹਲਦੀਰਾਮ ਕੰਪਨੀ ਦਾ ਨਮਕੀਨ ਚੌਰਸ ਕੌਲੀ 'ਚ ਸੀ। ਵਧੀਆ ਸ਼ਰਾਬ ਮਹਿੰਗੇ ਗਲਾਸਾਂ 'ਚ ਡਲਕਾਂ ਮਾਰ ਰਹੀ ਸੀ। ਕਿ ਉਹ ਇਹਨਾਂ ਚੀਜ਼ਾਂ ਤੋਂ ਹੀ ਬਣੇ ਹੋਏ ਹਨ? ਜਦੋਂ ਬਣ ਰਹੇ ਸਨ ਉਦੋਂ ਤੋਂ ਇਹ ਚੀਜ਼ਾਂ ਕਿਤੇ ਨਹੀਂ ਸੀ ਹੁੰਦੀਆਂ। ਖੁਸ਼ਵੰਤ ਨੇ ਇੱਕ ਵਾਰ ਫੇਰ ਮੁਰੱਬੇ ਦੀ ਉਹ ਫਾੜੀ ਯਾਦ ਆ ਗਈ ਜੋ ਉਹਨੂੰ ਬਚਪਨ 'ਚ ਖਾਣ ਲਈ ਮਿਲੀ ਸੀ। ਉਹਦਾ ਸਵਾਦ ਉਹਨੂੰ ਹੁਣ ਵੀ ਯਾਦ ਸੀ। ਸਰ, is it okay to be selfish? ਰਜਨੀਸ਼ ਵੱਲੋਂ ਇੱਕ ਵਾਰ ਜਮਾਤ 'ਚ ਪੁੱਛਿਆ ਸਵਾਲ ਉਹਦੇ ਜ਼ਿਹਨ 'ਚ ਉੱਭਰ ਆਇਆ। ਇਸ ਸਵਾਲ ਨੇ ਉਹਨੂੰ ਕਈ ਦਿਨ ਪਰੇਸ਼ਾਨ ਕਰੀ ਰੱਖਿਆ। ਕੀ ਸਵਾਰਥੀ ਹੋਣਾ ਠੀਕ ਹੀ ਹੁੰਦਾ ਹੈ? ਉਹਨੇ ਕਦੇ ਕਲਪਨਾ ਨਹੀਂ ਸੀ ਕੀਤੀ ਕਿ ਕਿਸੇ ਵਿਦਿਆਰਥੀ ਵੱਲੋਂ ਅਜਿਹਾ ਸਵਾਲ ਵੀ ਕੀਤਾ ਜਾ ਸਕਦਾ ਹੈ। ਉਹਨੂੰ ਇਹ ਸਵਾਲ ਕਰਨ ਵਾਲੀ ਰਜਨੀਸ਼ ਸ਼ਹਿਰ ਦੇ ਵੱਡੇ ਆੜਤੀਏ ਦੀ ਧੀ ਹੈ। ਘਰ 'ਚ ਕਿਸੇ ਚੀਜ਼ ਦੀ ਥੋੜ ਨਹੀਂ, ਕਾਰ 'ਚ ਕਾਲਜ ਆਉਂਦੀ ਹੈ, ਪਰਿਵਾਰ ਨਾਲ ਸਾਲ 'ਚ 2 ਵਾਰ ਪਹਾੜਾਂ ਤੇ ਜਾ ਕਿਤੇ ਹੋਰ ਘੁੰਮਣ ਜਾਂਦੀ ਹੈ। ਪਿਛਲੇ ਸਾਲ ਇੱਕ ਰਿਸ਼ਤੇਦਾਰ ਦਾ ਵਿਆਹ ਦੇਖਣ ਦੇ ਬਹਾਨੇ ਕੈਨੇਡਾ ਵੀ ਘੁੰਮ ਆਈ ਹੈ। ਉਂਝ ਸੁਭਾਅ ਦੀ ਬਹੁਤ ਵਧੀਆ ਤੇ ਪੜ੍ਹਨ ਨੂੰ ਵੀ ਚੰਗੀ ਹੈ। ਕੁਝ ਵੀ ਮਨ 'ਚ ਆਵੇ ਬੇਝਿਜਕ ਪੁੱਛ ਲੈਂਦੀ ਹੈ। ਪ੍ਰਿੰਸੀਪਲ ਭਾਰਦਵਾਜ ਨੇ ਜਿਨ੍ਹਾਂ ਵਿਦਿਆਰਥੀਆਂ ਨਾਲ ਫਜ਼ੂਲ ਦਾ ਰੇੜਕਾ ਖੜਾ ਕੀਤਾ ਸੀ, ਉਹਨਾਂ ਵਿੱਚ ਇੱਕ ਰਜਨੀਸ਼ ਵੀ ਸੀ। ਉਹ ਰੇੜਕਾ ਛੇਤੀ ਖਤਮ ਵੀ ਇਸੇ ਲਈ ਹੋ ਗਿਆ ਕਿਉਂਕਿ ਰੇੜਕਾ ਜਿਨ੍ਹਾਂ ਨਾਲ ਸੀ ਉਹਨਾਂ ਵਿੱਚ ਰਜਨੀਸ਼ ਵੀ ਸੀ। ਕੀ ਸਵਾਰਥੀ ਹੋਣਾ ਠੀਕ ਹੀ ਹੁੰਦਾ ਹੈ? ਕੁਝ ਵਰ੍ਹੇ ਪਹਿਲਾਂ ਇਹ ਸਵਾਲ ਕਿਸੇ ਦੇ ਮਨ 'ਚ ਨਹੀਂ ਆ ਸਕਦਾ ਸੀ। ਖੁਸ਼ਵੰਤ ਨੇ ਵੀ ਬਚਪਨ 'ਚ ਉਹ ਕਹਾਣੀ ਪੜ੍ਹੀ ਸੀ ਜਿਸ 'ਚ ਰਿਛ ਇੱਕ ਮਿੱਤਰ ਨੂੰ ਕੰਨ 'ਚ ਦੱਸਦਾ ਹੈ ਕਿ ਸਵਾਰਥੀ ਮਿੱਤਰ ਨਾਲੋਂ ਮਿੱਤਰ ਨਾ ਹੋਣਾ ਹੀ ਚੰਗਾ ਹੁੰਦਾ ਹੈ। ਉਹਨੇ ਸਵਾਰਥੀ ਦਿਓ ਦੀ ਬਾਤ ਵੀ ਪੜ੍ਹੀ ਸੀ, ਫੁੱਲ ਵੀ ਜਿਹਦੇ ਬਾਗ ਵਿੱਚ ਖਿੜਨੋਂ ਇਨਕਾਰੀ ਹੋ ਗਏ ਸੀ। ਸਵਾਰਥੀ ਹੋਣਾ ਗਲਤ ਹੀ ਹੁੰਦਾ ਹੈ। ਇਹ ਉਹਨਾਂ ਲਈ ਸਵੈ ਸਿੱਧ ਕਥਨ ਸੀ। ਫਿਰ ਇਸ ਕਥਨ ਅੱਗੇ ਸਵਾਲੀਆ ਨਿਸ਼ਾਨ ਕਿਵੇਂ ਲੱਗ ਗਿਆ ਸੀ? ਖੁਸ਼ਵੰਤ ਸ਼ਾਇਦ ਕੁਝ ਸਮਝਦਾ ਹੀ ਸੀ। ਉਹਨੂੰ ਇਹ ਸਵਾਲ ਹੱਡ ਮਾਸ ਦੀ ਜਿਉਂਦੀ ਜਾਗਦੀ ਕੁੜੀ ਨੇ ਕੀਤਾ ਸੀ। ਅਸਲੀ ਜ਼ਿੰਦਗੀ ਵਿੱਚ ਇਹ ਉਹਦੀ ਕੋਰੀ ਕਲਪਨਾ ਨਹੀਂ ਸੀ। ਸਵਾਲ ਸੁਣ ਕੇ ਉਹ ਅਚਾਨਕ ਇੰਨਾ ਹੈਰਾਨ ਹੋ ਗਿਆ ਕਿ ਕੁਝ ਪਲਾਂ ਲਈ ਕੋਈ ਜਵਾਬ ਹੀ ਨਾ ਦੇ ਸਕਿਆ। ਸਿਰਫ ਰਜਨੀਸ਼ ਦੇ ਚਿਹਰੇ ਨੂੰ ਘੂਰਦਾ ਉਹਦੇ ਹਾਵ ਭਾਵ ਵੇਖਦਾ ਰਿਹਾ। ਕਿਤੇ ਉਹ ਮਜ਼ਾਕ ਤਾਂ ਨਹੀਂ ਸੀ ਕਰ ਰਹੀ, ਪਰ ਨਹੀਂ, ਉਹ ਤਾਂ ਪੂਰੀ ਗੰਭੀਰ ਜਾਪਦੀ ਸੀ, ਜਿਵੇਂ ਸਵਾਲ ਉਹਦੇ ਮਨ ਨਾਲ ਗਹਿਰਾ ਜੁੜਿਆ ਹੋਵੇ। ਸੁਖਵੰਤ ਕਹਿ ਰਿਹਾ ਸੀ ਕਿ ਮਨ ਭੋਜਨ ਤੋਂ ਬਣਦਾ, ਭੋਜਨ ਦੇ ਸਭ ਤੋਂ ਚੰਗੇ ਤੱਤ ਤੋਂ। ਰਜਨੀਸ਼ ਕਿਹੜਾ ਭੋਜਨ ਖਾਂਦੀ ਹੋਏਗੀ? ਜਿਸ ਦਿਨ ਦਰਿਆਈ ਘੋੜੇ ਵਰਗੇ ਪ੍ਰਿੰਸੀਪਲ ਭਾਰਦਵਾਜ ਨੇ ਉਹਨਾਂ ਨਾਲ ਕਾਲਜ ਦੀ ਕੰਟੀਨ 'ਚ ਰੇੜਕਾ ਖੜਾ ਕੀਤਾ ਸੀ, ਉਸ ਦਿਨ ਉਹ ਆਪਣੇ ਦੋਸਤਾਂ ਨਾਲ ਕੰਟੀਨ 'ਚ ਕੇਕ ਖਾ ਰਹੀ ਹੋਏਗੀ। ਉਂਝ ਹੁਣ ਸੋਚਣ ਤੋਂ ਉਹਨੂੰ ਲੱਗਦਾ ਹੈ ਕਿ ਰਜਨੀਸ਼ ਦਾ ਸਵਾਲ ਠੀਕ ਹੀ ਸੀ। ਲੋਕ ਰੋਜ਼ ਪੂਜਾ ਪਾਠ ਕਰਦਿਆਂ ਵੀ ਤਾਂ ਰੱਬ ਕੋਲੋਂ ਆਪਣਾ ਸਵਾਰਥ ਸਿੱਧ ਕਰਨ ਦੀ ਹੀ ਅਰਦਾਸ ਕਰਦੇ ਆ। ਘਰ ਧਾ ਕੇ 9 ਨਿਧਾਂ ਆ ਜਾਣ ਦੀ ਇੱਛਾ ਰੱਖਦੇ ਆ। 9 ਨਿਧੀਆਂ ਤੇ 8 ਸਿੱਧੀਆਂ ਇਹੀ ਮੰਗਦੇ ਆ ਆਪਣੇ ਪੁਰਖੇ ਦੇਵਤਿਆਂ ਤੋਂ। ਸੁਖਵੰਤ ਦੇ ਗਿਆਨ ਦੀ ਸੂਈ ਅੱਜ ਪੁਰਖਿਆਂ ਤੇ ਫਸ ਗਈ ਸੀ।
ਨਿਧੀਆਂ ਕੀ ਹਨ? ਮਹਾਪਦਮ, ਸ਼ੰਖ, ਕੱਚੂ ਕੁੰਮੇ ਦਾ ਖੋਲ, ਚਮੇਲੀ, ਨੀਲਮ, ਅੱਗ 'ਚ ਪੱਕੇ ਭਾਂਡੇ, ਬਸ ਇਦਾਂ ਦੀਆਂ ਚੀਜ਼ਾਂ। ਇਹੀ ਸੀ ਦੌਲਤ ਉਹਨਾਂ ਲਈ। ਹਾਂ, ਉਹ ਸਿੱਧ ਕੀ ਕਰਨਾ ਚਾਹੁੰਦੇ ਸੀ? ਅਣੂ ਜਿਹਾ ਛੋਟਾ ਬਣ ਜਾਣਾ, ਮਹਾਂ ਹੋ ਜਾਣਾ, ਲਘੂ ਹੋ ਜਾਣਾ, ਹਰ ਜਗ੍ਹਾ ਪਹੁੰਚ ਜਾਣਾ, ਹਰ ਇੱਛਾ ਪੂਰਨ ਕਰ ਲੈਣਾ, ਇੱਥੋਂ ਤੱਕ ਕਿ ਈਸ਼ਤਵ ਪ੍ਰਾਪਤ ਕਰਨਾ, ਸਭ ਨੂੰ ਗੁਲਾਮ ਕਰ ਲੈਣਾ। ਇਦਾਂ ਦੀਆਂ ਸਨ ਉਹਨਾਂ ਦੇ ਵੀ ਮਨ ਦੀਆਂ ਖਵਾਇਸ਼ਾਂ। ਐਵੇਂ ਗੱਲ ਬਾਅਦ 'ਚ ਲਿਖਦਾ ਰਿਹਾ, ਹਜ਼ਾरों ਖਵਾਇਸ਼ੇ ਐਸੀ ਕਿ ਹਰ ਖਵਾਹਿਸ਼ ਪੇ ਦਮ ਨਿਕਲੇ। ਰਜਨੀਸ਼ ਹੋਰਾਂ ਵਾਲੇ ਰੇੜਕੇ ਨੂੰ ਸੁਲਝਾਉਣ ਲਈ ਖੁਸ਼ਵੰਤ ਨੂੰ ਵੀ ਜ਼ੋਰ ਲਾਉਣਾ ਪਿਆ ਸੀ। ਕੁਝ ਗੱਲਾਂ ਉੱਤੇ ਪ੍ਰਿੰਸੀਪਲ ਭਾਰਦਵਾਜ ਨਾਲ ਵੀ ਸਹਿਮਤ ਸੀ, ਹਾਲਾਂਕਿ ਉਹਨੂੰ ਦੇਖਦਿਆਂ ਦਰਿਆਈ ਘੋੜੇ ਦੀ ਯਾਦ ਆਉਂਦੀ ਸੀ। ਉਹਨਾਂ ਦਿਨਾਂ 'ਚ ਪ੍ਰੋਫੈਸਰ ਸਟਾਫ ਰੂਮ 'ਚ ਬੈਠੇ ਆਪਣੇ ਸ਼ੇਅਰਾਂ ਤੇ ਪਲਾਟਾਂ ਦੀਆਂ ਵਧੀਆਂ ਕੀਮਤਾਂ ਦੇ ਨਾਲ-ਨਾਲ ਕਾਲਜ 'ਚ ਵੱਧਦੀ ਅਨੁਸ਼ਾਸਨਹੀਨਤਾ ਬਾਰੇ ਵੀ ਚਰਚੇ ਕਰਨ ਲੱਗ ਪਏ ਸਨ। ਇਹਦਾ ਮਤਲਬ ਸਮੱਸਿਆ ਸੱਚਮੁੱਚ ਗੰਭੀਰ ਸੀ। ਸ਼ਹਿਰ 'ਚ ਉਹਨਾਂ ਦੇ ਕਾਲਜ ਦੀ ਰੈਪੂਟੇਸ਼ਨ ਹੀ ਅਨੁਸ਼ਾਸਨ ਕਾਰਨ ਸੀ। ਪਰ ਹੁਣ ਹੱਥ ਯੰਤਰਾਂ ਨੇ ਅਨੁਸ਼ਾਸਨ ਖਤਮ ਕਰ ਦਿੱਤਾ ਸੀ। ਮੁੰਡੇ ਕੁੜੀਆਂ ਪੜ੍ਹਦੇ ਘੱਟ ਸਨ, ਟੋਲੀਆਂ ਬਣਾ ਕੇ ਹੱਥ ਯੰਤਰਾਂ ਨੂੰ ਵੱਧ ਘੂਰਦੇ ਸਨ। ਪਤਾ ਨਹੀਂ ਹੱਥ ਯੰਤਰਾਂ 'ਚ ਕਿਹੜੀ ਦੁਨੀਆ ਸੀ ਜੋ ਉਹਨਾਂ ਨੂੰ ਹਰ ਵੇਲੇ ਆਪਣੇ ਵੱਲ ਖਿੱਚੀ ਰੱਖਦੀ ਸੀ। ਲੈਕਚਰ ਵੇਲੇ ਵੀ ਕਈ ਵਾਰ ਪ੍ਰੋਫੈਸਰ ਪੜ੍ਹਾ ਰਿਹਾ ਹੁੰਦਾ, ਪਰ ਉਹ ਚੋਰੀ-ਚੋਰੀ ਹੱਥ ਯੰਤਰ ਉੱਤੇ ਉਂਗਲਾਂ ਮਾਰ ਰਹੇ ਹੁੰਦੇ। ਖੁਸ਼ਵੰਤ ਨੂੰ ਇੰਨਾ ਅਹਿਸਾਸ ਸੀ ਕਿ ਉਹ ਚੋਰੀ-ਚੋਰੀ ਹੱਥ ਯੰਤਰ ਉੱਤੇ ਜੋ ਪੜ੍ਹਦੇ ਲਿਖਦੇ ਹੈ, ਉਹਦਾ ਉਹਨਾਂ ਦੀ ਪੜ੍ਹਾਈ ਨਾਲ ਕੋਈ ਸੰਬੰਧ ਨਹੀਂ ਹੁੰਦਾ, ਇਸੇ ਲਈ ਉਹ ਇੰਨੀ ਦਿਲਚਸਪੀ ਲੈਂਦੇ ਹੈ। ਪ੍ਰਿੰਸੀਪਲ ਨੇ ਸਾਰੇ ਪ੍ਰੋਫੈਸਰਾਂ ਨੂੰ ਆਪਣੇ ਦਫ਼ਤਰ 'ਚ ਬੁਲਾਇਆ ਤਾਂ ਕੁਝ ਸਮੇਂ ਲਈ ਸਭ ਨੂੰ ਸੂਟਾਂ, ਜੁੱਤੀਆਂ, ਪਲਾਟਾਂ ਦੇ ਤੇ ਸ਼ੇਅਰ ਬਾਜ਼ਾਰ ਦੇ ਅੱਜ ਦੇ ਰੇਟਾਂ ਬਾਰੇ ਗੰਭੀਰ ਵਿਚਾਰ ਚਰਚਾਵਾਂ ਅੱਧ ਵਿਚਕਾਰੇ ਰੁਕਣੀਆਂ ਪਈਆਂ। ਦਰਿਆਈ ਘੋੜੇ ਵਰਗੇ ਨੇ ਕਾਲਜ ਵਿੱਚ ਵਿਦਿਆਰਥੀਆਂ ਦੀ ਹੱਥ ਯੰਤਰਾਂ ਉੱਤੇ ਮੁਕੰਮਲ ਪਾਬੰਦੀ ਦਾ ਮਤਾ ਪੇਸ਼ ਕੀਤਾ ਤਾਂ ਸਭ ਸਹਿਮਤ ਹੋ ਗਏ। ਇਸ ਤੋਂ ਬਿਨਾਂ ਭਲੇ ਵੇਲਿਆਂ ਵਾਲਾ ਅਨੁਸ਼ਾਸਨ ਕਾਇਮ ਕਰਨਾ ਅਸੰਭਵ ਸੀ। ਇਸ ਫੈਸਲੇ ਨੂੰ ਲਾਗੂ ਕਰਵਾਉਣ ਲਈ ਸਾਰੇ ਪ੍ਰੋਫੈਸਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ। ਵਿਦਿਆਰਥੀਆਂ ਦੇ ਹੱਥਾਂ ਵਿੱਚ ਦਿਸਦੇ ਹੱਥ ਯੰਤਰਾਂ ਨੂੰ ਜ਼ਬਤ ਕਰਨ ਪਿੱਛੋਂ ਮੋਟਾ ਜੁਰਮਾਨਾ ਕਰਨਾ ਤੈਅ ਕਰ ਲਿਆ ਗਿਆ। ਫੈਸਲਾ ਲਾਗੂ ਵੀ ਹੋ ਗਿਆ। ਵਿਦਿਆਰਥੀਆਂ ਨੇ ਕੀ ਵਿਰੋਧ ਕਰਨਾ ਸੀ? ਇਹ ਫੈਸਲਾ ਉਹਨਾਂ ਦੀ ਪੜ੍ਹਾਈ ਨੂੰ ਮੁੱਖ ਰੱਖ ਕੇ ਕੀਤਾ ਗਿਆ ਸੀ। ਇਹ ਹੱਥ ਯੰਤਰ ਹੀ ਤਾਂ ਉਹਨਾਂ ਦੀ ਪੜ੍ਹਾਈ ਤੋਂ ਧਿਆਨ ਭਟਕਾਉਂਦੇ ਸੀ। ਪਰ ਅਸਲ ਪੰਗਾ ਕੋਈ ਹੋਰ ਹੀ ਪੈ ਗਿਆ। ਅਸਲ 'ਚ ਆਪਣੇ ਫੈਸਲੇ ਦੇ ਇੰਨੀ ਸਫਲਤਾ ਨਾਲ ਲਾਗੂ ਹੋ ਜਾਣ ਕਾਰਨ ਭਾਰਦਵਾਜ 'ਚ ਜੋਸ਼ ਆ ਗਿਆ। ਉਹਨੂੰ ਬਹੁਤ ਦੇਰ ਬਾਅਦ ਆਪਣੀ ਅਸਲ ਤਾਕਤ ਦਾ ਅਹਿਸਾਸ ਹੋਇਆ ਸੀ। ਇਸ ਲਈ ਉਹਨੇ ਆਪ ਹੀ ਕਾਲਜ ਵਿੱਚ ਰਾਉਂਡ ਮਾਰਨੇ ਸ਼ੁਰੂ ਕਰਤੇ। ਇੱਕ ਦਿਨ ਉਹ ਕਾਲਜ ਦੀ ਕੰਟੀਨ ਚੈੱਕ ਕਰਨ ਗਿਆ। ਕੁਦਰਤੀ ਉਸ ਵੇਲੇ ਰਜਨੀਸ਼ ਆਪਣੇ ਦੋਸਤਾਂ ਨੂੰ ਜਨਮ ਦਿਨ ਦੀ ਪਾਰਟੀ ਦੇ ਰਹੀ ਸੀ ਤੇ ਉੱਥੇ ਪ੍ਰਿੰਸੀਪਲ ਨੇ ਜੋ ਦੇਖਿਆ ਉਸ ਨਾਲ ਉਹਦੇ ਹੋਸ਼ ਉੱਡ ਗਏ। ਪਾਰਟੀ 'ਚ ਇਕੱਠੇ ਮੁੰਡੇ ਕੁੜੀਆਂ ਇੱਕ ਦੂਜੇ ਨਾਲ ਹੱਥ ਮਿਲਾ ਰਹੇ ਸੀ। ਉਹਦੀ ਹਕੂਮਤ ਵਾਲੇ ਕਾਲਜ 'ਚ ਇੱਕ ਹੀ ਅਧਰਮ ਤੇ ਕੁਕਰਮ ਹੋ ਰਿਹਾ ਸੀ। ਉਹਨੇ ਅਜਿਹਾ ਦ੍ਰਿਸ਼ ਪਹਿਲਾਂ ਕਦੇ ਨਹੀਂ ਸੀ ਵੇਖਿਆ। ਇਹ ਤਾਂ ਆਪਣੇ ਸੱਭਿਆਚਾਰ ਤੇ ਚਰਿੱਤਰ ਦੀਆਂ ਧੱਜੀਆਂ ਉਡਾ ਦੇਣ ਵਾਲੀ ਗੱਲ ਸੀ। ਹੱਥ ਯੰਤਰ ਲਿਆਉਣ ਦੇ ਦੋਸ਼ ਵਾਲੇ ਕਿਸੇ ਵੀ ਨੋਟਿਸ ਤੋਂ ਪਹਿਲਾਂ ਹੱਥ ਮਿਲਾਉਣ ਦੇ ਦੋਸ਼ ਵਾਲੇ ਪੱਤਰ ਜਾਰੀ ਹੋ ਗਏ। ਕਿਉਂਕਿ ਪਾਰਟੀ ਰਜਨੀਸ਼ ਦੀ ਸੀ, ਇਸ ਲਈ ਮੁੱਖ ਦੋਸ਼ੀ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ। ਦੋਸ਼ੀਆਂ ਨੂੰ 2 ਦਿਨ ਦੇ ਅੰਦਰ ਅੰਦਰ ਆਪਣੇ ਮਾਪਿਆਂ ਨੂੰ ਕਾਲਜ ਲੈ ਕੇ ਆਉਣ ਲਈ ਕਹਿ ਦਿੱਤਾ ਗਿਆ। ਦਰਿਆਈ ਘੋੜੇ ਵਰਗੇ ਪ੍ਰਿੰਸੀਪਲ ਭਾਰਦਵਾਜ ਨੂੰ ਨਹੀਂ ਸੀ ਪਤਾ ਕਿ ਚਿੱਟੀ ਚੁੜੇਲ ਪ੍ਰਿੰਸੀਪਲ ਗਾਇਤਰੀ ਮਲਹੋਤਰਾ ਦੇ ਸਕੂਲ ਵਿੱਚ ਵੀ ਇੰਨ ਬਿੰਨ ਇਸੇ ਤਰ੍ਹਾਂ ਹੁੰਦਾ। ਫਿਰ ਵੀ ਉਹਨੇ ਇੰਨ ਬਿੰਨ ਉਹੀ ਕੀਤਾ ਸੀ। ਪਰ ਕਾਲਜ ਵਿੱਚ ਵਿਦਿਆਰਥੀਆਂ ਨੇ ਇੰਨ ਬਿੰਨ ਉਹ ਨਾ ਕੀਤਾ ਜੋ ਗਾਇਤਰੀ ਮਲਹੋਤਰਾ ਦੇ ਸਕੂਲ 'ਚ ਹੁੰਦਾ ਸੀ। ਅਗਲੇ ਦਿਨ ਸਾਰੇ ਵਿਦਿਆਰਥੀ ਕਲਾਸਾਂ ਤੋਂ ਬਾਹਰ ਆ ਗਏ। ਉਹਨਾਂ ਦਾ ਕੋਈ ਲੀਡਰ ਨਹੀਂ ਸੀ। ਇਹ ਤੋਂ ਪਹਿਲਾਂ ਉਹਨਾਂ ਕਦੇ ਹੜਤਾਲ ਨਹੀਂ ਸੀ ਕੀਤੀ। ਸ਼ਾਇਦ ਉਹਨਾਂ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਹੜਤਾਲ ਵੀ ਕੀਤੀ ਜਾ ਸਕਣ ਵਾਲੀ ਕੋਈ ਚੀਜ਼ ਹੁੰਦੀ ਹੈ। ਪਰ ਫਿਰ ਵੀ ਉਹ ਕਲਾਸਾਂ ਤੋਂ ਬਾਹਰ ਆ ਗਏ ਸਨ। ਹੱਥ ਮਿਲਾਉਣ ਦੇ ਜੁਰਮ 'ਚ ਨੋਟਿਸ ਮਿਲਣਾ ਉਹਨਾਂ ਨੂੰ ਕੁਝ ਜ਼ਿਆਦਾ ਹੀ ਵੱਡੀ ਬੇਇਨਸਾਫੀ ਜਾਪੀ ਹੋਏਗੀ। ਇਹ ਤਾਂ ਉਹਨਾਂ ਦਾ ਆਮ ਰੂਟੀਨ ਸੀ। ਉਹਨਾਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਕਿ ਉਹ ਮੁੰਡੇ ਨਾਲ ਹੱਥ ਮਿਲਾ ਰਿਹਾ ਜਾਂ ਕੁੜੀ ਨਾਲ। ਜੋ ਉਹਨਾਂ ਦੇ ਮਨਾਂ 'ਚ ਕਦੇ ਨਹੀਂ ਸੀ ਆਇਆ, ਉਹ ਕਾਲਜ ਵਾਲਿਆਂ ਦੀਆਂ ਨਜ਼ਰਾਂ 'ਚ ਕਿਵੇਂ ਆ ਗਿਆ ਸੀ। 3 ਦਿਨ ਕਾਲਜ 'ਚ ਜਮਾਤਾਂ ਨਾ ਲੱਗੀਆਂ। ਪ੍ਰਿੰਸੀਪਲ ਭਾਰਦਵਾਜ ਦੀ ਆਕੜ ਭੱਜਣ ਨੂੰ ਇੰਨੇ ਕੁ ਦਿਨ ਤਾਂ ਲੱਗਣੇ ਹੀ ਸੀ। ਰਜਨੀਸ਼ ਤੇ ਹੋਰ ਮੁੰਡੇ ਕੁੜੀਆਂ ਦੇ ਮਾਪੇ ਵੀ ਆਪਣੀ ਔਲਾਦ ਦੇ ਹੱਕ 'ਚ ਨਿੱਤਰ ਪਏ ਸਨ। ਅਖਬਾਰ 'ਚ ਖਬਰ ਲੱਗੀ ਤਾਂ ਪ੍ਰਿੰਸੀਪਲ ਨੂੰ ਖੁਸ਼ਵੰਤ ਤੇ ਜਗਦੀਸ਼ ਯਾਦ ਆਏ। ਉਹਨਾਂ ਦੋਵਾਂ ਨੇ ਹੀ ਆਪਣੇ ਤਜਰਬੇ ਤੇ ਕੁਝ ਰਸੂਖ ਨਾਲ ਮਾਮਲਾ ਰਫਾ ਦਫਾ ਕੀਤਾ। ਵਿਦਿਆਰਥੀ ਕਲਾਸਾਂ 'ਚ ਆ ਗਏ ਤੇ ਜਾਰੀ ਨੋਟਿਸਾਂ ਨੂੰ ਭੁਲਾ ਦਿੱਤਾ ਗਿਆ। ਇੱਥੋਂ ਤੱਕ ਕਿ ਹੱਥ ਯੰਤਰਾਂ ਉੱਤੇ ਪਾਬੰਦੀ ਨੂੰ ਵੀ ਸਾਰੇ ਭੁਲਾ ਗਏ। ਨਵੇਂ ਯੁੱਗ ਦੀ ਨਿਧੀ ਤਾਂ ਇਹ ਹੱਥ ਯੰਤਰ ਹੀ ਬਣ ਗਏ। ਸੁਖਵੰਤ ਮੇਜ਼ ਉੱਤੇ ਪਏ ਜਗਦੀਸ਼ ਦੇ ਮਹਿੰਗੇ ਫੋਨ ਨੂੰ ਪਲੋਸਣ ਲੱਗ ਪਿਆ। ਨਿਧੀ ਨਹੀਂ ਪਿਆਰੇ, ਇਹ ਤਾਂ ਸਿੱਧੀ ਵੀ ਬਣ ਗਏ। ਇਹਦੇ ਰਾਹੀਂ ਤਾਂ ਸਾਨੂੰ ਸ਼ਕਤੀ ਮਿਲਣ ਲੱਗ ਪਈ। ਜੋ ਮਰਜ਼ੀ ਕਰੋ ਘਰ ਬੈਠਿਆਂ, ਬੈਂਕ ਜਾਓ ਘਰ ਬੈਠਿਆਂ, ਬਾਜ਼ਾਰ ਜਾਓ ਘਰ ਬੈਠਿਆਂ। ਜਗਦੀਸ਼ ਵੀ ਹੁਣ ਮਸਤੀ 'ਚ ਸੀ।
ਹਾਂ, ਦੋਸਤਾਂ ਸਹੇਲੀਆਂ ਨਾਲ ਗੱਲਾਂ ਕਰੋ ਘਰ ਬੈਠਿਆਂ ਖੁਸ਼ਵੰਤ ਨੇ ਜਗਦੀਸ਼ ਉੱਤੇ ਟਕੋਰ ਕੀਤੀ। ਉਹਨੂੰ ਪਤਾ ਸੀ ਅੱਜ ਕੱਲ੍ਹ ਜਗਦੀਸ਼ ਤੇ ਮੈਡਮ ਸੰਦੀਪ ਇੱਕ ਦੂਜੇ ਨਾਲ ਖੂਬ ਚੈਟਿੰਗ ਕਰ ਰਹੇ ਆ। ਵਿਦਿਆਰਥੀਆਂ ਦੀ ਗੱਲ ਹੀ ਛੱਡੋ, ਅੱਜ ਕੱਲ੍ਹ ਦਾ ਪ੍ਰੋਫੈਸਰ ਵੀ ਬਾਹਰ ਦੀ ਦੁਨੀਆ 'ਚ ਘੱਟ ਤੇ ਹਾਥੀ ਅੰਦਰ ਵਸੀ ਮਾਇਆਵੀ ਦੁਨੀਆ 'ਚ ਵੱਧ ਵਿਚਰਦੇ ਆ। ਉਹ ਕਾਲਜ 'ਚ ਤਾਂ ਇੱਕ ਦੂਜੇ ਦੇ ਕੁਲੀਗ ਹੈ ਨਹੀਂ, ਇਸ ਯੰਤਰ ਦੇ ਅੰਦਰਲੀ ਮਾਇਆਵੀ ਦੁਨੀਆ ਵਿੱਚ ਵੀ ਫਰੈਂਡ ਹਨ। ਕਾਲਜ ਵਿੱਚ ਉਹ ਇੱਕ ਦੂਜੇ ਨਾਲ ਰਸਮੀ ਦੁਆ ਸਲਾਮ ਕਰਦੇ ਆ, ਪਰ ਮਾਇਆਵੀ ਦੁਨੀਆ ਵਿੱਚ ਇੱਕ ਦੂਜੇ ਦੀ ਹਰ ਮੂਰਤ ਹਰ ਹਰਕਤ ਨੂੰ ਬੜੀ ਨੀਚ ਨਾਲ ਤੱਕਦੇ, ਇੱਕ ਦੂਜੇ ਬਾਰੇ ਅੰਦਾਜ਼ੇ ਲਾਉਣ ਦੀ ਕੋਸ਼ਿਸ਼ ਕਰਦੇ ਆ। ਉਹ ਹਰ ਵੇਲੇ ਵਾਚਦੇ ਰਹਿੰਦੇ ਆ ਕਿ ਕੌਣ ਕਿਸ ਦੀਆਂ ਪੋਸਟਾਂ ਉੱਤੇ ਵੱਧ ਹੁੰਗਾਰਾ ਭਰ ਰਿਹਾ ਤੇ ਕੌਣ ਉਹਨਾਂ ਨੂੰ ਨਜ਼ਰਅੰਦਾਜ਼ ਕਰ ਰਿਹਾ। ਇਸੇ ਮਾਇਆਵੀ ਦੁਨੀਆ ਵਿੱਚ ਉਹ ਇੱਕ ਦੂਜੇ ਤੋਂ ਅਦਲੇ ਦਾ ਬਦਲਾ ਵੀ ਲੈਂਦੇ ਆ। ਅਗਲੇ ਦਿਨ ਕਾਲਜ ਮਿਲਣ ਸਮੇਂ ਉਹਨਾਂ ਵੱਲੋਂ ਵਟਾਈ ਮੁਸਕਰਾਹਟ ਉੱਤੇ ਰਾਤ ਵਾਲੀ ਮਾਇਆਵੀ ਦੁਨੀਆ 'ਚ ਹੋਈ ਕੁਸ਼ਤੀ ਦਾ ਕੋਈ ਨਾਂ ਨਿਸ਼ਾਨ ਨਹੀਂ ਹੁੰਦਾ। ਜਦੋਂ ਕਦੇ ਇਸ ਦੁਨੀਆ 'ਚ ਪ੍ਰੋਫੈਸਰ ਮਾਇਆਵੀ ਦੁਨੀਆ ਬਾਰੇ ਗੱਲਬਾਤ ਕਰਦੇ ਤਾਂ ਖੁਸ਼ਵੰਤ ਨੂੰ ਲੱਗਦਾ ਜਿਵੇਂ ਉਹ ਕਿਸੇ ਦੌੜ ਪਿੱਛੇ ਪਛੜ ਰਿਹਾ ਹੋਵੇ। ਉਹਨੂੰ ਲੱਗਦਾ ਜਿਵੇਂ ਉਹ ਪਿੱਛਲ ਖੁਰੀ ਤੁਰਦਾ ਦਿਨੋਂ ਦਿਨ ਅਨਪੜ੍ਹ ਬਣਦਾ ਜਾ ਰਿਹਾ ਹੋਵੇ। ਇਸੇ ਲਈ ਉਹਨੇ ਵੀ ਇੱਕ ਦਿਨ ਜਗਦੀਸ਼ ਦੀ ਮਦਦ ਨਾਲ ਆਪਣਾ ਖਾਤਾ ਖੋਲ੍ਹਿਆ ਤੇ ਨਵੀਂ ਮਾਇਆਵੀ ਦੁਨੀਆ ਦੀ ਨਾਗਰਿਕਤਾ ਹਾਸਲ ਕਰ ਲਈ। ਉਦੋਂ ਉਹਨੂੰ ਨਹੀਂ ਸੀ ਪਤਾ ਕਿ ਇਸ ਨਵੀਂ ਨਾਗਰਿਕਤਾ ਨੇ ਉਹਦੀ ਕਿਹੜੀ ਮਿਹਨਤ ਨੂੰ ਮੁੜ ਤੋਂ ਸਿਫਰ ਤੇ ਲੈ ਆਉਣਾ ਸੀ। ਜ਼ਿੰਦਗੀ ਦੀ ਜਿਹੜੀ ਕਮਾਈ ਨਾਲ ਉਹਨੇ ਆਪਣਾ ਕੱਦ ਆਪਣੀ ਤੇ ਲੋਕਾਂ ਦੀ ਨਜ਼ਰ 'ਚ ਉੱਚਾ ਕੀਤਾ ਸੀ, ਉਹ ਕਮਾਈ ਵਿਅਰਥ ਹੋ ਜਾਣੀ ਸੀ। ਉਹਨੂੰ ਨਹੀਂ ਸੀ ਪਤਾ ਕਿ ਉਹਨੇ ਇੱਕ ਵਾਰ ਫਿਰ ਉਹੀ ਘਬਰੇਟ ਬਣ ਜਾਣਾ ਸੀ ਜਿਹਨੂੰ ਕੋਈ ਵੀ ਪ੍ਰੀਤੂ ਵਰਗਾ ਬੰਦਾ ਗਾਲਾਂ ਕੱਢ ਸਕਦਾ ਸੀ। ਤਾਪ ਚੜਨ ਤੋਂ 2 ਦਿਨ ਪਹਿਲਾਂ ਹੀ ਉਹਨੇ ਨਵਾਂ ਪ੍ਰਯੋਗ ਕੀਤਾ ਸੀ, ਨਹੀਂ ਤਾਂ ਹੁਣ ਤੱਕ ਉਹ ਵੀ ਮਾਇਆਵੀ ਦੁਨੀਆ ਉੱਤੇ ਹਲਕੀਆਂ ਫੁਲਕੀਆਂ ਗੱਲਾਂ ਕਰਕੇ ਹੀ ਖੁਸ਼ ਰਹਿੰਦਾ ਸੀ। ਉਹਨੇ ਆਪਣੇ ਨਵੇਂ ਲਿਖੇ ਜਾ ਰਹੇ ਲੇਖ ਦਾ ਕੁਝ ਤੱਤਸਾਰ ਮਾਇਆਵੀ ਦੁਨੀਆ 'ਚ ਨਸ਼ਰ ਕੀਤਾ। ਉਹ ਇਸ ਬਾਰੇ ਲੋਕਾਂ ਦੀ ਕੁਝ ਰਾਏ ਲੈਣਾ ਚਾਹੁੰਦਾ ਸੀ। ਸੰਖੇਪ ਸ਼ਬਦਾਂ 'ਚ ਤੱਤਸਾਰ ਸੀ, ਇਸ ਧਰਤੀ ਦੀ ਮਿੱਟੀ ਕੁਝ ਇਤਿਹਾਸਿਕ ਕਾਰਨਾਂ ਕਰਕੇ ਮੈਲੀ ਹੋਈ ਹੈ, ਇਸ ਲਈ ਇਤਿਹਾਸ ਵਿੱਚੋਂ ਹੀ ਇਹਨੂੰ ਮੁੜ ਉਜਲੀ ਬਣਾਉਣ ਦੇ ਰਾਹ ਲੱਭੇ ਜਾ ਸਕਦੇ ਹਨ। ਇਸ ਧਰਤੀ ਉੱਤੇ ਜਨਮਿਆ ਧਰਮ ਵਿਚਾਰਾਂ ਪੱਖੋਂ ਇਨਕਲਾਬੀ ਹੈ, ਪਰ ਲੋਕ ਅਮਲ 'ਚ ਕਦੇ ਇਨਕਲਾਬੀ ਨਹੀਂ ਬਣੇ। ਇਸ ਲਈ ਇਹ ਧਰਮ ਵੀ ਜਾਤ ਖਤਮ ਨਹੀਂ ਕਰ ਸਕਿਆ। ਜਾਤ ਦੇ ਆਧਾਰ ਉੱਤੇ ਉਸਰੇ ਕਿਸੇ ਹੋਰ ਧਰਮ ਤੋਂ ਤਾਂ ਕੋਈ ਆਸ ਹੀ ਨਹੀਂ ਕੀਤੀ ਜਾ ਸਕਦੀ। ਇਸ ਧਰਤੀ ਉਤਲੇ ਪਿੰਡਾਂ ਸ਼ਹਿਰਾਂ 'ਚ ਦਲਿਤ ਬੰਦੇ ਦਾ ਦਮਨ ਅੱਜ ਵੀ ਉਸੇ ਤਰ੍ਹਾਂ ਜਾਰੀ ਹੈ। ਦਲਿਤ ਬੰਦੇ ਦਾ ਦਮਨ ਅੱਜ ਵੀ ਉਸੇ ਤਰ੍ਹਾਂ ਜਾਰੀ ਹੈ। ਨਵੇਂ ਪ੍ਰਯੋਗ ਦਾ ਨਤੀਜਾ ਵੀ ਨਵਾਂ ਨਿਕਲਿਆ। ਕੁਝ ਮਿੱਤਰਾਂ ਨੇ ਇਹਨੂੰ ਪਸੰਦ ਕੀਤਾ, ਕੁਝ ਹੋਰ ਤਰ੍ਹਾਂ ਦੀਆਂ ਟਿੱਪਣੀਆਂ ਆਉਣੀਆਂ ਸ਼ੁਰੂ ਹੋ ਗਈਆਂ। ਲਿਸ਼ਕ ਦੀ ਤਲਵਾਰ ਤੇ ਕੁਝ ਹੋਰ ਖਾਤਿਆਂ ਨੇ ਇਹਦੀ ਪੋਸਟ ਸਾਂਝੀ ਕਰਤੀ। ਲਿਸ਼ਕ ਦੀ ਤਲਵਾਰ ਨੇ ਪੋਸਟ ਸਾਂਝੀ ਕਰਦਿਆਂ ਟਿੱਪਣੀ ਵੀ ਲਿਖੀ, ਲਓ ਪੜ੍ਹ ਲਓ, ਇਹ ਇੱਕ ਚਵਲ ਵਿਦਵਾਨ ਦੀਆਂ ਗੱਲਾਂ ਤੇ ਮਾਰੋ ਜੁੱਤੀਆਂ। ਸੱਚਮੁੱਚ ਉਹਦੇ ਬਾਰੇ ਧੜਾ ਧੜ ਟਿੱਪਣੀਆਂ ਹੋਣ ਲੱਗ ਪਈਆਂ। ਟਿੱਪਣੀਆਂ ਕਰਨ ਵਾਲੇ ਖਾਤਿਆਂ ਦੇ ਨਾਂ ਵੀ ਖੁਸ਼ਵੰਤ ਲਈ ਜਾਣੇ ਪਛਾਣੇ ਨਹੀਂ ਸੀ। ਸੈਂਕੜਿਆਂ 'ਚੋਂ ਸਿਰਫ ਕੁਝ ਨਾਂ ਤੇ ਮੁਕਾਬਲਤਨ ਸੱਭਿਅਕ ਟਿੱਪਣੀਆਂ। ਐਡਵੋਕੇਟ ਹੁੰਦਲ, ਲੱਗਦਾ ਤੂੰ ਮੰਜੀ ਠੁਕਵਾਏਂਗਾ ਕਿਸੇ ਤੋਂ। ਯੱਦਾ ਮੈਲੀ ਧਰਤੀ ਦਾ, ਓਏ ਸਾਡੇ ਧਰਮ ਉੱਤੇ ਸ਼ੱਕ ਕਰਦਾ, ਤੂੰ ਹੈ ਕਿਹੜਾ ਗਧੀ ਚੁੰਗ। ਢਿੱਲੋਂ ਸਾਹਿਬ, ਲਓ ਇੱਕ ਹੋਰ ਵਿਦਵਾਨ ਆ ਗਿਆ ਜੀ। ਇਸ ਤਰ੍ਹਾਂ ਦੇ ਬੜੇ ਵਿਦਵਾਨ ਦੇਖੇ ਅਸੀਂ। ਓਏ ਸ਼ਕਲ ਦੇਖੀ ਕਦੀ ਆਪਣੀ? ਮਣੀ ਮਾਮੂ ਵਾਲਿਆ, ਵਿਦਵਾਨ? ਇਹ ਤਾਂ ਸ਼ਕਲੋਂ ਹੀ ਚੋਰ ਲੱਗਦਾ। ਦੀਪਕ ਤਿਵਾੜੀ, ਤੂੰ ਕਿਆ ਮੁੱਲਾ ਹੈ ਮਤ, ਸ਼ੌਕ ਹਥਿਆਰਾਂ ਦਾ, ਪ੍ਰੋਫੈਸਰ ਆ ਕਿਸੇ ਖੋਤੀਖਾਨੇ ਦਾ। ਸੁਣਿਆ ਇਹਨੇ ਆਪਣੀ ਵਿਦਿਆਰਥਣ ਨਹੀਂ ਛੱਡੀ ਕੋਈ, ਹੁਣ ਪ੍ਰਚਾਰ ਕਰਦਾ ਸਾਡੇ ਵਿਰੁੱਧ। ਰਾਜ ਕਰੇਗਾ ਜੱਟ, ਪ੍ਰੋਫੈਸਰ ਗਾਂਡੂ, ਕਾਮਰੇਡਾਂ ਦਾ ਸਾਂਢੂ, ਵਲੈਤੀਆ ਪਿਛਲੇ ਜਨਮ 'ਚ ਗੂੰ ਖਾਣਾ ਕੁੱਤਾ ਸੀ। ਲਵ ਯੂ ਕੰਜਰਾ ਚਵਲੀਆਂ ਨਾ ਮਾਰੀ ਜਾ। ਜਿਉਂ ਟਿੱਪਣੀਆਂ ਆਉਂਦੀਆਂ ਗਈਆਂ, ਖੁਸ਼ਵੰਤ ਦੇ ਚਿਹਰੇ ਦਾ ਰੰਗ ਫੱਕ ਹੁੰਦਾ ਗਿਆ। ਹੁਣ ਬਹੁਤ ਵਰ੍ਹਿਆਂ ਤੋਂ ਉਹਨੂੰ ਇਸ ਤਰ੍ਹਾਂ ਦੀਆਂ ਗਾਲਾਂ ਸੁਣਨ ਦਾ ਅਭਿਆਸ ਨਹੀਂ ਸੀ। ਉਹਨੂੰ ਤਾਂ ਰੋਜ਼ ਮੁੰਡਿਆਂ ਤੋਂ ਗੋਡੀ ਹੱਥ ਲਵਾਉਣ ਦੀ ਆਦਤ ਪੈ ਗਈ ਸੀ। ਗੱਲ ਕੱਟਣੀ ਤਾਂ ਦੂਰ, ਜਮਾਤ ਵਿੱਚ ਵਿਦਿਆਰਥੀਆਂ ਲਈ ਇਹਦੇ ਮੂੰਹੋਂ ਹਰ ਗੱਲ ਬ੍ਰਹਮਵਾਕ ਹੁੰਦੀ ਹੈ, ਅੰਤਿਮ ਸੱਚ। ਪਰ ਮਾਇਆਵੀ ਦੁਨੀਆ ਲਈ ਉਹ ਕੰਜਰ ਗੂੰ ਖਾਣਾ ਕੁੱਤਾ ਸੀ। ਉਹਨੂੰ ਲੱਗਿਆ ਜਿਵੇਂ ਕੋਈ ਉਹਦੇ ਸ਼ਹਿਰ ਦੇ ਚੌਂਕ 'ਚ ਖੜਾ ਹੋ ਕੇ ਜੁੱਤੀਆਂ ਮਾਰ ਰਿਹਾ ਹੋਵੇ। ਜੁੱਤੀਆਂ ਨਹੀਂ ਸਗੋਂ ਛਿੱਤਰ। ਉਹਦੇ ਪੜ੍ਹੇ ਸਾਰੇ ਗ੍ਰੰਥ ਕਿਤਾਬਾਂ ਸੁਆਹ ਤੇ ਖੇਹ ਬਣ ਗਈਆਂ ਸਨ। ਉਹਦਾ ਦਿਲ ਡੁੱਬਣ ਲੱਗਾ। ਘਬਰਾ ਕੇ ਉਹਨੇ ਮਾਇਆਵੀ ਦੁਨੀਆ ਦੇ ਦਰਵਾਜ਼ੇ ਬੰਦ ਕਰ ਦਿੱਤੇ। ਅਗਲੇ 2 ਦਿਨ ਇਹਨਾਂ ਦਰਵਾਜ਼ਿਆਂ ਨੂੰ ਮੁੜ ਖੋਲ ਕੇ ਇਸ ਵਿੱਚ ਝਾਕਣ ਦੀ ਉਹਦੀ ਜੁਰਤ ਨਾ ਹੋਈ ਤੇ 2 ਦਿਨਾਂ ਬਾਅਦ ਉਹਨੂੰ ਤਾਪ ਚੜ ਗਿਆ। ਅੰਗ ਤੀਸਰਾ। ਸਰਗੀ ਘਰ ਪਹੁੰਚਣੀ ਵਾਲੀ ਸੀ, ਇਸ ਲਈ ਕਵਿਤਾ ਨੇ ਕੌਫੀ ਬਣਾਉਣ ਦੀ ਤਿਆਰੀ ਕਰ ਲਈ। ਅੱਜ ਕੱਲ੍ਹ ਦੇ ਨਿਆਣੇ ਚਾਹ ਪੀਣੀ ਪਸੰਦ ਨਹੀਂ ਕਰਦੇ, ਕੌਫੀ ਪੀਂਦੇ ਆ। ਉਹ ਤੇ ਖੁਸ਼ਵੰਤ ਚਾਹ ਦੇ ਅਮਲੀ ਹੈ। ਛੁੱਟੀ ਵਾਲੇ ਦਿਨ ਉਹ ਘਰ ਹੋਣ, ਹਰ 2-3 ਘੰਟਿਆਂ ਬਾਅਦ ਚਾਹ ਬਣਦੀ। ਹੁਣ
ਘਰ ਉਹ ਦੋਵੇਂ ਹੀ ਹੁੰਦੇ ਆ ਇਕੱਲੇ। ਵਿਆਹ ਦੇ ਇੰਨੇ ਵਰਿਆਂ ਬਾਅਦ ਹੁਣ ਉਹ ਦੋ ਜਣੇ ਹੁੰਦੇ ਆ ਵੀ ਇਕੱਲੇ ਹੀ ਹੁੰਦੇ ਆ। ਦੂਜੇ ਦੀ ਹੋਂਦ ਦੇ ਇੰਨੇ ਆਦੀ ਹੋ ਗਏ ਕਿ ਦੂਜੀ ਹੋਂਦ ਦੇ ਵੱਖਰੀ ਹੋਣ ਦਾ ਅਹਿਸਾਸ ਹੋਣਾ ਹੀ ਹਟ ਗਿਆ। ਅਜੇ ਤਾਂ ਸ਼ੁਕਰ ਹੈ ਸਰਗੀ 2-3 ਹਫ਼ਤਿਆਂ ਬਾਅਦ ਘਰ ਆ ਜਾਂਦੀ ਹੈ। ਦੋ ਦਿਨ ਉਹਨੂੰ ਤਾਜ਼ਗੀ ਦਾ ਅਹਿਸਾਸ ਹੁੰਦਾ ਰਹਿੰਦਾ, ਫਿਰ ਸਰਗੀ ਚਲੀ ਜਾਂਦੀ ਹੈ। ਉਹ 2-3 ਹਫ਼ਤੇ ਸਰਗੀ ਨੂੰ ਉਡੀਕਦਿਆਂ ਲੰਘਾਉਂਦੀ ਹੈ। ਜੇ ਸਰਗੀ ਵੀ ਆਪਣੇ ਸਾਰੇ ਜਮਾਤੀਆਂ ਵਾਂਗ ਵਿਦੇਸ਼ੀ ਧਰਤੀ ਵੱਲ ਉੱਡ ਜਾਂਦੀ ਫਿਰ ਉਹਦਾ ਕੀ ਹਾਲ ਹੋਣਾ ਸੀ। ਪਤਾ ਨਹੀਂ ਉਹਨਾਂ ਦੀ ਧਰਤੀ ਦੇ ਨੌਜਵਾਨਾਂ ਨੂੰ ਕੀ ਹੋ ਗਿਆ। 10ਵੀਂ 12ਵੀਂ 'ਚ ਜਹਾਜ਼ਾਂ 'ਚ ਬੈਠ ਦੂਰ ਦੀਆਂ ਧਰਤੀਆਂ ਤੇ ਜਾ ਵਸਣ ਦੀਆਂ ਜੁਗਤਾਂ ਲਾਉਣ ਲੱਗਦੇ ਆ। 12ਵੀਂ ਤੋਂ ਬਾਅਦ ਇੱਕ ਦਿਨ ਸਰਗੀ ਨੇ ਆਪ ਹੀ ਉਹਨੂੰ ਦੱਸਿਆ ਸੀ, ਮਮਾ ਮੇਰੀ ਜਮਾਤ ਦਾ ਇੱਕ ਵੀ ਨਿਆਣਾ ਇੱਥੇ ਨਹੀਂ ਰਿਹਾ, ਸਾਰੇ ਬਾਹਰ ਚਲੇ ਗਏ। ਤੈਨੂੰ ਵੀ ਤਾਂ ਅਸੀਂ ਪੁੱਛਿਆ ਹੀ ਸੀ, ਤੂੰ ਆਪ ਹੀ ਪੈਰ ਨਹੀਂ ਲਾਏ। ਕਵਿਤਾ ਨੂੰ ਜਾਪਿਆ ਸ਼ਾਇਦ ਸਰਗੀ ਹੁਣ ਪਛਤਾ ਰਹੀ ਹੈ। ਸੱਚੀ ਗੱਲ ਇਹੀ ਹੈ ਕਿ ਉਹਦੀ ਤੇ ਖੁਸ਼ਵੰਤ ਦੀ ਇੱਛਾ ਸੀ ਕਿ ਸਰਗੀ ਵੀ ਪੜ੍ਹਨ ਲਈ ਬਾਹਰ ਚਲੀ ਜਾਂਦੀ। ਉਹਨਾਂ ਦੇ ਆਲੇ ਦੁਆਲੇ ਦੇ ਸਭ ਬੱਚੇ ਬਾਹਰ ਹੀ ਹਨ। ਕੋਈ 12ਵੀਂ ਤੋਂ ਬਾਅਦ ਚਲਾ ਗਿਆ, ਕੋਈ 15ਵੀਂ ਤੋਂ ਬਾਅਦ। ਹੁਣ ਮਾਪੇ ਉਹਨਾਂ ਦੇ ਪਿੱਛੇ ਜਾਣ ਦੇ ਸੁਪਨੇ ਵੇਖ ਰਹੇ ਹੈ। ਇਸ ਧਰਤੀ ਤੇ ਹੁਣ ਬੱਚਿਆਂ ਦਾ ਬਾਹਰ ਨਾ ਜਾਣਾ ਵੀ ਹੋਰਨਾਂ ਨਾਲੋਂ ਪੱਛੜ ਜੇ ਜਾਣ ਦਾ ਅਹਿਸਾਸ ਹੀ ਕਰਵਾਉਂਦਾ ਹੈ। ਪਰ ਸਰਗੀ ਦੇ ਮਨ 'ਚ ਪਤਾ ਨਹੀਂ ਕੀ ਸੀ। ਉਹਦਾ ਇੱਕੋ ਜਵਾਬ ਸੀ, ਜ਼ਰੂਰੀ ਥੋੜ੍ਹੀ ਆ ਵੀ ਸਾਰਿਆਂ ਨੇ ਬਾਹਰ ਹੀ ਜਾਣਾ। ਫਿਰ ਗੱਲਾਂ 'ਚ ਉਹਨੇ ਦੱਸਿਆ, ਤੁਹਾਡਾ ਕੀ ਖਿਆਲ ਆ ਬਈ ਸਾਰੇ ਬਾਹਰ ਪੜ੍ਹਨ ਜਾ ਰਹੇ ਆ ਜਾਂ ਇਸ ਲਈ ਬਈ ਇੱਧਰ ਨੌਕਰੀ ਨਹੀਂ ਮਿਲਣੀ? ਕਈ ਤਾਂ ਉਹ ਮੁੰਡੇ ਜਾਣ ਡਏ ਆ ਜਿਨ੍ਹਾਂ ਨੂੰ ਨੌਕਰੀ ਦੀ ਲੋੜ ਹੀ ਨਹੀਂ। ਸਪਨਦੀਪ ਪਤਾ ਕਿਉਂ ਗਈ ਆ? ਕਵਿਤਾ ਨੂੰ ਕਿਵੇਂ ਪਤਾ ਹੋ ਸਕਦਾ ਸੀ? ਸਹੇਲੀ ਤਾਂ ਸਰਗੀ ਦੀ ਸੀ, ਉਹੀ ਦੱਸ ਸਕਦੀ ਸੀ। ਉਹ ਕਹਿੰਦੀ ਸੀ ਜੇ ਮੈਂ ਬਾਹਰ ਨਾ ਗਈ, ਇੱਥੇ ਹੀ ਰਹੀ ਤਾਂ ਘਰਦਿਆਂ ਮੇਰਾ ਵਿਆਹ ਕਰ ਦੇਣਾ, ਮੈਨੂੰ ਬਹੁਤਾ ਅੱਗੇ ਪੜ੍ਹਨ ਨਹੀਂ ਦੇਣਾ। ਮੇਰੇ ਘਰ ਤਾਂ ਬਾਹਰੋਂ ਰਿਸ਼ਤੇ ਵੀ ਆਉਣ ਲੱਗ ਪਏ। ਇੱਥੇ ਰਹਿ ਕੇ ਮੈਂ ਕਿੰਨੀ ਦੇਰ ਘਰਦਿਆਂ ਨੂੰ ਵਿਆਹ ਤੋਂ ਨਾ ਕਰੀ ਜਾਊਂ। ਉਹਨਾਂ ਚੰਗਾ ਬਾਹਰਲਾ ਰਿਸ਼ਤਾ ਦੇਖ ਕੇ ਮੈਨੂੰ ਫਾਹੇ ਟੰਗ ਹੀ ਦੇਣਾ, ਮੈਨੂੰ ਪਤਾ ਹੈ। ਕਵਿਤਾ ਸਪਨਦੀਪ ਨੂੰ ਜਾਣਦੀ ਸੀ। ਸਕੂਲ 'ਚ ਸਰਗੀ ਦੀ ਸਭ ਤੋਂ ਗੂੜੀ ਸਹੇਲੀ ਸੀ। ਗੋਰੀ ਚਿੱਟੀ ਉੱਚੀ ਲੰਬੀ, ਜਿਵੇਂ ਹੁਣ ਖੁੱਲੇ ਖਾਣ ਪੀਣ ਕਾਰਨ ਪਿੰਡਾਂ ਦੇ ਖਾਂਦੇ ਪੀਂਦੇ ਘਰਾਂ ਦੀਆਂ ਕੁੜੀਆਂ ਨਿਕਲ ਆਉਂਦੀਆਂ, ਇਸੇ ਲਈ ਉਹ ਰਿਸ਼ਤੇਦਾਰਾਂ ਦੀਆਂ ਨਜ਼ਰਾਂ 'ਚ ਵੀ ਆ ਗਈ ਹੋਏਗੀ ਤੇ ਉਹਦੇ ਮਾਂ-ਬਾਪ ਨੂੰ ਵੀ ਕਵਿਤਾ ਮਿਲੀ ਹੋਈ ਸੀ। ਸਕੂਲ ਕਈ ਵਾਰ ਉਹ PTM ਉੱਤੇ ਆਏ ਹੋਏ ਸਨ। ਮੈਡਮ ਜੀ, ਸਾਡੇ ਜ਼ਿਮੀਂਦਾਰਾਂ ਦੇ ਘਰਾਂ 'ਚ ਤਾਂ ਕੁੜੀ ਨੂੰ ਵਿਆਹੁਣ ਲਈ ਪੜ੍ਹਾਉਂਦੇ ਆ, ਤੁਹਾਨੂੰ ਤਾਂ ਪਤਾ ਹੀ ਆ। ਸੁੱਖ ਨਾਲ ਸਾਡੇ ਬਹੁਤੇ ਰਿਸ਼ਤੇਦਾਰ ਵੀ ਬਾਹਰ ਹੀ ਆ। ਸਪਨਦੀਪ ਦਾ ਚਾਚਾ, ਭੂਆ, ਮਾਮੇ ਸਾਰੇ ਕੁੜੀ ਹੋਣ ਕਰਕੇ ਉਹਦਾ ਤੇ ਵੀ ਬਹੁਤ ਕਰਦੇ ਆ। ਤੇ ਇੱਕ ਵਾਰ ਸਪਨ ਦੀ ਮਾਂ ਨੇ ਉਹਦੇ ਨਾਲ ਗੱਲ ਕੀਤੀ ਸੀ। ਧੀਆਂ ਦੇ ਸਹੇਲਪੁਣੇ ਕਾਰਨ ਉਹਨੂੰ ਕਵਿਤਾ ਨਿਰੀ ਟੀਚਰ ਨਹੀਂ ਸੀ ਲੱਗੀ। ਕਵਿਤਾ ਨੂੰ ਹੋਰ ਗੱਲਾਂ ਵੀ ਯਾਦ ਆ ਗਈਆਂ। ਉਦੋਂ ਕੋਈ ਖੁਸ਼ਵੰਤ ਦਾ ਪਿੰਡ ਵਾਲਾ ਪੁਰਾਣਾ ਦੋਸਤ ਸਤਪਾਲ ਆਪਣੀ ਘਰਵਾਲੀ ਨਾਲ ਉਹਨਾਂ ਨੂੰ ਮਿਲਣ ਆਇਆ ਸੀ। ਉਸੇ ਦੂਰ ਤੇ ਇੱਕ ਸ਼ਹਿਰ ਰਹਿੰਦੇ ਸਨ ਜਿੱਥੇ ਉਹ ਪੜ੍ਹਦਿਆਂ ਗਿਆ ਸੀ। ਸਤਪਾਲ ਪੱਤਰਕਾਰ ਬਣ ਗਿਆ ਸੀ। ਇਸ ਧੰਦੇ 'ਚ ਉਹਨੇ ਪੈਸੇ ਕਮਾਉਣ ਦੇ ਗੁਰ ਵੀ ਸਿੱਖ ਲਏ ਸਨ, ਇਸ ਲਈ ਪੈਸੇ ਪੱਖੋਂ ਵੀ ਉਹਦਾ ਹੱਥ ਹੁਣ ਸੌਖਾ ਹੈ। ਸਤਪਾਲ ਨੇ ਵੀ ਆਪਣੇ ਇੱਕ ਮੁੰਡੇ ਤੇ ਇੱਕ ਕੁੜੀ ਨੂੰ ਹੁਣੇ ਬਾਹਰ ਭੇਜਿਆ ਸੀ। ਰਸੋਈ 'ਚ ਚਾਹ ਬਣਾਉਂਦੀ ਕਵਿਤਾ ਕੋਲ ਆ ਕੇ ਸਤਪਾਲ ਦੀ ਘਰਵਾਲੀ ਨੇ ਵੀ ਗੱਲ ਸਾਂਝੀ ਕੀਤੀ ਸੀ। ਭੈਣ ਜੀ, ਮੁੰਡੇ ਨੇ ਤਾਂ ਬਾਹਰ ਜਾਣਾ ਹੀ ਸੀ, ਕੁੜੀ ਵੀ ਸਾਡੇ ਖਹਿੜੇ ਪੈ ਗਈ। ਕਹਿੰਦੀ ਮੈਂ ਇੱਥੇ ਰਹਿ ਹੀ ਨਹੀਂ ਸਕਦੀ, ਮੈਨੂੰ ਵੀ ਬਾਹਰ ਭੇਜੋ। ਕਹਿੰਦੀ ਜਿੱਦਾਂ ਦੇ ਸਾਡੇ ਰਿਸ਼ਤੇਦਾਰ ਆ, ਜਿੱਦਾਂ ਦਾ ਪਿਓ ਆ, ਹਰ ਗੱਲ ਤੇ ਟੋਕਣ ਵਾਲਾ, ਹਰ ਗੱਲ ਤੇ ਆਪਣੀ ਮਰਜ਼ੀ ਥੋਪਣ ਵਾਲਾ, ਮੈਂ ਤਾਂ ਨਹੀਂ ਇੱਥੇ ਜੀ ਸਕਦੀ। ਸ਼ਾਇਦ ਮਾਵਾਂ ਲਈ ਆਪਣੀਆਂ ਧੀਆਂ ਦੇ ਫਿਕਰਾਂ ਨੂੰ ਸਮਝਣਾ ਸੌਖਾ ਹੁੰਦਾ ਹੈ। ਪਿਓ ਤਾਂ ਧੀ ਬਾਰੇ ਪਤਾ ਨਹੀਂ ਕਿਹੜੇ ਸਦੀਵੀ ਖੌਫ 'ਚ ਜਿਉਂਦੇ ਹੈ। ਖੁਸ਼ਵੰਤ ਨੇ ਕਵਿਤਾ ਨੂੰ ਦੱਸਿਆ ਸੀ ਉਹਨਾਂ ਨਾਲ ਪੜ੍ਹਦਾ ਰਿਹਾ ਕਮਲਜੀਤ ਹੁਣ ਲੰਬੀ ਦਾੜੀ ਰੱਖ ਕੇ ਗਿਆਨੀ ਬਣ ਗਿਆ। ਦਾੜੀ ਕਾਲੀ ਕਰਨੀ ਵੀ ਛੱਡਤੀ ਹੈ। ਪਹਿਲੀ ਵਾਰ ਉਹਦੇ ਨਵੇਂ ਵੇਸ਼ ਨੂੰ ਵੇਖ ਕੇ ਖੁਸ਼ਵੰਤ ਹੱਸ ਪਿਆ ਸੀ। ਉਹ ਆ ਕੀ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਪੜ੍ਹਨ ਵੇਲਿਆਂ ਦੇ ਯਾਰ ਹੋਣ ਕਾਰਨ ਉਹਨਾਂ 'ਚ ਹਮੇਸ਼ਾ ਇਸੇ ਤਰ੍ਹਾਂ ਦੀ ਬੇਤਕਲਫੀ ਰਹੀ ਸੀ। ਕਮਲਜੀਤ ਦਾੜੀ ਤੇ ਹੱਥ ਫੇਰਦਾ ਬੋਲਿਆ ਸੀ, ਯਾਰ ਐਤਕੀ ਮੈਂ ਸਰਪੰਚੀ ਲਈ ਖੜਾ ਸੀ, ਤੈਨੂੰ ਪਤਾ ਹੀ ਆ ਬੀਬੀ ਦਾੜੀ ਵੇਖ ਕੇ ਵੋਟਾਂ ਪੈ ਜਾਂਦੀਆਂ। ਪਰ ਖੁਸ਼ਵੰਤ ਨੂੰ ਪਤਾ ਸੀ ਅਸਲ ਗੱਲ ਕੀ ਹੈ। ਉਹਨੇ ਕਵਿਤਾ ਨੂੰ ਦੱਸਿਆ ਕਿ ਆਪਣੀ ਜਵਾਨੀ 'ਚ ਕੁੜੀਆਂ ਦੇ ਸ਼ਿਕਾਰੀ ਰਹੇ ਕਮਲਜੀਤ ਨੇ ਆਪਣੀ ਦਾੜੀ ਬੀਬੀ ਇਹ ਦੇਖ ਕੇ ਬਣਾਈ ਹੈ ਕਿ ਹੁਣ ਉਹਦੀਆਂ ਆਪਣੀਆਂ 2 ਕੁੜੀਆਂ ਜਵਾਨ ਹੋ ਗਈਆਂ। ਕਵਿਤਾ ਸੁਣ ਕੇ ਹੈਰਾਨ ਰਹਿ ਗਈ। ਉਹਦੇ ਮਨ 'ਚ ਇਹ ਗੱਲ ਆ ਹੀ ਨਹੀਂ ਸੀ ਸਕਦੀ ਕਿ ਖੁਸ਼ਵੰਤ ਅੰਦਰ ਵੀ ਕੋਈ ਇਸ ਤਰ੍ਹਾਂ ਦਾ ਖੌਫ ਹੈ। ਕਵਿਤਾ ਨੂੰ ਪਤਾ ਨਹੀਂ, ਉਹਨੇ ਕਵਿਤਾ ਸਾਹਮਣੇ ਕਦੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ। ਉਂਝ ਕਿਸੇ ਦੇ ਅੰਦਰਲੇ ਮਨ ਬਾਰੇ ਕਿਸੇ ਦੂਜੇ ਨੂੰ ਪਤਾ ਵੀ ਕਿਵੇਂ ਹੋ ਸਕਦਾ ਹੈ। ਇੱਕ ਵਾਰ ਖੁਸ਼ਵੰਤ ਦੇ ਪਿੰਡ ਵਾਲੇ ਕਾਮਰੇਡ ਦਿਆਲੇ ਨੇ ਵੀ ਸਰਗੀ ਨੂੰ ਪੁੱਛਿਆ ਸੀ, ਬੇਟਾ ਜੀ ਤੁਸੀਂ ਬਾਹਰ ਜਾਣ ਬਾਰੇ ਕਿਉਂ ਨਹੀਂ ਸੋਚਿਆ? ਤੁਹਾਡੇ ਪਿਓ ਕੋਲ ਵੀ ਤਾਂ ਜਹਾਜ਼ ਦੀਆਂ ਟਿਕਟਾਂ ਜੋਗੇ ਪੈਸੇ ਹੈਗੇ ਹੀ ਆ। ਕੈਂਚੀ ਚੱਪਲਾਂ ਤੇ ਮੈਲੇ ਜੇ ਝੋਲੇ ਵਾਲਾ ਦਿਆਲਾ ਕਾਮਰੇਡ ਕਦੇ ਉਹਨਾਂ ਦੇ ਘਰ ਆ ਜਾਂਦਾ ਹੈ। ਉਹਨੇ ਕੋਈ ਪਾਰਟੀ ਫੰਡ ਲੈਣਾ ਹੁੰਦਾ ਜਾਂ ਕੋਈ ਸਲਾਹ ਮਸ਼ਵਰਾ ਕਰਨਾ ਹੁੰਦਾ ਹੈ। ਕਵਿਤਾ ਨੂੰ ਉਹਦਾ ਚਿਹਰਾ ਭਲਾ ਲੱਗਦਾ। ਬੀਤੇ ਵਰਿਆਂ ਦਾ ਕਿੰਨਾ ਕੁਝ ਉਹਦੇ ਪੱਕੇ ਰੰਗ ਦੇ ਚਿਹਰੇ ਉੱਤੇ ਝੁਰੜੀਆਂ ਬਣ ਕੇ ਉਕਰਿਆ ਹੋਇਆ। ਇਸੇ ਲਈ
ਉਹਨੂੰ ਕਦੇ ਚਾਹ ਤੋਂ ਬਿਨਾਂ ਨਹੀਂ ਜਾਣ ਦਿੰਦੀ। ਰੋਟੀ ਦਾ ਵੇਲਾ ਹੋਵੇ ਤਾਂ ਫੁਲਕੇ ਲਾ ਕੇ ਵੀ ਖਵਾ ਦਿੰਦੀ ਹੈ। ਦਿਆਲਾ ਆਪਣੀ ਉਮਰ ਨਾਲੋਂ ਵੱਧ ਬੁੱਢਾ ਲੱਗਣ ਲੱਗ ਪਿਆ, ਪਰ ਅਜੇ ਵੀ ਹਰ ਥਾਂ ਪੈਦਲ ਹੀ ਤੁਰਿਆ ਫਿਰਦਾ। ਕਵਿਤਾ ਨੇ ਉਹਨੂੰ ਕਦੇ ਰਿਕਸ਼ਾ ਉੱਤੇ ਜਾਂ ਆਟੋ ਵਿੱਚ ਆਉਂਦਿਆਂ ਨਹੀਂ ਦੇਖਿਆ। ਅੰਕਲ ਬਸ ਮੇਰੇ ਦਿਮਾਗ 'ਚ ਹੀ ਨਹੀਂ ਆਇਆ ਕਦੇ, ਨਾ ਮੈਨੂੰ ਕਦੇ ਮੰਮਾ ਪਾਪਾ ਨੇ ਜ਼ੋਰ ਪਾਇਆ ਵੀ ਤੂੰ ਬਾਹਰ ਜਾਣਾ। ਸਰਗੀ ਨੇ ਜਵਾਬ ਦਿੱਤਾ। ਫਿਰ ਤੇਰੇ ਨਾਲ ਦੇ ਕਿਉਂ ਗਏ ਆ? ਉਹ ਸਭ ਤਾਂ ਡਰਦੇ ਗਏ ਆ ਵੀ ਇੱਥੇ ਸਾਡੇ ਤੋਂ ਕੁਝ ਹੋਣਾ ਨਹੀਂ। ਕਿਉਂ ਤੂੰ ਨਹੀਂ ਡਰਦੀ? ਨਹੀਂ ਅੰਕਲ, ਮੈਨੂੰ ਪਤਾ ਮੈਂ ਆਪਣੀ ਮਨਮਰਜ਼ੀ ਦਾ ਕੁਛ ਨਾ ਕੁਛ ਤਾਂ ਕਰੂੰਗੀ। ਫਿਰ ਬਿਨਾਂ ਕਿਸੇ ਸਵਾਲ ਤੋਂ ਹੀ ਬੋਲਣ ਲੱਗੀ। ਮੈਨੂੰ ਤਾਂ ਉਹਨਾਂ ਦੀ ਇਹ ਗੱਲ ਹੀ ਚੰਗੀ ਨਹੀਂ ਸੀ ਲੱਗਦੀ ਵੀ ਇੱਥੇ ਤਾਂ ਕੁਝ ਹੁੰਦਾ ਹੀ ਨਹੀਂ, ਵੀ ਜੇ ਨਹੀਂ ਹੁੰਦਾ ਤਾਂ ਤੁਸੀਂ ਕੁਝ ਕਰਕੇ ਦਿਖਾ ਦਿਓ। ਇਹ ਕੀ ਗੱਲ ਹੋਈ? ਜਿਹੜੇ ਇੱਥੇ ਇੱਦਾਂ ਕਹਿੰਦੇ ਉਹਨਾਂ ਉੱਥੇ ਕੀ ਕਰ ਲੈਣਾ? ਮਜ਼ਦੂਰੀ ਕਰਨੀ ਹੈ। ਦਿਆਲਾ ਕਾਮਰੇਡ ਇੱਕ ਪਲ ਲਈ ਚੁੱਪ ਕਰ ਗਿਆ। ਫਿਰ ਉਹ ਜਿਵੇਂ ਤਿੰਨਾਂ ਜੀਆਂ ਨੂੰ ਹੀ ਦੱਸਣ ਲੱਗ ਪਿਆ। ਦੇਖੋ, ਜਦੋਂ ਸਾਡਾ ਇਨਕਲਾਬ ਦਾ ਸੁਪਨਾ ਟੁੱਟਿਆ, ਸਾਡੇ ਕਿੰਨੇ ਸਾਥੀ ਪੁਲਿਸ ਨੇ ਸ਼ਹੀਦ ਕਰਤੇ। ਸਾਡੇ ਚੋਂ ਜਿਨ੍ਹਾਂ ਕੋਲ ਕੁਝ ਬਣਦਾ ਸਰਦਾ ਸੀ ਉਹ ਸਾਰੇ ਜਹਾਜ਼ੀਂ ਚੜ੍ਹ ਕੇ ਪੂੰਜੀਵਾਦੀ ਮੁਲਕਾਂ 'ਚ ਜਾ ਉਤਰੇ। 72 ਸਾਥੀ ਇੱਥੇ ਰਹਿ ਗਏ ਮੇਰੇ ਵਰਗੇ। ਜਿਨ੍ਹਾਂ ਦਿਨਾਂ 'ਚ ਇੱਥੇ AK-47 ਦਾ ਜ਼ੋਰ ਚੱਲਿਆ, ਉਹਨਾਂ 'ਚੋਂ ਵੀ ਜ਼ਮੀਨਾਂ ਜਾਇਦਾਦਾਂ ਵਾਲਿਆਂ ਨੇ ਆਪਣੇ ਪੁੱਤ ਏਜੰਟਾਂ ਨੂੰ ਪੈਸੇ ਦੇ ਕੇ ਕੱਢਤੇ ਬਾਹਰ। ਉਹ ਅੱਜ ਵੀ ਜੀਂਦੇ ਆ ਤੇ ਸੰਘਰਸ਼ ਦੇ ਨਾਂ ਤੇ ਪਾਉਂਡ ਡਾਲਰ ਇਕੱਠੇ ਕਰੀ ਜਾਂਦੇ ਆ। ਉਦੋਂ ਵੀ ਰੰਗਰੇਟੇ ਰਹਿ ਗਏ ਇੱਥੇ ਪੁਲਿਸ ਮੁਕਾਬਲਿਆਂ 'ਚ ਮਰਨ ਲਈ। ਹੁਣ ਵੀ ਤਾਂ ਉਹੀ ਜਾਂਦੇ ਜਿਨ੍ਹਾਂ ਦੇ ਪਿਓਆਂ ਕੋਲ ਏਜੰਟਾਂ ਖਾਤਰ ਵੇਚਣ ਲਈ ਜ਼ਮੀਨਾਂ ਹੈਗੀਆਂ। ਪਿੱਛੇ ਰਹਿ ਜਾਣੇ ਵਿਹੜੇ ਵਾਲੇ। ਇਹਦਾ ਮਤਲਬ ਹੁਣੇ ਮਿੱਟੀ ਬਣੂ ਵਿਹੜੇ ਵਾਲਿਆਂ ਦੀ, ਤੇ ਇੱਥੇ ਵਾਲਿਆਂ ਨੇ ਉੱਥੇ ਜਾ ਕੇ ਬਣ ਜਾਣਾ ਵਿਹੜੇ ਵਾਲੇ। ਪਰ ਸਰਗੀ ਨੇ ਇਹਦੇ ਤੋਂ ਬਿਨਾਂ ਵੀ ਜੋ ਕਵਿਤਾ ਹੋਰਾਂ ਨੂੰ ਦੱਸਿਆ ਹੋਇਆ ਸੀ, ਉਸ ਤੋਂ ਕਵਿਤਾ ਨੂੰ ਦਿਆਲੇ ਦੀ ਗੱਲ ਤੇ ਵਿਸ਼ਵਾਸ ਨਾ ਆਇਆ ਕਿ ਆਉਣ ਵਾਲੇ ਵਕਤ ਇਸ ਧਰਤੀ ਦੇ ਮਾਲਕ ਵਿਹੜੇ ਵਾਲਿਆਂ ਨੇ ਬਣਨਾ। ਹੁਣ ਜਦੋਂ ਉਹਦੇ ਨਾਲ ਕਾਲਜ ਪੜ੍ਹਦਿਆਂ ਵਿੱਚੋਂ ਵੀ ਉਹ ਲੋਕ ਜਹਾਜ਼ੇ ਚੜ੍ਹ ਚੁੱਕੇ ਨੇ ਜਿਨ੍ਹਾਂ ਨੇ ਚੜ੍ਹਨਾ ਹੀ ਮਿੱਥਿਆ ਹੋਇਆ ਸੀ, ਤਾਂ ਸਰਗੀ ਦੱਸਦੀ ਹੈ ਸਾਡੇ ਚੋਂ ਜਿਹੜੇ ਬਾਹਰ ਨਹੀਂ ਗਏ ਉਹ ਦੋ ਤਰ੍ਹਾਂ ਦੇ ਨੇ। ਇੱਕ ਤਾਂ ਉਹ ਮੁੰਡੇ ਕੁੜੀਆਂ ਜਿਨ੍ਹਾਂ ਸੋਚ ਰੱਖਿਆ ਇੱਥੇ ਕੁਝ ਬਣਨਾ ਹੀ ਬਣਨਾ ਹੈ, ਤੇ ਦੂਜੀਆਂ ਅਮੀਰ ਘਰਾਂ ਦੀਆਂ ਉਹ ਕੁੜੀਆਂ ਜਿਹੜੀਆਂ ਆਪਣੇ ਵਰਗੇ ਮੁੰਡਿਆਂ ਦੇ ਰਿਸ਼ਤੇ ਉਡੀਕਦੀਆਂ। ਦੱਸਦਿਆਂ ਸਰਗੀ ਕੁਝ ਯਾਦ ਕਰਕੇ ਹੱਸ ਪਈ ਸੀ। ਮੰਮਾ, ਸਾਡੀ ਇਕਨੋਮਿਕਸ ਵਾਲੀ ਮੈਡਮ ਨਹੀਂ ਸੀ ਇੱਥੇ ਕਾਲਜ 'ਚ? ਇੱਕ ਵਾਰ ਹਿੜ ਕਰਦਿਆਂ ਇਲੀਟ ਕੁੜੀਆਂ ਨੂੰ ਕਲਾਸ 'ਚ ਕਹਿੰਦੀ, ਤੁਸੀਂ ਸੋਹਣੇ ਸੋਹਣੇ ਕੱਪੜੇ ਪਾ ਕੇ ਆ ਜਾਂਦੀਆਂ ਨਾ ਕਾਲਜ, ਸੋਹਣੇ ਕੱਪੜਿਆਂ ਨਾਲ ਤੁਹਾਨੂੰ ਇਕਨੋਮਿਕਸ ਨਹੀਂ ਆ ਜਾਣੀ। ਪਤਾ ਅੱਗੋਂ ਇੱਕ ਇਲੀਟ ਕੁੜੀ ਕੀ ਕਹਿੰਦੀ? ਕਹਿੰਦੀ ਸੋਹਣੇ ਰਿਸ਼ਤੇ ਤਾਂ ਸੋਹਣੇ ਕੱਪੜਿਆਂ ਨਾਲ ਹੀ ਆਉਣੇ ਆ ਮੈਮ। ਕਵਿਤਾ ਨੂੰ ਯਾਦ ਆਇਆ ਉਹ ਜਦੋਂ ਟੀਚਰ ਬਣਨ ਦੀ ਡਿਗਰੀ ਕਰ ਰਹੀ ਸੀ, ਉਹਨਾਂ ਨਾਲ ਵੀ ਇੱਕ ਰੁਪਿੰਦਰ ਹੁੰਦੀ ਸੀ। ਉਹਨੇ ਪੂਰਾ ਵਰਾ ਮੁੰਡਿਆਂ ਨਾਲ ਫਲਰਟ ਕਰਕੇ ਲੰਘਾਇਆ ਸੀ। ਕਿਸੇ ਵੱਡੇ ਅਫਸਰ ਦੀ ਕੁੜੀ ਸੀ ਉਹ ਵੀ। ਸਹੇਲੀਆਂ ਨੂੰ ਆਖਿਆ ਕਰਦੀ ਸੀ, ਇਹ ਜਿਹੜੇ ਮਾਸਟਰ ਬਣਨ ਆਏ ਆ ਨਾ ਇੱਥੇ, ਇਹ ਮੁੰਡੇ ਟਾਈਮ ਪਾਸ ਕਰਨ ਲਈ ਵਧੀਆ, ਬਸ ਵਿਆਹ ਤਾਂ ਮੈਂ ਕਿਸੇ ਗਸਟਡ ਅਫਸਰ ਨਾਲ ਹੀ ਕਰਾਉਣਾ। ਜਦੋਂ ਤੱਕ ਇਸ ਧਰਤੀ ਤੇ ਇਸ ਤਰ੍ਹਾਂ ਦੇ ਲੋਕਾਂ ਦਾ ਦਬਦਬਾ ਰਹਿਣਾ, ਵਿਚਾਰੇ ਵਿਹੜੇ ਵਾਲਿਆਂ ਦੀ ਕੀ ਮਜਾਲ? ਉਹਨਾਂ ਨੂੰ ਕਿਹਨੇ ਪੁੱਛਣਾ? ਕਵਿਤਾ ਨੂੰ ਦਿਆਲਾ ਕਾਮਰੇਡ ਭਲਾਈ ਨਹੀਂ, ਬੇਹੱਦ ਭੋਲਾ ਵੀ ਜਾਪਿਆ, ਜੋ ਹਰ ਹੋ ਰਹੀ ਤਬਦੀਲੀ ਵਿੱਚੋਂ ਵਿਹੜੇ ਵਾਲਿਆਂ ਦੀ ਬੰਦ ਖਲਾਸੀ ਦੀ ਸੰਭਾਵਨਾ ਲੱਭਣ ਲੱਗਦਾ ਸੀ। ਦਿਆਲੇ ਕਾਮਰੇਡ ਤੋਂ ਅਚਾਨਕ ਉਹਦਾ ਧਿਆਨ ਖੁਸ਼ਵੰਤ ਵੱਲ ਮੁੜਿਆ। ਸਰਗੀ ਦੇ ਆਉਣ ਦੀ ਖੁਸ਼ੀ 'ਚ ਉਹਨੂੰ ਭੁੱਲ ਹੀ ਗਿਆ ਸੀ ਕਿ ਖੁਸ਼ਵੰਤ ਨੂੰ ਹੁਣ ਤੱਕ ਵਾਪਸ ਮੁੜ ਆਉਣਾ ਚਾਹੀਦਾ ਸੀ। ਹੁਣੇ ਤਾਂ ਉਹਨੂੰ ਤਾਪ ਚੜ੍ਹ ਕੇ ਹਟਿਆ ਸੀ। ਲੋੜੋਂ ਲੰਬੀ ਸੈਰ ਕਰਕੇ ਕਿਤੇ ਫੇਰ ਨਾ ਤਾਪ ਚੜਾ ਬੈਠੇ। ਉਹਨੂੰ ਵੀ ਪਤਾ ਕਿ ਸਰਗੀ ਕਿੰਨੇ ਕੁ ਵਜੇ ਘਰ ਪਹੁੰਚਦੀ ਹੈ। ਧੀ ਨੂੰ ਮਿਲਣ ਦੀ ਬੇਕਰਾਰੀ ਉਹਨੂੰ ਵੀ ਹੁੰਦੀ ਹੈ। ਕਵਿਤਾ ਇਹ ਗੱਲ ਜਾਣਦੀ ਹੈ, ਹਾਲਾਂਕਿ ਖੁਸ਼ਵੰਤ ਨੇ ਕਦੇ ਮੂੰਹ ਆਪਣੀਆਂ ਭਾਵਨਾਵਾਂ ਨਹੀਂ ਦਸੀਆਂ। ਖੁਸ਼ਵੰਤ ਨਾਲ ਇਹ ਸਮੱਸਿਆ ਤਾਂ ਰਹਿੰਦੀ ਹੈ। ਉਹਨੂੰ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਦੀ ਆਦਤ ਹੀ ਨਹੀਂ, ਬਸ ਚਿਹਰੇ ਉੱਤੇ ਨਿਰਲੇਪਤਾ ਜਿਹੀ ਦਾ ਨਕਾਬ ਪਾ ਲੈਂਦਾ। ਕਿੰਨੇ ਵਾਰੀ ਕਵਿਤਾ ਨਾਲ ਦੋਸਤੀ ਤੋਂ ਬਾਅਦ ਵੀ ਉਹਨੇ ਕਿਹੜਾ ਛੇਤੀ ਆਪਣੀਆਂ ਭਾਵਨਾਵਾਂ ਉਹਦੇ ਨਾਲ ਸਾਂਝੀਆਂ ਕੀਤੀਆਂ ਸੀ। ਕਵਿਤਾ ਨੂੰ ਲੱਗਦਾ ਕਿ ਉਹ ਦਿਨ ਅੱਜ ਦੇ ਦਿਨਾਂ ਨਾਲੋਂ ਚੰਗੇ ਸੀ, ਜਾਂ ਸ਼ਾਇਦ ਸਾਨੂੰ ਅਤੀਤ ਹਮੇਸ਼ਾ ਵਰਤਮਾਨ ਨਾਲੋਂ ਚੰਗਾ ਹੀ ਲੱਗਦਾ ਹੈ। ਖੁਸ਼ਵੰਤ ਵਾਲੇ ਕਾਲਜ ਪੜ੍ਹਦਿਆਂ ਇਸੇ ਲਈ ਸਰਗੀ ਕਈ ਵਾਰ ਆਪਣੇ ਪਾਪਾ ਨਾਲ ਖਿੱਝ ਜਾਂਦੀ ਸੀ। ਉਹਨੂੰ ਸਮਝ ਹੀ ਨਹੀਂ ਸੀ ਆਉਂਦੀ ਕਿ ਅਸਲ ਵਿੱਚ ਉਹਦਾ ਪਿਓ ਸੋਚ ਕੀ ਰਿਹਾ। ਰਜਨੀਸ਼ ਵਾਲੇ ਮਾਮਲੇ 'ਚੋਂ ਕਿੰਨਾ ਪਰੇਸ਼ਾਨ ਹੋਈ ਸੀ। ਰਜਨੀਸ਼ ਉਹਦੀ ਸੀਨੀਅਰ ਸੀ, ਜਿਹਦੀ ਜਨਮ ਦਿਨ ਦੀ ਪਾਰਟੀ ਕਰਕੇ ਕਾਲਜ 'ਚ ਰੇੜਕਾ ਪਿਆ ਸੀ। ਉਹਨਾਂ ਸਾਰੇ ਮੁੰਡੇ ਕੁੜੀਆਂ 'ਚ ਸਰਗੀ ਵੀ ਸੀ, ਜਿਨ੍ਹਾਂ ਨੂੰ ਜਾਪਿਆ ਸੀ ਕਿ ਮੁੰਡੇ ਕੁੜੀਆਂ ਨੂੰ ਆਪਸ 'ਚ ਹੱਥ ਮਿਲਾਉਣ ਕਰਕੇ ਹੀ ਸਜ਼ਾ ਦੇ ਦੇਣਾ ਕੁਝ ਜ਼ਿਆਦਾ ਹੀ ਜ਼ਿਆਦਤੀ ਵਾਲੀ ਗੱਲ ਹੈ। ਉਹਨਾਂ ਮੁੰਡੇ ਕੁੜੀਆਂ 'ਚ ਸਰਗੀ ਵੀ ਸੀ, ਜਿਨ੍ਹਾਂ ਇਸ ਤੋਂ ਪਹਿਲਾਂ ਕਦੇ ਹੜਤਾਲ ਨਹੀਂ ਸੀ ਕੀਤੀ, ਜਿਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਹੜਤਾਲ ਵੀ ਕੀਤੀ ਜਾ ਸਕਣ ਵਾਲੀ ਕੋਈ ਚੀਜ਼ ਹੁੰਦੀ ਹੈ। ਫਿਰ ਵੀ ਉਹ ਤਿੰਨੇ ਦਿਨ ਕਲਾਸਾਂ 'ਚ ਨਹੀਂ ਸਨ ਗਏ। ਪਾਪਾ ਹੀ ਕਿੰਨੀ ਕੁ ਵੱਡੀ ਗੱਲ ਸੀ। ਇਹਦੇ 'ਚ ਇਦਾਂ ਕਿਉਂ ਸੋਚਦੇ ਆ ਕਾਲਜ ਵਾਲੇ? ਸਰਗੀ ਦੇ ਕਹੇ ਇਦਾਂ ਨੂੰ ਤਾਂ ਖੁਸ਼ਵੰਤ ਸਮਝਦਾ ਸੀ, ਪਰ ਕਿਉਂ ਦਾ ਜਵਾਬ ਉਹਦੇ ਕੋਲ ਨਹੀਂ ਸੀ। ਸ਼ਾਇਦ ਉਹ ਆਪ ਹੀ ਉਲਝਿਆ ਹੋਇਆ ਸੀ।
ਕਿੰਨਾ ਕੁਝ ਉਹਦੇ ਆਲੇ ਦੁਆਲੇ ਇਸ ਤਰ੍ਹਾਂ ਬਦਲ ਗਿਆ ਸੀ ਕਿ ਉਹਦੀ ਪੀੜ੍ਹੀ ਨੂੰ ਇਹਦੀ ਖਬਰ ਹੀ ਨਹੀਂ ਸੀ ਹੋਈ, ਜਾਂ ਫਿਰ ਉਹ ਆਪਣੀ ਉਮਰ ਦੇ ਉਹਨਾਂ ਹਿੰਸਕ ਦਹਾਕਿਆਂ ਵਿੱਚ ਹੀ ਅਟਕ ਕੇ ਰਹਿ ਗਏ ਸਨ। ਅਤੀਤ ਦੀ ਹਿੰਸਾ ਉਹਨਾਂ ਦੇ ਵਰਤਮਾਨ ਨੂੰ ਸਹਿਜ ਨਹੀਂ ਸੀ ਹੋਣ ਦੇ ਰਹੀ। ਸਰਗੀ ਹੁਣ ਵੀ ਆਪਣੇ ਇਸ ਕਾਲਜ ਨੂੰ ਖਿੱਚ ਜਿਹੀ ਨਾਲ ਯਾਦ ਕਰਦੀ। ਇਸ ਕਾਲਜ 'ਚ ਉਹਨੂੰ ਹਮੇਸ਼ਾ ਇਹ ਯਾਦ ਰੱਖਣਾ ਪੈਂਦਾ ਸੀ ਕਿ ਉਹ ਕੁੜੀ ਹੈ, ਮੁੰਡਾ ਕੌਣ ਹੈ। ਕਿਸੇ ਨਾਲ ਗੱਲ ਕਰਨ ਤੋਂ ਪਹਿਲਾਂ ਇਹ ਵੀ ਯਾਦ ਰੱਖਣਾ ਪੈਂਦਾ ਸੀ। ਜਦੋਂ ਕਦੇ ਉਹਨਾਂ ਨੂੰ ਇਹ ਗੱਲ ਵਿਸਰਦੀ ਜਾਪੇ ਤਾਂ ਦਰਿਆਈ ਘੋੜੇ ਵਰਗੇ ਪ੍ਰਿੰਸੀਪਲ ਭਾਰਦਵਾਜ ਦੀ ਪੂਰੀ ਫੌਜ ਉਹਨਾਂ ਨੂੰ ਯਾਦ ਕਰਵਾਉਣ ਲਈ ਤਾਇਨਾਤ ਰਹਿੰਦੀ ਸੀ। ਰਜਨੀਸ਼ ਵਾਲੇ ਰੇੜਕੇ ਤੋਂ ਬਾਅਦ ਤਾਂ ਜਿਵੇਂ ਉਹ ਇਸ ਫੌਜ ਦਾ ਪਵਿੱਤਰ ਕੰਮ ਬਣ ਗਿਆ ਸੀ। ਇਸ ਫੌਜ ਦੇ ਜਸੂਸ ਹਰ ਵੇਲੇ ਕੈਂਟੀਨ, ਲਾਇਬ੍ਰੇਰੀ ਤੇ ਖੁੱਲੇ ਘਾਹ ਦੇ ਮੈਦਾਨਾਂ 'ਚ ਆਦਮਬੋ ਦੀ ਤਰਸ ਤੇ ਮੁੰਡਾ ਕੁੜੀ ਲੱਭਦੇ ਰਹਿੰਦੇ ਸਨ। ਸਰਗੀ ਦੂਰ ਦੇ ਸ਼ਹਿਰ ਵਿਚਲੇ ਵਿਸ਼ਵ ਵਿਦਿਆਲੇ ਗਈ ਤਾਂ ਉਹਦੇ ਨਾਲੋਂ ਵੱਧ ਸੁੱਖ ਦਾ ਸਾਹ ਕਵਿਤਾ ਨੂੰ ਆਇਆ। ਵਿਸ਼ਵ ਵਿਦਿਆਲੇ ਦੇ ਖੁੱਲੇ ਡੁੱਲੇ ਮਾਹੌਲ 'ਚ ਸਰਗੀ ਖੁਸ਼ ਸੀ। ਕੁੜੀਆਂ ਨੂੰ ਜਿਨ੍ਹਾਂ ਰੋਕਾਂ ਟੋਕਾਂ ਦਾ ਸਾਹਮਣਾ ਇਸ ਛੋਟੇ ਜਿਹੇ ਸ਼ਹਿਰ 'ਚ ਕਰਨਾ ਪੈਂਦਾ, ਵਿਸ਼ਵ ਵਿਦਿਆਲੇ 'ਚ ਉਹਨਾਂ ਦਾ ਕੋਈ ਨਾਂ ਵੀ ਨਹੀਂ ਜਾਣਦਾ। ਉੱਥੇ ਸਭ ਨੂੰ ਉੱਡਣ ਲਈ ਇੱਕੋ ਜਿਹਾ ਅਸਮਾਨ ਮਿਲਦਾ ਹੈ। ਹਰ ਕੋਈ ਗਿਆਨ ਦੇ ਖਜ਼ਾਨੇ 'ਚੋਂ ਆਪਣੀ ਮਰਜ਼ੀ ਨਾਲ ਮੋਤੀ ਚੁਗ ਸਕਦਾ ਹੈ। ਸਰਗੀ ਦੇ ਜਾਣ ਤੋਂ ਕੁਝ ਮਹੀਨੇ ਬਾਅਦ ਤੱਕ ਕਵਿਤਾ ਇਦਾਂ ਹੀ ਸਮਝਦੀ ਰਹੀ ਸੀ। ਸਰਗੀ 2-3 ਹਫ਼ਤਿਆਂ ਬਾਅਦ ਜਦੋਂ ਵੀ ਘਰ ਆਉਂਦੀ ਉਹਦੇ ਕੋਲ ਦੱਸਣ ਲਈ ਬਹੁਤ ਸਾਰੀਆਂ ਨਵੀਆਂ ਗੱਲਾਂ ਹੁੰਦੀਆਂ, ਵਿਸ਼ਵ ਵਿਦਿਆਲੇ ਬਾਰੇ, ਉਸ ਨਵੇਂ ਮਾਹੌਲ ਬਾਰੇ। ਮਮਾ, ਮੈਂ ਹੁਣ ਇੰਨੀ ਛੇਤੀ ਨਹੀਂ ਆਇਆ ਕਰਨਾ ਘਰ, ਐਵੇਂ ਸਮਾਂ ਖਰਾਬ ਹੁੰਦਾ ਹੈ। ਥੋੜੇ ਅਰਸੇ ਬਾਅਦ ਹੀ ਉਹਨੇ ਕਹਿਣਾ ਸ਼ੁਰੂ ਕਰਤਾ ਸੀ, ਤੇ ਅਸੀਂ ਇੱਥੇ ਇਕੱਲੇ ਕੀ ਕਰੀਏ ਹੈ, ਤੇਰੇ ਨਾਲ ਹੀ ਤਾਂ ਮੇਰਾ ਆਰ ਪਾਰ ਹੁੰਦਾ। ਕਵਿਤਾ ਨੂੰ ਆਪਣੇ ਬੋਲਾਂ ਬਾਰੇ ਪਤਾ ਸੀ ਕਿ ਇਹ ਸੱਚ ਹਨ। ਉਹ ਸਰਗੀ ਦੀ ਮਨੋਵਸਥਾ ਨੂੰ ਵੀ ਸਮਝਦੀ ਸੀ। ਸਰਗੀ ਨੂੰ ਜ਼ਿੰਦਗੀ 'ਚ ਪਹਿਲੀ ਵਾਰ ਪਤਾ ਲੱਗਾ ਸੀ ਕਿ ਆਜ਼ਾਦੀ ਮਨ ਨੂੰ ਕਿੰਨਾ ਸਕੂਨ ਦੇਣ ਵਾਲੀ ਚੀਜ਼ ਹੁੰਦੀ ਹੈ। ਜਦੋਂ ਤੁਸੀਂ ਕਿਸੇ ਦੇ ਨਿਰਭਰ ਹੁੰਦੇ ਹੋ ਤਾਂ ਜ਼ਿੰਦਗੀ ਸੌਖੀ ਹੁੰਦੀ ਹੈ। ਬਿਨਾਂ ਕਿਸੇ ਤਰੱਦਦ ਦੇ ਹਰ ਜ਼ਰੂਰਤ ਪੂਰੀ ਹੁੰਦੀ ਜਾਂਦੀ ਹੈ। ਪਰ ਇਸ ਸੌਖੀ ਜ਼ਿੰਦਗੀ 'ਚ ਮਨ ਦੀ ਖੁਸ਼ੀ ਲਈ ਵੀ ਕੁਝ ਹੋਵੇ ਜ਼ਰੂਰੀ ਨਹੀਂ ਹੁੰਦਾ। ਆਜ਼ਾਦ ਹੁੰਦਿਆਂ ਆਪਣੇ ਆਪ ਫਿਕਰ ਕਰਨੀ ਪੈਂਦੀ ਹੈ, ਜ਼ਿੰਮੇਵਾਰੀ ਚੁੱਕਣੀ ਪੈਂਦੀ ਹੈ, ਪਰ ਕਿਸੇ ਹੋਰ ਤੇ ਨਿਰਭਰ ਨਾ ਹੋਣਾ ਮਨ ਨੂੰ ਖੁਸ਼ੀ ਵੀ ਦਿੰਦਾ ਹੈ ਤੇ ਆਤਮ ਵਿਸ਼ਵਾਸ ਵੀ। ਸਰਗੀ ਦਿਨੋਂ ਦਿਨ ਇਸੇ ਆਤਮ ਵਿਸ਼ਵਾਸ ਨੂੰ ਮਹਿਸੂਸ ਕਰ ਰਹੀ ਸੀ। ਮਮਾ, ਪਹਿਲੇ ਦਿਨ ਜਦੋਂ ਮੈਂ ਇਕੱਲੀ ਯੂਨੀ ਗਈ ਸੀ, ਪਤਾ ਮੈਨੂੰ ਕਿੰਨਾ ਡਰ ਲੱਗਾ ਸੀ, ਸਰਗੀ ਨੇ ਕਵਿਤਾ ਨੂੰ ਦੱਸਿਆ ਸੀ। ਮੈਂ ਤਾਂ ਸੋਚ ਕੇ ਡਰੀ ਜਾਂਦੀ ਸੀ ਵੀ ਪਤਾ ਨਹੀਂ ਬੱਸ 'ਚ ਮੇਰੇ ਨਾਲ ਦੀ ਸੀਟ ਤੇ ਕਿਹਨੇ ਆ ਕੇ ਬੈਠ ਜਾਣਾ। ਮੈਂ ਸੋਚੀ ਜਾਵਾਂ ਜੇ ਕੰਡਕਟਰ ਕੋਲ ਟੁੱਟੇ ਪੈਸੇ ਨਾ ਹੋਏ ਫਿਰ ਮੈਂ ਕੀ ਕਰੂੰ। ਮੈਨੂੰ ਕਿੱਦਾਂ ਪਤਾ ਲੱਗੂ ਕਿਹੜਾ ਆਟੋ ਯੂਨੀ ਜਾਣਾ। ਇਹ ਤਾਂ ਪਾਪਾ ਨੇ ਕਿਹਾ ਹੋਇਆ ਸੀ ਵੀ ਤੂੰ ਮੈਨੂੰ ਫੋਨ ਕਰੀ ਜਾਣਾ। ਥੋੜੀ ਦੇਰ ਬਾਅਦ ਮੈਨੂੰ ਇਹਦਾ ਹੀ ਆਸਰਾ ਰਿਹਾ। ਜਾ ਨਹੀਂ, ਡਰਪੋਕ ਜਿਹੀ ਕਵਿਤਾ ਹੱਸ ਪਈ ਸੀ। ਲੋ, ਇਹਦੇ 'ਚ ਮੇਰਾ ਕੀ ਕਸੂਰ ਸੀ? ਮੈਨੂੰ ਕਦੇ ਕਿਤੇ ਭੇਜਿਆ ਸੀ ਇਕੱਲੀ ਨੂੰ? ਸਰਗੀ ਦੀ ਗੱਲ ਠੀਕ ਸੀ। ਖੁਸ਼ਵੰਤ ਨੇ ਉਹਨੂੰ ਕਦੇ ਕਿਤੇ ਇਕੱਲੀ ਨਹੀਂ ਸੀ ਜਾਣ ਦਿੱਤਾ, ਇੱਥੋਂ ਤੱਕ ਕਿ ਬਾਜ਼ਾਰ ਵੀ ਨਹੀਂ। ਆਪਣੀ ਧੀ ਦੀਆਂ ਸਾਰੀਆਂ ਲੋੜਾਂ ਉਹੀ ਪੂਰੀਆਂ ਕਰਦਾ ਸੀ, ਜਾਂ ਕਵਿਤਾ ਨੂੰ ਉਹਦੇ ਨਾਲ ਬਾਜ਼ਾਰ ਜਾਣ ਲਈ ਕਹਿ ਦਿੰਦਾ। ਉਹੀ ਕਰ ਰਿਹਾ ਸੀ ਜੋ ਉਹਦੇ ਚਿਕਨੀ ਮਿੱਟੀ ਵਾਲੇ ਪਿੰਡ ਰਹਿੰਦਿਆਂ ਵੀ ਹੁੰਦਾ ਸੀ। ਪਾਪੇ ਨੇ ਵੀ ਵਾਹ ਲੱਗਦਿਆਂ ਦਿਸ਼ੀ ਨੂੰ ਕਦੇ ਦੁਕਾਨ ਸੌਦਾ ਲੈਣ ਨਹੀਂ ਸੀ ਜਾਣ ਦਿੱਤਾ। ਖੁਸ਼ਵੰਤ ਨੂੰ ਹੀ ਜਾਣਾ ਪੈਂਦਾ ਸੀ। ਜੇ ਉਹ ਨਾ ਨੁੱਕਰ ਕਰਦਾ ਤਾਂ ਪਾਪਾ 2 ਗਾਲਾਂ ਕੱਢ ਕੇ ਆਖਦਾ, ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਹੋਣੀ, ਤੇਰੇ ਹੁੰਦਿਆਂ ਕੁੜੀ ਤੁਰੀ ਫੇਰੇ ਲੋਕਾਂ ਦੀਆਂ ਹੱਟੀਆਂ ਤੇ। ਇਸੇ ਸਰਗੀ ਨੇ ਬਾਅਦ 'ਚ ਬੇਖੌਫ ਹੋ ਕੇ ਵਿਸ਼ਵ ਵਿਦਿਆਲੇ ਵਿੱਚ ਗੁੰਡਿਆਂ ਦਾ ਸਾਹਮਣਾ ਵੀ ਕੀਤਾ ਤੇ ਵਾਈਸ ਚਾਂਸਲਰ ਦਾ ਵੀ। ਉਹ ਤਾਂ ਸਰਗੀ ਦੇ ਵਿਸ਼ਵ ਵਿਦਿਆਲੇ ਤੋਂ ਦੂਰ ਆਪਣੇ ਸ਼ਹਿਰ ਵਿੱਚ ਆਪਣੇ ਘਰ ਬੈਠੇ ਸਨ। ਇਸ ਲਈ ਸਰਗੀ ਹੱਥ ਯੰਤਰ ਉੱਤੇ ਮਾਂ ਨਾਲ ਗੱਲਾਂ ਕਰਦਿਆਂ ਹੀ ਸਾਰੀਆਂ ਖਬਰਾਂ ਦਿੰਦੀ ਸੀ। ਗੱਲਾਂ ਤੇ ਖਬਰਾਂ ਦਾ ਇਹ ਸਿਲਸਿਲਾ ਸ਼ੁਰੂ ਤੋਂ ਹੀ ਸ਼ੁਰੂ ਸੀ। ਹੁੱਸੜ ਵਾਲੇ ਦਿਨਾਂ ਤੋਂ ਜਦੋਂ ਘਰਾਂ 'ਚ ਕੂਲਰਾਂ, ਏਅਰ ਕੰਡੀਸ਼ਨਰ ਸੌਣ ਦੇ ਆਦੀ ਹੋ ਗਿਆ ਨੂੰ ਹੋਸਟਲਾਂ ਦਾ ਮਾੜਚੂ ਜਿਹਾ ਪੱਖਾ ਚੱਲਦਾ ਵੀ ਖੜੋਤਾ ਮਹਿਸੂਸ ਹੁੰਦਾ ਸੀ। ਮੰਮਾ, ਕਮਰੇ 'ਚ ਬੜੀ ਗਰਮੀ ਹੁੰਦੀ ਹੈ। ਅਸੀਂ ਪੜ੍ਹਨ ਦੀ ਲਾਇਬ੍ਰੇਰੀ ਜਾਣਾ ਸ਼ੁਰੂ ਕੀਤਾ। ਉੱਥੇ ਏਸੀ ਹੁੰਦਾ ਨਾ, ਰਸ਼ ਤਾਂ ਬਥੇਰਾ ਹੁੰਦਾ, ਪਰ ਇੱਕ ਵਾਰ ਸੀਟ ਮਿਲ ਜਾਣ ਬਾਅਦ ਮੌਜ ਹੁੰਦੀ ਹੈ। ਪਰ ਉਦੋਂ ਬੜਾ ਗੁੱਸਾ ਆਉਂਦਾ ਜਦੋਂ 8 ਵਜੇ ਉੱਠ ਕੇ ਆਉਣਾ ਪੈਂਦਾ। ਗਰਲਸ ਹੋਸਟਲ ਬੰਦ ਹੋਣ ਦਾ ਟਾਈਮ ਹੋ ਜਾਂਦਾ। ਮੁੰਡਿਆਂ ਨੂੰ ਮੌਜ ਹੈ, ਜਦੋਂ ਮਰਜ਼ੀ ਆਉਣ ਜਾਣ, ਕੋਈ ਨਹੀਂ ਪੁੱਛਦਾ। ਕਈ ਤਾਂ ਸਾਰੀ ਰਾਤ ਲਾਇਬ੍ਰੇਰੀ 'ਚ ਹੀ ਕੱਟਦੇ ਆ। ਮੰਮਾ, ਕਈ ਵਾਰ ਤਾਂ ਸਾਡੇ ਹੋਸਟਲ ਦਾ ਖਾਣਾ ਹੈ ਦੇਖਣ ਨੂੰ ਵੀ ਜੀ ਨਹੀਂ ਕਰਦਾ ਹੁੰਦਾ। ਮੈਂ ਤਾਂ ਬਾਹਰ ਕੈਂਟੀਨ ਤੋਂ ਖਾ ਲੈਣੀ ਆ ਬਹੁਤੀ ਵਾਰ। ਮੰਮਾ, ਇਹ ਮੁੰਡਿਆਂ ਦੇ ਹੋਸਟਲਾਂ 'ਚ ਸਵੇਰੇ ਆਮਲੇਟ ਵੀ ਮਿਲਦਾ ਹੈ, ਰਾਤ ਨੂੰ ਕਈ ਵਾਰੀ ਚਿਕਨ ਵੀ ਬਣਦਾ। ਕੁੜੀਆਂ ਨੂੰ ਕਹਿੰਦੇ ਵੈਸ਼ਨੂੰ ਹੀ ਖਾਓ, ਉਹ ਵੀ ਭੈੜਾ ਜਿਹਾ। ਇਹ ਕੀ ਗੱਲ ਹੋਈ? ਅਸਾਂ ਨਹੀਂ ਆਮਲੇਟ ਚਿਕਨ ਖਾ ਸਕਦੀਆਂ? ਮੈਸ ਵਾਲਿਆਂ ਨੂੰ ਪਤਾ ਕੁੜੀਆਂ ਨੇ ਕਿਹੜਾ ਬੋਲਣਾ ਹੈ ਕੁਝ, ਇਹਨਾਂ ਦੇ ਕਿਹੜਾ ਜ਼ੁਬਾਨ ਆ। ਕੱਲ ਲਾਇਬ੍ਰੇਰੀ 'ਚ ਚੰਗੀ ਲੜਾਈ ਹੋਈ। ਕੈਂਪਸ 'ਚ ਹੀ ਰਹਿੰਦੀ ਆ ਅੰਗਰੇਜ਼ੀ ਵਾਲੀ ਰਿਤੂ, ਉਹਦੇ ਪਾਪਾ ਯੂਨੀਵਰਸਿਟੀ 'ਚ ਹੀ ਪੜ੍ਹਾਉਂਦੇ ਆ। ਮੰਮਾ, ਲਾਇਬ੍ਰੇਰੀਅਨ ਉਹਨੂੰ ਲਾਇਬ੍ਰੇਰੀ 'ਚੋਂ ਕੱਢੀ ਜਾਵੇ, ਆਖੇ ਠੀਕ ਕੱਪੜੇ ਪਾ ਕੇ ਆ। ਉਹਨੇ ਬਾਰਮੂਡਾ ਪਾਇਆ ਹੋਇਆ ਸੀ ਤੇ ਸ਼ਾਮ ਨੂੰ ਹੋਸਟਲਾਂ 'ਚ ਉਹੀ ਪਾਈ ਫਿਰਦੀਆਂ ਨੇ ਬਹੁਤੀਆਂ ਕੁੜੀਆਂ। ਤੇ ਰਿਤੂ ਵੀ ਅੱਗੋਂ ਆਕੜ ਪਈ,
ਕਹਿੰਦੀ ਪਹਿਲਾਂ ਉਹਨਾਂ ਮੁੰਡਿਆਂ ਨੂੰ ਵੀ ਬਾਹਰ ਕੱਢੋ ਜਿਹੜੇ ਨਿੱਕਰਾਂ ਪਾ ਕੇ ਲਾਇਬ੍ਰੇਰੀ 'ਚ ਬੈਠੇ ਆ, ਤੇ ਮੈਂ ਵੀ ਫੇਰ ਜਾਊਂ। ਚੰਗੀ ਤੂੰ ਮੈਂ ਹੋਈ। ਰੀਤੂ ਨੇ ਚੰਗੀਆਂ ਸੁਣਾਈਆਂ। ਕਹਿੰਦੀ ਤੁਸੀਂ ਕੌਣ ਹੁੰਦੇ ਆ ਸਾਡੇ ਕੱਪੜੇ ਦੇਖਣ ਵਾਲੇ? ਮੈਂ ਘਰੋਂ ਆਉਂਦੀ ਆ ਆਪਣੀ ਮਾਂ ਪਿਓ ਸਾਹਮਣੇ ਕੱਪੜੇ ਪਾ ਕੇ, ਜੇ ਉਹਨਾਂ ਨੂੰ ਇਤਰਾਜ਼ ਨਹੀਂ ਤਾਂ ਤੁਹਾਨੂੰ ਕੀ ਇਤਰਾਜ਼ ਆ? ਮੰਮਾ ਅਸੀਂ ਸੋਚਿਆ ਕੱਲ ਅਸੀਂ ਵੀ ਬਾਹਰ ਮੁੰਡੇ ਪਾ ਕੇ ਹੀ ਲਾਇਬ੍ਰੇਰੀ ਜਾਣਾ। ਮੰਮਾ ਕੁਛ ਨਾ ਕੁਛ ਹੋਇਆ ਹੀ ਰਹਿੰਦਾ ਸਾਡੇ ਨਾਲ। ਅੱਜ ਬ੍ਰੇਕ ਦਾ ਡਰਾਮਾ ਸੀ ਆਡੀਟੋਰੀਅਮ 'ਚ, ਕਾਕੇਸ਼ੀਅਨ ਚਾਕ ਸਰਕਲ। ਅਸੀਂ ਵੀ ਵੇਖਣ ਚਲੀਆਂ ਗਈਆਂ, ਬੜਾ ਵਧੀਆ ਸੀ। ਦੇਖਦੇ ਹਾਂ 9:30 ਵੱਜ ਗਏ। ਅਸੀਂ ਹੋਸਟਲ ਵਾਪਸ ਗਈਆਂ ਤਾਂ ਪਹਿਲਾਂ ਗੇਟਕੀਪਰ ਬੋਲਿਆ, ਫਿਰ ਵਾਰਡਨ ਕਹਿੰਦੀ ਤੁਹਾਨੂੰ ਫਾਈਨ ਲਾਉਣਾ ਹੈ। ਇਹ ਕੀ ਗੱਲ ਹੋਈ ਮਮਾ? ਅਸੀਂ ਡਰਾਮਾ ਵੀ ਨਹੀਂ ਦੇਖ ਸਕਦੀਆਂ, ਉਹ ਵੀ ਯੂਨੀ ਦੇ ਅੰਦਰ। ਮੈਂ ਤਾਂ ਕਈ ਵਾਰ ਸੋਚਦੀ ਹਾਂ ਮੈਂ ਪੀਜੀ ਲੈ ਲੈਣਾ। ਕੁੜੀਆਂ ਨੇ ਨਾ ਅੱਜ ਤੋਂ ਵਾਈਸ ਚਾਂਸਲਰ ਦੇ ਦਫ਼ਤਰ ਬਾਹਰ ਧਰਨਾ ਸ਼ੁਰੂ ਕੀਤਾ। ਕੁੜੀਆਂ ਲਈ ਹੋਸਟਲ ਤੇ ਲਾਇਬ੍ਰੇਰੀ ਰਾਤ ਨੂੰ ਵੀ ਖੋਲਣ ਦੀ ਮੰਗ ਤੇ। ਜਿਨ੍ਹਾਂ ਨੂੰ ਕਾਮਰੇਡਾਂ ਦੀਆਂ ਯੂਨੀਅਨ ਕਹਿੰਦੇ ਆ, ਉਹ ਸਾਰੀਆਂ ਤਾਂ ਕੁੜੀਆਂ ਦੀ ਹਮਾਇਤ ਤੇ ਆ। ਅੱਜ ਅਸੀਂ ਵੀ ਗਈਆਂ ਸੀ ਧਰਨੇ ਤੇ ਬੈਠਣ, ਪਰ ਸਾਰੀਆਂ ਕੁੜੀਆਂ ਨਹੀਂ ਜਾਂਦੀਆਂ। ਸਾਡੇ ਹੋਸਟਲ ਦੀਆਂ ਕਈ ਕੁੜੀਆਂ ਕਹਿੰਦੀਆਂ ਆਪਾਂ ਕੀ ਲੈਣਾ ਟਾਈਮ ਵਧਾ ਕੇ। ਅਸੀਂ ਤੇ ਰੋਜ਼ ਹੀ ਚਲੀਆਂ ਜਾਂਦੀਆਂ ਧਰਨਾ ਲਾਉਣ। ਬੜਾ ਮਜ਼ਾ ਆਉਂਦਾ ਨਾਰੇ ਲਾ ਕੇ, ਸਾਰਾ ਗੁੱਸਾ ਨਿਕਲ ਜਾਂਦਾ। ਪਰ ਲੱਗਦਾ ਕਿਸੇ ਤੇ ਕੋਈ ਅਸਰ ਹੀ ਨਹੀਂ ਹੋ ਰਿਹਾ। ਉਹਨਾਂ ਨੂੰ ਇਹੀ ਲੱਗਦਾ ਵੀ ਕੁੜੀਆਂ ਦਾ ਕੀ ਆ, ਅਸੀਂ ਵੀ ਬੈਠੀਆਂ ਹੀ ਆ। ਅਜੀਬ ਅਜੀਬ ਗੱਲਾਂ ਕਰਨ ਲੱਗ ਪਏ ਸਾਡੇ ਬਾਰੇ ਕਈ। ਅਖੇ ਵਿਗੜੀਆਂ ਕੁੜੀਆਂ, ਘਰਦਿਆਂ ਨੇ ਪੜ੍ਹਨ ਭੇਜੀਆਂ, ਇਹ ਐਸ਼ ਭਾਲਦੀਆਂ, ਇਹ ਹੋਸਟਲਾਂ ਤੋਂ ਬਾਹਰ ਆਸ਼ਕਾਂ ਕੋਲ ਰਾਤਾਂ ਬਿਤਾਉਣਾ ਚਾਹੁੰਦੀਆਂ। ਮੰਮਾ ਜਿਹੜੀਆਂ ਆਸ਼ਕਾਂ ਨਾਲ ਰਹਿੰਦੀਆਂ ਨਾ, ਉਹ ਤਾਂ ਰਹੀ ਜਾਂਦੀਆਂ। ਉਹਨਾਂ ਨੂੰ ਨਾ ਹੋਸਟਲ ਦੇ ਟਾਈਮ ਨਾਲ ਕੋਈ ਵਾਸਤਾ, ਨਾ ਲਾਇਬ੍ਰੇਰੀ ਦੇ ਟਾਈਮ ਨਾਲ। ਉਹਨਾਂ ਬਾਰੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਕਦੋਂ ਆਉਂਦੀਆਂ ਕਦੋਂ ਜਾਂਦੀਆਂ। ਤੇ ਕਈ ਪ੍ਰੋਫੈਸਰ ਵੀ ਇਦਾਂ ਦੀਆਂ ਗੱਲਾਂ ਕਰਨ ਲੱਗ ਪਏ ਆ ਕਲਾਸਾਂ 'ਚ, ਪਰ ਸਾਡੇ ਹੱਕ 'ਚ ਵੀ ਨਹੀਂ ਬਹੁਤ। ਰੋਜ਼ 2-3 ਪ੍ਰੋਫੈਸਰ ਸਾਡੇ ਧਰਨੇ 'ਚ ਆਉਣ ਲੱਗ ਪਿਆ, ਸਾਨੂੰ ਕੋਈ ਨਾ ਕੋਈ ਸਲਾਹ ਵੀ ਦੇ ਜਾਂਦੇ ਆ। ਮਮਾ ਅੱਜ ਕੀ ਹੋਇਆ? ਮੁੰਡਿਆਂ ਦਾ ਗਰੁੱਪ ਇੱਕ ਆ ਗਿਆ ਸਾਡੇ ਧਰਨੇ 'ਚ ਧੱਕੇ ਨਾਲ ਹੀ। ਸਾਨੂੰ ਕਹਿੰਦੇ ਤੁਹਾਨੂੰ ਮਾਪਿਆਂ ਦੀ ਇੱਜ਼ਤ ਦਾ ਖਿਆਲ ਨਹੀਂ ਕੋਈ? ਤੁਸੀਂ ਕਹਿੰਦੀ ਆ ਰਾਤ ਨੂੰ ਹੋਸਟਲ ਤੇ ਲਾਇਬ੍ਰੇਰੀ ਖੋਲੋ, ਜੇ ਰਾਤ ਨੂੰ ਤੁਹਾਨੂੰ ਕੁਝ ਹੋ ਜੇ ਤਾਂ ਕੌਣ ਜ਼ਿੰਮੇਵਾਰ? ਅਸੀਂ ਕਿਹਾ ਯੂਨੀਵਰਸਿਟੀ ਜ਼ਿੰਮੇਵਾਰ ਹੋਣੀ ਚਾਹੀਦੀ ਹੈ। ਯੂਨੀਵਰਸਿਟੀ ਦੇ ਗੇਟ ਬੰਦ ਹੁੰਦੇ ਆ, ਇਹਦੀ ਆਪਣੀ ਸਿਕਿਉਰਿਟੀ ਆ, ਇਹ ਜ਼ਿੰਮੇਵਾਰੀ ਲਏ ਸਾਡੀ ਸਿਕਿਉਰਿਟੀ ਦੀ। ਸਾਨੂੰ ਯੂਨੀਵਰਸਿਟੀ ਅੰਦਰ ਮੁੰਡਿਆਂ ਨਾਲ ਬਰਾਬਰੀ ਚਾਹੀਦੀ ਆ। ਤੇ ਅੱਜ ਵੀਸੀ ਆਇਆ ਧਰਨੇ 'ਚ, ਉਹ ਵੀ ਕਹਿੰਦਾ ਮੈਂ ਤੁਹਾਡੇ ਮਾਪਿਆਂ ਦੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਕਰ ਸਕਦਾ। ਮੈਂ ਉਹਨਾਂ ਅੱਗੇ ਜਵਾਬ ਦੇ ਆ, ਤੁਸੀਂ ਮੈਨੂੰ ਕੁਝ ਟਾਈਮ ਦਿਓ, ਮੈਂ ਉਹਨਾਂ ਦੀ ਰਾਏ ਨਾਲ ਹੀ ਕੁਝ ਕਰ ਸਕਦਾ। ਮੈਂ ਤਾਂ ਉਸੇ ਵੇਲੇ ਕਹਿਤਾ ਸਰ ਮੇਰੇ ਮਾਪਿਆਂ ਨੂੰ ਬੇਸ਼ੱਕ ਹੁਣੇ ਫੋਨ ਕਰਕੇ ਪੁੱਛ ਲਓ, ਉਹ ਸਾਡੇ ਨਾਲ ਸਹਿਮਤ ਆ। ਵੀਸੀ ਅੱਗੋਂ ਕਹਿੰਦਾ ਨਹੀਂ ਪੁੱਤਰ ਜੀ ਅਸੀਂ ਸਾਰੀਆਂ ਕੁੜੀਆਂ ਦੇ ਮਾਪਿਆਂ ਨੂੰ ਪੁੱਛਾਂਗੇ। ਮਮਾ ਹੁਣ ਸਾਰੀਆਂ ਕੁੜੀਆਂ ਦੇ ਮਾਪਿਆਂ ਦੀ ਰਾਏ ਕਿੱਦਾਂ ਲਈ ਜਾ ਸਕਦੀ ਹੈ? ਸਭ ਟਾਲਣ ਦੇ ਬਹਾਨੇ ਆ। ਨਾਲੇ ਅਸੀਂ ਕਾਨੂੰਨੀ ਤੌਰ ਤੇ ਵੀ ਬਾਲਗ ਆ, ਘਰਦਿਆਂ ਦੀ ਮਰਜ਼ੀ ਥੋੜੀ ਸਾਡੇ ਤੇ ਲਾਗੂ ਹੁੰਦੀ ਆ। ਘਰਦਿਆਂ ਨੇ ਤਾਂ ਜੋ ਕਹਿਣਾ ਸਾਨੂੰ ਪਤਾ ਹੀ ਆ, ਅਸੂਲਨ ਜੋ ਸਹੀ ਆ ਉਹੀ ਹੋਣਾ ਚਾਹੀਦਾ। ਹੋਸਟਲ ਦੀਆਂ ਕਈ ਕੁੜੀਆਂ ਦੱਸਦੀਆਂ ਵੀ ਉਹਨਾਂ ਦੇ ਘਰ ਫੋਨ ਜਾਣ ਲੱਗ ਪਈ। ਵਾਰਡਨ ਤੇ ਉਹਦੇ ਨਾਲ ਦੀਆਂ ਘਰਦਿਆਂ ਨੂੰ ਪੁੱਛਦੀਆਂ ਨਹੀਂ, ਯਕੀਨ ਦਿਵਾਉਂਦੀਆਂ ਕਿ ਜੋ ਵੀ ਆ ਕੁੜੀਆਂ ਦੀ ਬਿਹਤਰੀ ਲਈ ਆ। ਮਮਾ ਕਮੀਨੇ ਲੋਕ ਕਮੀਨਗੀਆਂ ਤੇ ਉਤਰ ਆਏ ਆ। ਅੱਜ ਗੁੰਡਿਆਂ ਨੇ ਸਾਡੇ ਧਰਨੇ ਵਾਲੀ ਥਾਂ ਤੇ ਹਮਲਾ ਕਰਤਾ। ਉਹਨਾਂ ਸਾਡੇ ਬੈਨਰ ਤੇ ਪੋਸਟਰ ਪਾੜਤੇ। ਕੁੜੀਆਂ ਨੇ ਵਿਰੋਧ ਕੀਤਾ ਤਾਂ ਉਹਨਾਂ ਨਾਲ ਧੱਕਾ ਮੁੱਕੀ ਵੀ ਕੀਤੀ। ਅਸੀਂ ਵੀ ਜਿੰਨੀਆਂ ਸੀ ਉੱਥੇ ਰਲ ਕੇ ਪੈ ਗਈਆਂ ਉਹਨਾਂ ਦੇ ਗਲ। 2 ਕੁੜੀਆਂ ਦਾ ਸਿਰ ਪਾਟ ਗਿਆ, ਉਹਨਾਂ ਨੂੰ ਯੂਨੀਅਨ ਵਾਲੇ ਮੁੰਡੇ ਹਸਪਤਾਲ ਲੈ ਕੇ ਗਏ। ਮੇਰੇ ਤਾਂ ਰਗੜਾਂ ਹੀ ਲੱਗੀਆਂ ਕੁਝ। ਪੁਲਿਸ ਨੇ ਵੀ ਆ ਕੇ ਸਾਡੇ ਬਿਆਨ ਲਏ ਆ। ਅੱਜ ਸਾਰਾ ਦਿਨ ਇਹੀ ਕੁਝ ਚੱਲਿਆ। ਸਾਨੂੰ ਪਤਾ ਇਹ ਕਾਰਾ ਕਿਹਨਾਂ ਦਾ ਹੈ, ਪਰ ਮਮਾ ਮੈਨੂੰ ਇੱਕ ਗੱਲ ਨਹੀਂ ਸਮਝ ਲੱਗਦੀ ਵੀ ਉਹਨਾਂ ਨੂੰ ਹੋਸਟਲ ਤੇ ਲਾਇਬ੍ਰੇਰੀ ਦੇ ਸਾਡੇ ਸਮਿਆਂ ਤੋਂ ਕੀ ਤਕਲੀਫ ਆ। ਅਸੀਂ ਕਿਹੜਾ ਕਹਿ ਰਹੀਆਂ ਵੀ ਮੁੰਡਿਆਂ ਦਾ ਸਮਾਂ ਘਟਾ ਦਿਓ, ਅਸੀਂ ਤਾਂ ਆਪਣਾ ਸਮਾਂ ਵਧਾਉਣ ਲਈ ਲੜ ਰਹੀਆਂ। ਉਹਨਾਂ ਨੂੰ ਕਿਉਂ ਤਕਲੀਫ ਹੋ ਰਹੀ ਹੈ ਇਸ ਗੱਲ ਦੀ? ਅੱਜ ਵੀਸੀ ਨੇ ਮੀਟਿੰਗ ਲਈ ਬੁਲਾ ਲਿਆ ਸਾਨੂੰ। ਲੱਗਦਾ ਕੱਲ ਦੀ ਘਟਨਾ ਦਾ ਅਸਰ ਹੈ। ਅੱਜ ਅਖਬਾਰਾਂ 'ਚ ਵੀ ਖਬਰਾਂ ਲੱਗੀਆਂ ਹੋਈਆਂ ਸੀ। ਅੱਜ ਤਾਂ ਕੁਝ ਖਾਸ ਨਹੀਂ ਹੋਇਆ, ਬਸ ਹਾਲ ਚਾਲ ਹੀ ਪੁੱਛਿਆ ਵੀਸੀ ਨੇ ਸਾਡਾ। ਕੱਲ ਫੇਰ ਮੀਟਿੰਗ ਹੈ। ਮੀਟਿੰਗਾਂ ਹੀ ਹੋਈ ਗਈਆਂ। ਅੱਜ ਤਾਂ ਸਾਡੀਆਂ ਕੁੜੀਆਂ ਦੀ ਆਪੋ 'ਚ ਮੀਟਿੰਗ, ਯੂਨੀਅਨ ਵਾਲੇ ਮੁੰਡਿਆਂ ਨਾਲ ਮੀਟਿੰਗ, ਸਾਡੇ ਹਮਾਇਤੀ ਪ੍ਰੋਫੈਸਰਾਂ ਨਾਲ ਮੀਟਿੰਗ, ਫਿਰ ਵੀਸੀ ਨਾਲ ਮੀਟਿੰਗ। ਵੀਸੀ ਸਾਡੇ ਹੋਸਟਲ ਦੇ ਲਾਇਬ੍ਰੇਰੀ ਦਾ ਸਮਾਂ ਰਾਤ 11 ਵਜੇ ਤੱਕ ਕਰਨ ਨੂੰ ਮੰਨ ਗਿਆ। ਮਮਾ ਇਹ ਬਰਾਬਰੀ ਥੋੜੋ ਆ, ਪਰ ਇਹ ਸਾਰੇ ਇਹੋ ਕਹੀ ਜਾਂਦੇ ਆ ਵੀ ਅਜੇ ਇਹੋ ਸਾਡੀ ਜਿੱਤ ਆ, ਪਤਾ ਨਹੀਂ ਜਿੱਤ ਆ ਜਾਂ ਨਹੀਂ, ਪਰ ਕੱਲ ਤੋਂ ਸਾਡਾ ਧਰਨਾ ਖਤਮ। ਆਖਰੀ ਗੱਲ ਇਸ ਹਫ਼ਤੇ ਦੀ ਸੀ। ਸਰਗੀ ਹੋਰਾਂ ਦਾ ਧਰਨਾ ਤਕਰੀਬਨ ਮਹੀਨਾ ਚੱਲਿਆ ਸੀ। ਇਹ ਮਹੀਨਾ ਕਵਿਤਾ ਤੇ ਖੁਸ਼ਵੰਤ ਵੀ ਤਣਾਅ 'ਚ ਹੀ ਰਹੇ ਸੀ, ਖਾਸ ਕਰ ਜਦੋਂ ਸਰਗੀ ਉਹਨਾਂ ਦੇ ਹੁੰਦੇ ਵਿਰੋਧ ਦੀਆਂ ਗੱਲਾਂ ਦੱਸਦੀ। ਪਰ ਹੌਲੀ ਹੌਲੀ ਉਹਨਾਂ ਸਰਗੀ ਤੇ ਵਿਸ਼ਵਾਸ ਕਰਨਾ ਸਿੱਖ ਲਿਆ ਸੀ। ਕਵਿਤਾ ਨੂੰ ਭਰੋਸਾ ਹੋ ਗਿਆ ਸੀ ਕਿ ਉਹ ਆਪਣੇ ਆਪ ਨੂੰ ਸਾਂਭ ਸਕਦੀ ਹੈ। ਸਾਂਭ ਹੀ ਨਹੀਂ ਸਕਦੀ, ਆਪਣਾ ਵਿਸਥਾਰ ਵੀ ਕਰ ਸਕਦੀ ਹੈ। ਸਰਗੀ ਉਹਨੂੰ ਆਪਣਾ ਵਿਸਥਾਰ ਤਾਂ ਲੱਗਣ ਲੱਗ ਪਈ ਸੀ। ਉਹਦੇ ਜੀਵਨ ਤੋਂ ਕਿਤੇ ਅੱਗੇ ਜਾਣ ਵਾਲੀ। ਉਹ ਤਾਂ ਕਿੰਨੇ ਵਰਿਆਂ ਤੋਂ ਖੂਹ ਦਾ ਨਹੀਂ ਘਰ ਦਾ ਡੱਡੂ ਬਣੀ ਬੈਠੀ ਹੈ।
ਖੁਸ਼ਵੰਤ ਦੇ ਘਰ ਦਾ ਡੱਡੂ। ਘੰਟੀ ਵੱਜਣ ਦੀ ਆਵਾਜ਼ ਸੁਣ ਕੇ ਕਵਿਤਾ ਖਿੜ ਗਈ। ਜ਼ਰੂਰ ਸਰਗੀ ਗੇਟ ਉੱਤੇ ਖੜੀ ਮੁਸਕਰਾ ਰਹੀ ਹੋਈ। ਅੰਗ ਚੌਥਾ। ਜਗਦੀਸ਼ ਦੇ ਘਰ ਦੀ ਸੰਗੀਤਮਈ ਘੰਟੀ ਵੱਜੀ। ਕੁਝ ਹੀ ਪਲਾਂ ਬਾਅਦ ਨਿਸ਼ਾਨ ਨੇ ਮੇਜ਼ ਉੱਤੇ 2 ਪੈਕਡ ਲਿਫਾਫੇ ਲਿਆ ਟਕਾਏ। ਟੈਂਕੀ ਤੇ ਚੜਨ ਦੇ ਸ਼ੌਕੀਨ ਨਿਸ਼ਾਨ ਨੇ। ਖੁਸ਼ਵੰਤ ਨੂੰ ਪਤਾ ਹੀ ਨਹੀਂ ਸੀ ਲੱਗਾ ਜਗਦੀਸ਼ ਨੇ ਕਦੋਂ ਹੱਥ ਯੰਤਰ ਉੱਤੇ ਆਰਡਰ ਦੇ ਦਿੱਤਾ ਸੀ। ਜਗਦੀਸ਼ ਕੋਲੇ ਬਹੁਤ ਹੁਨਰ ਹੈ। ਹੱਥ ਯੰਤਰ ਉੱਤੇ ਇੰਨੀ ਹੌਲੀ ਆਵਾਜ਼ 'ਚ ਫੁੱਸ-ਫੁੱਸ ਕਰੇਗਾ ਕਿ ਨੇੜੇ ਬੰਦੇ ਬੈਠੇ ਨੂੰ ਵੀ ਕੀਤੀ ਗੱਲ ਦਾ ਪਤਾ ਨਹੀਂ ਲੱਗਦਾ। ਕਈ ਵਾਰ ਉਹਨੂੰ ਹੈਰਾਨੀ ਹੁੰਦੀ ਹੈ ਕਿ ਦੂਸਰੇ ਪਾਸੇ ਵਾਲੇ ਬੰਦੇ ਨੂੰ ਗੱਲ ਕਿਵੇਂ ਸਮਝ ਆਉਂਦੀ ਹੋਏਗੀ। ਪੁੱਛਣ ਤੇ ਕਹੇਗਾ, ਪ੍ਰੋਫੈਸਰ ਸਾਹਿਬ, ਇਹ ਸਮਝਣ ਲਈ ਹੱਥ ਯੰਤਰੀ ਇਸ਼ਕ ਕਰਨਾ ਪੈਂਦਾ ਹੈ। ਇਸ਼ਕ ਕੀਤਿਆਂ ਤਾਂ ਉਹ ਗੱਲਾਂ ਵੀ ਸਮਝ ਆ ਜਾਂਦੀਆਂ ਜਿਹੜੀਆਂ ਕਿਸੇ ਨੇ ਯੰਤਰ 'ਚ ਬੋਲੀਆਂ ਵੀ ਨਹੀਂ ਹੁੰਦੀਆਂ। ਤੁਸੀਂ ਮਾਸ਼ਾ ਅੱਲਾ ਵਿਆਹ ਕਰਵਾ ਕੇ ਇਸ਼ਕ ਕਰਨਾ ਹੀ ਭੁੱਲ ਗਏ। ਇਹਦਾ ਮਤਲਬ ਜੋ ਉੱਚੀ ਬੋਲਦਾ ਉਹਨੇ ਕਦੇ ਇਸ਼ਕ ਨਹੀਂ ਕੀਤਾ ਹੁੰਦਾ। ਖੁਸ਼ਵੰਤ ਸੁਖਵੰਤ ਬਾਰੇ ਸੋਚ ਕੇ ਮੁਸਕਰਾ ਪਿਆ। ਉਹ ਹੱਥ ਯੰਤਰ ਉੱਤੇ ਬਹੁਤ ਉੱਚੀ ਬੋਲਦਾ ਹੈ। ਕਈ ਵਾਰ ਕੋਲ ਬੈਠਿਆਂ ਨੂੰ ਕਹਿਣਾ ਪੈਂਦਾ, ਯਾਰ ਥੋੜਾ ਹੌਲੀ ਬੋਲ, ਗੱਲ ਸਿੱਧੀ ਸੁਣਾਉਣੀ ਆ ਕਿ ਯੰਤਰ ਵਿੱਚ ਦੀ। ਸੁਖਵੰਤ ਨੇ ਵਾਕਈ ਕਦੇ ਇਸ਼ਕ ਨਹੀਂ ਕੀਤਾ ਲੱਗਦਾ, ਨਾ ਅਸਲੀ ਨਾ ਯੰਤਰੀ। ਇਸੇ ਲਈ ਤਾਂ ਉਹ ਇੱਕ ਮੁਸਕਰਾਹਟ ਪਿੱਛੇ ਕਿਸੇ ਨੂੰ ਆਪਣੀ ਲੱਤ ਤੋੜਨ ਦਾ ਗੁਨਾਹ ਵੀ ਮਾਫ ਕਰ ਸਕਦਾ ਹੈ। ਇਸ਼ਕ ਵਿੱਚ ਤਾਂ ਬਹੁਤ ਵਾਰ ਕੁਝ ਮਾਫ ਕਰਨ ਲਈ ਹੁੰਦਾ ਹੀ ਨਹੀਂ, ਬਸ ਇਸ਼ਕ ਕਰਨ ਲਈ ਹੁੰਦਾ ਹੈ। ਉਹਨੂੰ ਹਰਪਾਲ ਤੇ ਪਾਸ਼ੀ ਯਾਦ ਆ ਗਏ। ਇੱਕ ਵਾਰ ਨਿੱਕੇ ਨੇ ਉਹਨੂੰ ਦੱਸਿਆ ਸੀ ਕਿ ਪਾਸ਼ੀ ਦਾ ਵਿਆਹ ਘਰਦਿਆਂ ਨੇ ਕਿਸੇ ਵਿਦੇਸ਼ੀ ਮੁੰਡੇ ਨਾਲ ਕੀਤਾ। ਸੋਹਣੀਆਂ ਸੁਨੱਖੀਆਂ ਕੁੜੀਆਂ ਵਿਦੇਸ਼ੀਆਂ ਨੂੰ ਝੱਟ ਪਸੰਦ ਆ ਜਾਂਦੀਆਂ। ਉਂਝ ਵੀ ਪਾਸ਼ੀ ਦੀ ਬਾਤ ਲਈ ਇਸ ਤੋਂ ਵਧੀਆ ਹੋਰ ਕੋਈ ਮੋੜ ਨਹੀਂ ਸੀ ਹੋ ਸਕਦਾ। ਹਰਪਾਲ ਕਿਹੜਾ ਜਿਉਂਦਾ ਹੈ ਜਿਹੜਾ ਉਹਨੂੰ ਵਾਪਸ ਲਿਆਉਣ ਲਈ ਜਹਾਜ਼ੇ ਚੜ੍ਹ ਕੇ ਉਹਦੇ ਪਿੱਛੇ ਪਿੱਛੇ ਆ ਸਕਦਾ। ਪਾਸ਼ੀ ਹੁਣ ਕਿਤੇ ਵਿਦੇਸ਼ 'ਚ ਬੈਠੀ ਨਿਆਣੇ ਪਾਲਦੀ ਹੋਣੀ ਹੈ। ਹੁਣ ਤਾਂ ਨਿਆਣੇ ਵੀ ਸਿਆਣੇ ਹੋ ਗਏ ਹੋਣੇ ਆ ਤੇ ਜਿਵੇਂ ਸਰਗੀ ਹੋ ਗਈ ਹੈ, ਹਰਪਾਲ ਨੂੰ ਉਹ ਭੁੱਲ ਗਈ ਹੋਣੀ ਹੈ। ਜਿਸ ਦਿਨ ਉਹ ਪਹਿਲੀ ਵਾਰ ਵਿਦੇਸ਼ ਜਾਣ ਲਈ ਜਹਾਜ਼ੇ ਬੈਠੀ ਹੋਏਗੀ, ਹਰਪਾਲ ਦੀ ਯਾਦ ਉਸ ਦਿਨ ਜਹਾਜ਼ ਦੇ ਬਾਹਰ ਇਸੇ ਮੈਲੀ ਮਿੱਟੀ 'ਚ ਕਿਤੇ ਰਹਿ ਗਈ ਹੋਏਗੀ। ਜਿੰਨੀ ਦੂਰ ਉਹ ਚਲੀ ਗਈ ਸੀ, ਯਾਦਾਂ ਲਈ ਇੰਨਾ ਲੰਬਾ ਸਫ਼ਰ ਤੈਅ ਕਰਨਾ ਬਹੁਤ ਔਖਾ ਹੁੰਦਾ ਹੈ। ਪਤਾ ਨਹੀਂ ਯਾਦਾਂ ਰੱਖਣ ਲਈ ਵੀ ਜਹਾਜ਼ 'ਚ ਕੋਈ ਥਾਂ ਹੁੰਦੀ ਹੈ ਜਾਂ ਨਹੀਂ, ਜਿਵੇਂ ਹੋਰ ਸਾਜ਼ੋ ਸਮਾਨ ਰੱਖਣ ਲਈ ਹੁੰਦੀ ਹੈ। ਲਾਲੀ ਬਾਰੇ ਤਾਂ ਉਹ ਹੁਣ ਸੋਚਦਾ ਹੀ ਨਹੀਂ। ਉਹਨਾਂ ਦੋਹਾਂ ਵਿੱਚੋਂ ਵੀ ਕਿਸੇ ਕੋਲ ਕਿਸੇ ਦਾ ਕੁਝ ਵੀ ਮਾਫ ਕਰਨ ਲਈ ਨਹੀਂ ਸੀ। ਉਹਨਾਂ ਕੋਲ ਸਿਰਫ ਉਹ ਪਲ ਹੀ ਸਨ ਜਦੋਂ ਉਹ ਇਕੱਠੇ ਸਨ, ਨਾ ਇਹ ਤੋਂ ਪਹਿਲਾਂ ਕੁਝ ਤੇ ਨਾ ਹੀ ਬਾਅਦ ਵਿੱਚ। ਤੇ ਜਦੋਂ ਤੋਂ ਕਵਿਤਾ ਉਹਨੂੰ ਮਿਲੀ ਸੀ, ਬਸ ਕਵਿਤਾ ਹੀ ਕਵਿਤਾ। ਸ਼ੁਰੂ 'ਚ ਕਵਿਤਾ ਨਾਲ ਇਸ਼ਕ ਸੀ, ਹੁਣ ਕਵਿਤਾ ਦੀ ਆਦਤ ਹੈ। ਸਰ ਸੁਣਾਓ, ਤੁਹਾਡਾ ਕੀ ਹਾਲ ਹੈ? ਨਿਸ਼ਾਨ ਜਾਣ ਦੀ ਬਜਾਏ ਉਹਨਾਂ ਕੋਲ ਬੈਠ ਗਿਆ। ਜਗਦੀਸ਼ ਨੇ ਖੁਸ਼ਵੰਤ ਨੂੰ ਉਹਦੀ ਰਮਜ਼ ਪਤਾ ਹੈ, ਇਸੇ ਲਈ ਜਗਦੀਸ਼ ਨੇ ਇੱਕ ਗਲਾਸ 'ਚ ਉਹਦੇ ਲਈ ਵੀ ਪੈਗ ਪਾਤਾ। ਸਰ ਚੀਅਰਜ਼। ਨਿਸ਼ਾਨ ਨੇ ਆਪਣਾ ਗਲਾਸ ਚੁੱਕਿਆ ਤੇ ਇੱਕ ਵਾਰ ਹਵਾ 'ਚ ਲਹਿਰਾ ਕੇ ਇੱਕੋ ਘੁੱਟ 'ਚ ਖਾਲੀ ਕਰਤਾ। ਗਿਲਾਸ ਰੱਖ ਕੇ ਸੁਖਵੰਤ ਵੱਲ ਦੇਖਦਿਆਂ ਬੋਲਿਆ, ਸਰਾਂ ਨੂੰ ਪਤਾ ਮੈਂ ਬਸ ਇਹਨਾਂ ਨਾਲ ਹੀ ਇਦਾਂ ਬੈਠਦਾ, ਮੇਰਾ ਇਹਨਾਂ ਨਾਲ ਪਿਆਰ ਹੀ ਇਦਾਂ ਦਾ। ਜਗਦੀਸ਼ ਨੇ ਇੱਕ ਪੈਗ ਹੋਰ ਪਾਤਾ। ਬਸ ਕਾਕਾ, ਤੂੰ ਇੰਨੀ ਪੀਣੀ ਹੈ? ਤੈਨੂੰ ਪਤਾ ਹੈ ਤੂੰ ਅਜੇ ਕੰਮ ਤੇ ਆ? ਹਾਂਜੀ ਸਰ, ਕੰਮ ਤੇ ਆ, ਮੈਂ ਸਦਾ ਹੀ ਰਹਿਣਾ। ਖੁਸ਼ਵੰਤ ਨੂੰ ਪਤਾ ਨਿਸ਼ਾਨ ਕਿੰਨਾ ਮਿਹਨਤੀ ਹੈ। ਕਈ ਵਾਰ ਉਹਨੂੰ ਹੈਰਾਨੀ ਵੀ ਹੁੰਦੀ ਹੈ ਉਹ ਇੰਨੇ ਕੰਮ ਕਿਵੇਂ ਕਰ ਲੈਂਦਾ ਹੈ। ਉਹਦੇ ਆਪਣੇ ਦੱਸਣ ਮੁਤਾਬਕ ਸਵੇਰੇ ਉੱਠ ਕੇ 5-6 ਘਰਾਂ ਦੀਆਂ ਕਾਰਾਂ ਧੋਂਦਾ ਹੈ, ਫਿਰ ਉਹ ਸਕੂਲ ਦੀ ਆਪਣੀ ਕੱਚੀ ਨੌਕਰੀ ਤੇ ਜਾਂਦਾ ਹੈ। ਇਸ ਨੌਕਰੀ ਦੇ ਪੈਸੇ ਸਰਕਾਰ ਲੰਗੇ ਡੰਗੀ ਦਿੰਦੀ ਹੈ, ਪਰ ਇਸ ਨੌਕਰੀ ਨਾਲ ਪੱਕੇ ਹੋਣ ਦਾ ਸੁਪਨਾ ਜੋੜਿਆ ਹੋਣ ਕਰਕੇ ਉਹ ਇਹ ਨੌਕਰੀ ਕਿਸੇ ਹਾਲ ਵੀ ਨਹੀਂ ਛੱਡ ਸਕਦਾ। ਕਈ ਵਾਰ ਸੁਪਨੇ ਅਸਲ ਤਨਖਾਹ ਨਾਲੋਂ ਮਹਿੰਗੇ ਹੁੰਦੇ ਆ। ਸਕੂਲੋਂ ਆ ਕੇ ਤੰਦੂਰੀ ਬਾਈਟਸ ਵਿੱਚ ਕੰਮ ਕਰਦਾ ਹੈ। ਇੱਥੇ ਉਹ ਰੋਜ਼ ਹੀ ਲੋੜ ਅਨੁਸਾਰ ਕੁਝ ਵੀ ਹੋ ਸਕਦਾ ਹੈ, ਮੈਨੇਜਰ ਤੋਂ ਲੈ ਕੇ ਵੇਟਰ, ਰਿਸੈਪਸ਼ਨਿਸਟ, ਕੁੱਕ, ਡਿਲੀਵਰੀ ਬॉय ਤੱਕ। ਜਿਵੇਂ ਹੁਣ ਉਹ ਡਿਲੀਵਰੀ ਬॉय ਬਣ ਕੇ ਆਇਆ ਸੀ। ਇਸ ਨੌਕਰੀ ਦੇ ਮੁੱਕਣ ਨਾਲ ਵੀ ਉਹਦਾ ਕੰਮ ਨਹੀਂ ਮੁੱਕਦਾ। ਰਾਤ ਨੂੰ ਉਹ ਇੱਕ ATM ਦੇ ਕਮਰੇ 'ਚ ਸੌਂਦਾ ਹੈ। ਬੈਂਕ ਤੋਂ ਉਹਨੂੰ ਇਹਦੇ ਵੀ ਕੁਝ ਪੈਸੇ ਮਿਲ ਜਾਂਦੇ ਆ। ਇਹ ਸਾਰਾ ਕੁਝ ਕਰਨ ਪਿੱਛੋਂ ਵੀ ਉਹ ਇਹ ਟੈਂਕੀਆਂ ਤੇ ਚੜਨ ਦਾ ਸਮਾਂ ਕੱਢ ਹੀ ਲੈਂਦਾ ਹੈ। ਖੁਸ਼ਵੰਤ ਸੁਖਵੰਤ ਨੂੰ ਦੱਸਦਿਆਂ ਹੱਸਦਾ ਹੈ। ਹੁਣ ਤੱਕ ਆਪਣੀ ਜ਼ਿੰਦਗੀ ਦੇ 64 ਦਿਨ ਟੈਂਕੀਆਂ ਤੇ ਗੁਜ਼ਾਰ ਚੁੱਕਾ ਹੈ। ਸਰ ਤੁਸੀਂ ਤਾਂ ਮਜ਼ਾਕ ਕਰਦੇ ਹੋ। ਨਾ ਸ਼ਹੀਦਾਂ ਨਾਲ ਮਜ਼ਾਕ ਥੋੜਾ ਕਰੀਦਾ। ਤੂੰ ਤਾਂ ਸਾਡਾ ਜਿਉਂਦਾ ਸ਼ਹੀਦ ਹੈ। ਜਗਦੀਸ਼ ਵਾਕਈ ਮਜ਼ਾਕ ਦੇ ਮੂਡ 'ਚ ਸੀ। ਨਹੀਂ ਸਰ, ਸਾਡੀ ਸ਼ਹੀਦ ਤਾਂ ਰੇਖਾ ਰਾਣੀ ਸੀ। ਸਾਡੇ ਲਈ ਜਾਨ ਕੁਰਬਾਨ ਕੀਤੀ ਉਹਨੇ। ਨਿਸ਼ਾਨ ਦੂਜੇ ਪੈਗ ਵਿੱਚੋਂ ਵੀ ਕੁਝ ਪੀ ਚੁੱਕਾ ਸੀ, ਇਸ ਲਈ ਹੋਰ ਗੰਭੀਰ ਤੇ ਭਾਵੁਕ ਹੋਣ ਲੱਗਾ। ਇਸੇ ਗੰਭੀਰ ਮੁਦਰਾ 'ਚ ਉਹਨੇ ਗੱਲ ਬਦਲੀ। ਸਰ ਮੈਨੂੰ ਸਲਾਹ ਦਿਓ ਇੱਕ, ਮੈਂ ਤੰਦੂਰੀ ਬਾਈਟਸ ਵਾਲੀ ਨੌਕਰੀ ਛੱਡ ਦੇਣ ਲੱਗਾ। ਮੇਰੇ ਤੋਂ ਲਾਲੇ ਦੀਆਂ ਗਾਲਾਂ ਨਹੀਂ ਖਾਧੀਆਂ ਜਾਂਦੀਆਂ ਰੋਜ਼। ਮੈਂ ਸੋਚਦਾ ਆਟੋ ਲੈ ਲਾਂ ਕੋਈ, ਮੈਨੂੰ ਮਿਲਦਾ ਵੀ ਹੈ ਇੱਕ ਸੈਕਿੰਡ ਹੈਂਡ। ਸਕੂਲੋਂ ਆ ਕੇ ਉਹ ਚਲਾ ਲਿਆ ਕਰੋ। ਠੀਕ ਹੈ, ਜਿੱਥੋਂ ਰੋਟੀ ਮਿਲਦੀ ਹੋਵੇ ਕੋਈ ਕੰਮ ਮਾੜਾ ਨਹੀਂ ਹੁੰਦਾ। ਦੂਜਾ ਸਰ, ਮੈਂ ਸੋਚਦਾ ਕੋਈ ਹੰਗਾਮਾ ਕਰੀਏ ਫੇਰ।
ਸਰਕਾਰ ਨੇ ਤਾਂ ਸਾਡੇ ਵੱਲੋਂ ਕੰਨ ਹੀ ਬੰਦ ਕਰ ਲਏ। ਬਿਲਕੁਲ ਪੈਗ ਖਾਲੀ ਕਰੋ ਬੋਲਿਆ, ਪਰ ਕਰੀਏ ਕੀ? ਟੈਂਕੀ ਤੇ ਤਾਂ ਹੁਣ ਚੜ੍ਹਨ ਨਹੀਂ ਦਿੰਦਾ ਕੋਈ। ਮੈਂ ਦੇਖ ਰਿਹਾ ਜੇ ਕਿਸੇ ਫੋਨ ਦੇ ਟਾਵਰ ਤੇ ਚੜਿਆ ਜਾਵੇ। ਖੁਸ਼ਵੰਤ ਨੂੰ ਪਤਾ ਹੈ ਕਿ ਅੱਜ ਕੱਲ੍ਹ ਨਿਸ਼ਾਨ ਇਹਨਾਂ ਗੱਲਾਂ ਨੂੰ ਹੀ ਦੁਹਰਾਉਂਦਾ ਰਹਿੰਦਾ ਹੈ। ਯਾਰ ਮੈਂ ਇੱਕ ਸਲਾਹ ਦਿਆਂ। ਹੁਣ ਤੱਕ ਨਿਸ਼ਾਨ ਦੀਆਂ ਗੱਲਾਂ ਸੁਣਦਾ ਚੁੱਪ ਬੈਠਾ ਸੁਖਵੰਤ ਬੋਲਿਆ। ਨਿਸ਼ਾਨ ਉਤਸੁਕਤਾ ਨਾਲ ਉਹਦੇ ਵੱਲ ਦੇਖਣ ਲੱਗਾ। ਦੇਖੋ ਯਾਰ, ਤੁਸੀਂ ਹੁਣ ਟੈਂਕੀਆਂ ਜਾਂ ਫੋਨ ਟਾਵਰਾਂ ਤੇ ਨਾ ਚੜੋ, ਕੋਈ ਫਾਇਦਾ ਨਹੀਂ। ਖੁਸ਼ਵੰਤ ਸਮਝ ਗਿਆ ਕਿ ਸੁਖਵੰਤ ਹੁਣ ਕੁਝ ਵੀ ਕਹਿ ਦੇਣ ਦੀ ਮਨੋਸਥਿਤੀ 'ਚ ਪਹੁੰਚ ਗਿਆ। ਟੈਂਕੀਆਂ ਜਨਤਾ ਦੀਆਂ ਤੇ ਤੁਸੀਂ ਜਨਤਾ, ਇਸ ਲਈ ਕੋਈ ਫਾਇਦਾ ਨਹੀਂ। ਟਾਵਰ ਤਾਂ ਲੱਗੇ ਹੀ ਲੋਕਾਂ ਦੇ ਕੋਠਿਆਂ ਤੇ ਆ। ਇਹਨਾਂ ਤੇ ਚੜ੍ਹਨ ਦੀ ਬਜਾਏ ਇੱਕ ਹੋਰ ਕੰਮ ਕਰੋ। ਤੁਹਾਨੂੰ ਪਤਾ ਹੈ ਇਸ ਲਈ ਸਰਕਾਰ ਦੇ ਸਾਰੇ ਬੰਦੇ ਆਪਣੇ ਵਾਂਗ ਹੀ ਪੀਣ ਡਏ ਹੁੰਦੇ ਆ। ਤੁਸੀਂ ਸਾਰੇ ਰਲ ਕੇ ਇੱਕ ਦਿਨ ਰਲ ਕੇ ਉਹਨਾਂ ਦੇ ਗਲਾਸਾਂ 'ਚ ਛਾਲ ਮਾਰ ਦਿਓ। ਉਹਨੇ ਇੱਕ ਪਲ ਆਪਣੀ ਗੱਲ ਦਾ ਨਿਸ਼ਾਨ ਉੱਤੇ ਹੁੰਦਾ ਅਸਰ ਜਾਚਿਆ, ਫਿਰ ਬੋਲਿਆ, ਜੇ ਫਿਰ ਵੀ ਉਹਨਾਂ ਤੁਹਾਨੂੰ ਨਾ ਦੇਖਿਆ, ਉਹਨਾਂ ਦੇ ਗਲੇ 'ਚ ਫਸ ਜਿਓ ਜਾ ਕੇ, ਹੱਡੀ ਵਾਂਗ ਨਹੀਂ, ਮੱਛੀ ਦੇ ਕੰਡੇ ਵਾਂਗ। ਇਹ ਯਾਦ ਰੱਖਿਓ ਮੇਰੀ ਗੱਲ, ਗਲਾਸਾਂ 'ਚ ਛਾਲ ਮਾਰ ਦਿਓ। ਸਰ ਤੁਸੀਂ ਤਾਂ ਮਜ਼ਾਕ ਕਰੀ ਜਾਂਦੇ ਹੋ। ਨਿਸ਼ਾਨ ਜਾਣ ਲਈ ਉੱਠ ਖਲੋਇਆ। ਖੁਸ਼ਵੰਤ ਨੂੰ ਪਤਾ ਸੀ ਸੁਖਵੰਤ ਮਜ਼ਾਕ ਨਹੀਂ ਸੀ ਕਰ ਰਿਹਾ। ਉਹ ਛੇਤੀ ਕਿਤੇ ਕਿਸੇ ਨੂੰ ਮਜ਼ਾਕ ਕਰਦਾ ਹੀ ਨਹੀਂ। ਉਹਦੀ ਗੱਲ ਨਿਸ਼ਾਨ ਨੂੰ ਸਮਝ ਨਹੀਂ ਸੀ ਆਈ, ਜਿਵੇਂ ਉਹਦੀਆਂ ਬਹੁਤੀਆਂ ਗੱਲਾਂ ਕਿਸੇ ਨੂੰ ਵੀ ਸਮਝ ਨਹੀਂ ਆਉਂਦੀਆਂ। ਸ਼ਾਇਦ ਇਸ ਲਈ ਕਿ ਕਿਸੇ ਨੇ ਕਦੇ ਸੁਖਵੰਤ ਨਾਲ ਵੀ ਇਸ਼ਕ ਨਹੀਂ ਕੀਤਾ। ਨਿਸ਼ਾਨ ਦੇ ਜਾਣ ਪਿੱਛੋਂ ਮੁੜ ਆਪਣੀ ਦੁਨੀਆ ਵੱਲ ਪਰਤ ਆਏ। ਸ਼ਾਇਦ ਨਿਸ਼ਾਨ ਕੋਈ ਏਲੀਅਨ ਸੀ, ਕਿਸੇ ਦੂਸਰੇ ਗ੍ਰਹਿ ਦਾ ਪ੍ਰਾਣੀ ਜੋ ਬਾਰ-ਬਾਰ ਟੈਂਕੀ ਜਾਂ ਟਾਵਰ ਤੇ ਚੜ੍ਹ ਕੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦਾ ਸੀ, ਆਪਣੇ ਨਾਲ ਹੋ ਰਹੀ ਬੇਇਨਸਾਫੀ ਵੱਲ। ਸੁਖਵੰਤ ਦੀ ਸਲਾਹ ਨੂੰ ਥੋੜਾ ਜਿਹਾ ਗਲਤ ਸਮਝ ਕੇ ਉਹਨਾਂ ਦੇ ਗਲਾਸਾਂ ਵਿੱਚ ਵੀ ਛਾਲ ਮਾਰ ਸਕਦਾ ਸੀ, ਉਹਨਾਂ ਦੇ ਗਲੇ 'ਚ ਵੀ ਅਟਕ ਸਕਦਾ ਸੀ। ਜਿਵੇਂ ਮਾਇਆਵੀ ਦੁਨੀਆ 'ਚ ਉਹਦੇ ਵਿਚਾਰਾਂ ਉੱਤੇ ਹੋਈਆਂ ਗਵਾਰੂ ਕਿਸਮ ਦੀਆਂ ਟਿੱਪਣੀਆਂ ਉਹਦੇ ਜ਼ਿਹਨ 'ਚ ਅਟਕੀਆਂ ਰਹੀਆਂ ਸਨ। ਜਿਵੇਂ 2 ਦਿਨ ਬਾਅਦ ਸੜਕ ਉੱਤੇ 2 ਛਲਾਰੂ ਜਿਹੇ ਫਟੀਆਂ ਜੀਨਾਂ ਵਾਲੇ ਮੁੰਡਿਆਂ ਵੱਲੋਂ ਕੱਢੀਆਂ ਗਾਲਾਂ ਦੇ ਵੱਟੇ ਹੋਰੇ ਤਾਪ ਬਣ ਉਹਦੇ ਦਿਮਾਗ ਨੂੰ ਚੜ੍ਹ ਗਏ ਸਨ। ਹਜ਼ੂਰ, ਪੁਰਸ਼ਾਰਥ ਤਾਂ ਹੀ ਹੈ, ਅਰਥ, ਕਾਮ, ਧਰਮ ਤੇ ਮੋਕਸ਼ ਵਿੱਚ ਸੰਤੁਲਨ ਬਣਾਈ ਰੱਖਣਾ। ਇਸ ਮੁੰਡੇ ਨੂੰ ਅਜੇ ਇਹ ਪੁਰਸ਼ਾਰਥ ਸਿੱਖਣਾ ਪੈਣਾ ਹੈ। ਸੁਖਵੰਤ ਜਿਵੇਂ ਆਪਣੇ ਆਪ ਨੂੰ ਕਹਿ ਰਿਹਾ ਸੀ। ਤੇਰੇ ਇਸ ਪੁਰਸ਼ਾਰਥ ਦਾ ਤਾਂ ਮੈਨੂੰ ਪਤਾ ਨਹੀਂ, ਜਗਦੀਸ਼ ਬੋਲਿਆ, ਪਰ ਇਹਨਾਂ ਚਾਰਾਂ 'ਚੋਂ ਆਪਾਂ ਤਾਂ ਅਰਥ ਤੇ ਕਾਮ ਵਾਲੇ ਬੰਦੇ ਆ। ਧਰਮ ਤੇ ਮੋਕਸ਼ ਮੇਰੇ ਹਿੱਸੇ ਦਾ ਤੂੰ ਰੱਖ ਲੈ। ਆਹੋ, ਖੁਸ਼ਵੰਤ ਵੀ ਹੱਸਿਆ। ਮੈਨੂੰ ਲੱਗਦਾ ਇਸ ਨਿਸ਼ਾਨ ਨੂੰ ਵੀ ਅਰਥ ਤੇ ਕਾਮ ਹੀ ਜ਼ਰੂਰੀ ਚਾਹੀਦਾ ਹੈ। ਬੇਸ਼ੱਕ ਉਹਦੇ ਹਿੱਸੇ ਦਾ ਧਰਮ ਤੇ ਮੋਕਸ਼ ਵੀ ਤੂੰ ਰੱਖ ਲੈ। ਪ੍ਰੋਫੈਸਰ ਸਾਹਿਬ, ਤੁਸੀਂ ਅਜੇ ਤੱਕ ਨਹੀਂ ਦੱਸਿਆ ਤੁਹਾਨੂੰ ਕਾਹਦਾ ਤਾਪ ਚੜਿਆ? ਭਾਬੀ ਕਹਿੰਦੀ ਕੋਈ ਛੋਟੀ ਜੀ ਗੱਲ ਦਿਲ ਨੂੰ ਲਾ ਲਈ। ਜਗਦੀਸ਼ ਖੁਸ਼ਵੰਤ ਵੱਲ ਨੂੰ ਹੋਇਆ। ਕੁਛ ਨਹੀਂ ਯਾਰ, ਬਸ ਆਪਣੀ ਅਸਲ ਕੀਮਤ ਪਤਾ ਲੱਗ ਗਈ, ਉਹ ਕਹਿਣਾ ਚਾਹੁੰਦਾ ਸੀ। ਹੋਇਆ ਕੀ, ਪਤਾ ਤਾਂ ਲੱਗੇ। ਖੁਸ਼ਵੰਤ ਚੁੱਪ ਹੋ ਗਿਆ। ਉਹਨੂੰ ਪਤਾ ਨਹੀਂ ਸੀ ਉਹਨੂੰ ਕੀ ਕਹਿਣਾ ਚਾਹੀਦਾ। ਹੁਣ ਤਾਂ ਪਹਿਲਾਂ ਉਹਨੂੰ ਇਹ ਵੀ ਕਿਹੜਾ ਪਤਾ ਸੀ ਕਿ ਕੋਈ ਤਾਪ ਇਸ ਤਰ੍ਹਾਂ ਵੀ ਚੜ੍ਹ ਸਕਦਾ ਹੁੰਦਾ ਹੈ। ਜੇ ਇਹ ਗੱਲ ਅੱਜ ਤੋਂ 20-30 ਵਰ੍ਹੇ ਪਹਿਲਾਂ ਹੋਈ ਹੁੰਦੀ ਤਾਂ ਉਹਦੇ ਲਈ ਦਿਨ 'ਚ ਵਾਪਰਨ ਵਾਲੀਆਂ ਹੋਰ ਅਣਗਿਣਤ ਘਟਨਾਵਾਂ ਵਾਂਗ ਇਹ ਵੀ ਸਧਾਰਨ ਘਟਨਾ ਹੀ ਹੋਣੀ ਸੀ। ਘੱਟੋ ਘੱਟ ਉਹਨੂੰ ਤਾਪ ਨਹੀਂ ਸੀ ਚੜ੍ਹਨਾ। ਹੋਏ ਤਾਂ ਕੁਝ ਵੀ ਨਹੀਂ ਸੀ। ਉਹ ਉਸ ਦਿਨ ਵੀ ਆਪਣੇ ਸਕੂਟਰ ਤੇ ਕਾਲਜ ਤੋਂ ਘਰ ਆ ਰਿਹਾ ਸੀ। ਉਹਦੇ ਅੱਗੇ ਜਾ ਰਹੀ ਕਾਰ ਨੇ ਅਚਾਨਕ ਬ੍ਰੇਕ ਲਾਤੀ। ਹੋ ਸਕਦਾ ਉਹਦਾ ਧਿਆਨ ਕਿਤੇ ਹੋਰ ਹੋਵੇ, ਜਿਵੇਂ ਅੱਜ ਕੱਲ੍ਹ ਅਕਸਰ ਹੁੰਦਾ ਹੀ ਹੈ। ਰੋਕਦਿਆਂ ਵੀ ਉਹਦਾ ਸਕੂਟਰ ਕਾਰ ਦੇ ਪਿੱਛੇ ਜਾ ਠੁਕਿਆ। ਕੋਈ ਖਾਸ ਨੁਕਸਾਨ ਵੀ ਨਹੀਂ ਹੋਇਆ। ਹਲਕਾ ਜਿਹਾ ਡੈਂਟ ਕਾਰ ਦੇ ਪਿਛਲੇ ਪਾਸੇ ਜ਼ਰੂਰ ਪਿਆ। ਕਾਰ 'ਚ 2 ਛਲਾਰੂ ਜੇ ਫਟੀਆਂ ਜੀਨਾਂ ਵਾਲੇ ਮੁੰਡੇ ਬਾਹਰ ਨਿਕਲੇ ਤਾਂ ਉਹ ਗੁੱਸੇ ਨਾਲ ਬੋਲ ਪਿਆ, ਓਏ ਅੰਕਲ, ਓਏ ਅਕਲ ਕਰੋ ਕੁਛ, ਪਿਓ ਵਾਲੀ ਗੱਡੀ ਚਲਾਉਣੀ ਨਹੀਂ ਆਉਂਦੀ ਤਾਂ ਬੈਠਦੇ ਕਿਉਂ ਵਿੱਚ? ਉਹਦਾ ਦਿਮਾਗ ਟੱਕਰ ਨਾਲ ਘੱਟ ਤੇ ਟੱਕਰ ਬਾਰੇ ਸੋਚ ਕੇ ਵੱਧ ਘੁੰਮ ਰਿਹਾ ਸੀ, ਇਸ ਲਈ ਉਹਦੇ ਸ਼ਬਦ ਖਰਵੇ ਸਨ। ਉਂਝ ਵੀ ਉਸ ਉਮਰ ਦੇ ਮੁੰਡਿਆਂ ਨੂੰ ਹੀ ਉਹ ਪੜ੍ਹਾਉਂਦਾ ਸੀ। ਉਹਨਾਂ ਨਾਲ ਕਦੇ-ਕਦੇ ਇਸ ਲਹਿਜੇ 'ਚ ਬੋਲ ਵੀ ਜਾਂਦਾ ਸੀ, ਇਸ ਲਈ ਉਹਦੇ ਅੰਦਰੋਂ ਜੋ ਵੀ ਨਿਕਲਿਆ ਸੁਭਾਵਕ ਹੀ ਨਿਕਲਿਆ। ਪਰ ਛਲਾਰੂ ਜੇ ਫਟੀਆਂ ਜੀਨਾਂ ਵਾਲੇ ਮੁੰਡਿਆਂ ਨੇ ਜੋ ਕੀਤਾ ਉਹਦਾ ਉਹਨੂੰ ਅੰਦਾਜ਼ਾ ਨਹੀਂ ਸੀ। ਖੜ ਜਾ, ਇਹ ਤੇਰੀ ਭੈਣ ਸਿਖਾਉਣੇ ਤੈਨੂੰ ਅਕਲ। ਨੰਗੀਆਂ ਗਾਲਾਂ ਦਾ ਮੀਂਹ ਵਰਾਉਂਦਿਆਂ ਛਲਾਰੂ ਜੇ ਫਟੀਆਂ ਜੀਨਾਂ ਵਾਲੇ ਮੁੰਡਿਆਂ ਨੇ ਉਹਨੂੰ ਗਲਮਿਓਂ ਫੜ ਲਿਆ। ਸਦਮੇ ਜਿਹੇ 'ਚ ਸਕੂਟਰ ਸੁੱਟ ਕੇ ਆਪਣੀ ਪੱਗ ਲੱਥਣ ਤੋਂ ਬਚਾਉਣ ਲੱਗਾ। 2 ਹੂਰੇ ਉਹਦੇ ਨੱਕ ਤੇ ਮੂੰਹ ਵੱਲ ਆਏ। ਉਹਦੀਆਂ ਅੱਖਾਂ ਆਪ ਮੁਹਾਰੀਆਂ ਆਪਣੀ ਸੁਰੱਖਿਆ ਲਈ ਬੰਦ ਹੋ ਗਈਆਂ, ਪਰ ਹੂਰੇ ਉਹਦੇ ਚਿਹਰੇ ਨਾਲ ਟਕਰਾਏ ਨਾ। ਉਸ ਤੋਂ ਪਹਿਲਾਂ ਹੀ ਕੁਝ ਰਾਹਗੀਰਾਂ ਨੇ ਮੁੰਡਿਆਂ ਨੂੰ ਫੜ ਲਿਆ ਸੀ। ਸ਼ਾਇਦ ਕੁਝ ਰੋਜ਼ ਇੱਧਰੋਂ ਲੰਘਣ ਵਾਲੇ ਕਾਲਜ ਦੇ ਇਸ ਪ੍ਰੋਫੈਸਰ ਨੂੰ ਪਛਾਣਦੇ ਵੀ ਸੀ। ਉਹ ਸ਼ਰਮ ਕਰੋ, ਕੁਝ ਉਮਰ ਦਾ ਹੀ ਲਿਹਾਜ਼ ਕਰ ਲਿਆ ਕਰੋ, ਕੋਈ ਮੁੰਡਿਆਂ ਨੂੰ ਫਟਕਾਰ ਰਿਹਾ ਸੀ। ਖੁਸ਼ਵੰਤ ਦੇ ਚਿਹਰੇ ਦਾ ਵੀ ਬਚਾਅ ਹੋ ਗਿਆ ਤੇ ਪੱਗ ਦਾ ਵੀ। ਉਹਨਾਂ ਰਾਹਗੀਰਾਂ ਨੇ ਅਣਪਛਾਤੇ ਛਲਾਰੂ ਜਿਹੇ ਫਟੀਆਂ ਜੀਨਾਂ ਵਾਲੇ ਮੁੰਡਿਆਂ ਨੂੰ
ਘਰ ਜਾਂ ਜਿੱਥੇ ਵੀ ਉਹਨਾਂ ਜਾਣਾ ਸੀ ਤੋਰਿਆ। ਕਿਸੇ ਇੱਕ ਨੇ ਉਹਦਾ ਡਿੱਗਾ ਸਕੂਟਰ ਚੁੱਕ ਕੇ ਉਹਨੂੰ ਫੜਾਇਆ। ਉਸੇ ਨੇ ਸਕੂਟਰ ਸਟਾਰਟ ਵੀ ਕਰ ਦਿੱਤਾ। ਘਰ ਵੜਦਿਆਂ ਉਹਦੇ ਹੱਥ ਕੰਬ ਰਹੇ ਸਨ। ਜੋ ਵਾਪਰਿਆ ਸੀ ਉਹਨੂੰ ਅਜੇ ਵੀ ਉੱਤੇ ਵਿਸ਼ਵਾਸ ਨਹੀਂ ਸੀ ਹੋ ਰਿਹਾ। ਜੋ ਵੀ ਉਹ ਤੋਂ ਦੱਸਿਆ ਗਿਆ ਉਹਨੇ ਕਵਿਤਾ ਨੂੰ ਦੱਸਿਆ। ਦੱਸਦਿਆਂ ਉਹਦਾ ਪੂਰਾ ਜਿਸਮ ਕੰਬਣ ਲੱਗਾ ਸੀ। ਕਵਿਤਾ ਨੇ ਉਹਨੂੰ ਪਾਣੀ ਦਾ ਗਲਾਸ ਫੜਾਉਂਦਿਆਂ ਦਿਲਾਸਾ ਦਿੱਤਾ। ਕੱਪੜੇ ਬਦਲ ਕੇ ਉਹਨੇ ਪੱਗ ਨਾਲ ਮੂੰਹ ਸਿਰ ਲਪੇਟ ਲਿਆ ਤੇ ਬਿਸਤਰੇ 'ਚ ਲੇਟ ਗਿਆ ਤੇ ਉਹਨੂੰ ਲੱਗਿਆ ਜਿਵੇਂ ਉਹ ਮਰ ਰਿਹਾ ਹੋਵੇ। ਉਹਦੀ ਆਤਮਾ ਜਿਸਮ ਵਿੱਚੋਂ ਬਾਹਰ ਨਿਕਲ ਉਹਨੂੰ ਦੇਖ ਹੱਸ ਰਹੀ ਹੋਵੇ, ਉਹਦੀ ਖਿੱਲੀ ਉਡਾ ਰਹੀ ਹੋਵੇ। ਕੁਝ ਦੇਰ ਬਾਅਦ ਉਹਦਾ ਮੱਥਾ ਤਪਣ ਲੱਗਾ। ਜਦੋਂ ਕਵਿਤਾ ਨੇ ਉਹਦੇ ਮੱਥੇ ਤੇ ਹੱਥ ਲਾ ਕੇ ਦੇਖਿਆ, ਉਸ ਵੇਲੇ ਉਹਦਾ ਪੂਰਾ ਜਿਸਮ ਭੱਠੀ ਬਣਿਆ ਹੋਇਆ ਸੀ। ਤਾਪ ਚੜ੍ਹਨ ਦੇ ਅਗਲੇ ਦਿਨ ਰਾਤ ਨੂੰ ਕਵਿਤਾ ਨੇ ਦੱਸਿਆ ਸੀ ਕਿ ਸਰਗੀ ਹੋਰਾਂ ਦੀ ਹੜਤਾਲ ਖਤਮ ਹੋ ਗਈ ਹੈ। ਉਹਨਾਂ ਨੂੰ ਲਾਇਬ੍ਰੇਰੀ 'ਚ ਪੜ੍ਹਨ ਲਈ ਕੁਝ ਹੋਰ ਘੰਟੇ ਮਿਲ ਗਏ ਹੈ। ਸਰਗੀ ਨੇ ਇੱਕ ਛੋਟੀ ਜਿਹੀ ਲੜਾਈ ਜਿੱਤ ਲਈ ਹੈ, ਭਾਵੇਂ ਜਿੱਤ ਵੱਡੀ ਹੈ ਜਾਂ ਛੋਟੀ। ਆਪਣੀ ਤਾਪ ਨਾਲ ਜੂਝਦੇ ਖੁਸ਼ਵੰਤ ਉੱਤੇ ਇਸ ਖਬਰ ਦਾ ਕੋਈ ਅਸਰ ਨਹੀਂ ਸੀ ਹੋਇਆ, ਜਿਵੇਂ ਤਾਪ ਨੇ ਉਹਦੀਆਂ ਸਾਰੀਆਂ ਸੰਵੇਦਨਾਵਾਂ ਨੂੰ ਜੜ ਕਰ ਦਿੱਤਾ ਸੀ। ਕੁਝ ਦਿਨ ਪਹਿਲਾਂ ਹੀ ਉਹਦੇ ਹੱਥ ਯੰਤਰ ਤੇ ਸਰਗੀ ਦੀ ਵਾਰਡਨ ਨੇ ਉਹਦੇ ਨਾਲ ਗੱਲ ਕੀਤੀ ਸੀ। ਉਹਨੇ ਸ਼ਿਕਾਇਤ ਦੇ ਲਹਿਜੇ 'ਚ ਦੱਸਿਆ ਸੀ ਕਿ ਉਹਨਾਂ ਦੀ ਕੁੜੀ ਵਿਸ਼ਵ ਵਿਦਿਆਲੇ 'ਚ ਪੜ੍ਹਨ ਤੋਂ ਵੱਧ ਨੇਤਾਗਿਰੀ ਕਰ ਰਹੀ ਹੈ। ਇਸੇ ਲਈ ਉਹ ਵੀਸੀ ਦੀਆਂ ਨਜ਼ਰਾਂ 'ਚ ਆ ਗਈ ਹੈ। ਕੁੜੀਆਂ ਲਈ ਅੱਜ ਕੱਲ੍ਹ ਦੇ ਖਤਰਨਾਕ ਮਾਹੌਲ ਦਾ ਡਰਾਉਣੇ ਸ਼ਬਦਾਂ 'ਚ ਵਰਣਨ ਕਰਕੇ ਉਹਨੇ ਪੁੱਛਿਆ ਸੀ ਕਿ ਤੁਸੀਂ ਆਪਣੀ ਕੁੜੀ ਨੂੰ ਸਾਰੀ ਰਾਤ ਹੋਸਟਲ ਤੋਂ ਬਾਹਰ ਲਾਇਬ੍ਰੇਰੀ ਜਾਂ ਕਿਤੇ ਹੋਰ ਰਹਿਣ ਦੀ ਸਹਿਮਤੀ ਦੇ ਸਕਦੇ ਹੋ? ਖੁਸ਼ਵੰਤ ਨੇ ਸਿਰਫ ਇੱਕ ਪਲ ਸੋਚਿਆ ਸੀ। ਇਹ ਇੱਕ ਪਲ ਉਸ ਬਾਪ ਨੇ ਲਿਆ ਜਿਸ ਲਈ ਉਹਦੀ ਕੁੜੀ ਹਮੇਸ਼ਾ ਉਸ ਲੇਲੇ ਵਰਗੀ ਹੁੰਦੀ ਹੈ ਜਿਹਨੂੰ ਚਿਰੁੰਡਣ ਲਈ ਭੇੜੀਏ ਹਰ ਵੇਲੇ ਚਾਰੇ ਪਾਸੇ ਘਾਤ ਲੈ ਕੇ ਲਾ ਕੇ ਬੈਠੇ ਹੁੰਦੇ ਹੈ। ਇਸੇ ਇੱਕ ਪਲ 'ਚ ਉਹਨੂੰ ਸਰਗੀ ਦੀਆਂ ਉਹ ਅੱਖਾਂ ਵੀ ਦਿਖਾਈ ਦੇ ਗਈਆਂ ਜੋ ਬਾਪ ਸਮੇਤ ਕਿਸੇ ਨੂੰ ਵੀ ਸਵਾਲ ਕਰਨ ਦੀ ਜੁਰਤ ਰੱਖਦੀਆਂ ਹਨ। ਹਾਂ, ਮੇਰੀ ਸਹਿਮਤੀ ਆ। ਇੱਕ ਪਲ ਬਾਅਦ ਇਹ ਬੋਲ ਆਪਣੇ ਆਪ ਉਹਦੇ ਬੁੱਲਾਂ ਤੇ ਆ ਗਏ। ਸਹਿਜ ਸੁਭਾਅ, ਜਿਵੇਂ ਇਸ ਤੋਂ ਬਿਨਾਂ ਕੋਈ ਹੋਰ ਜਵਾਬ ਸੰਭਵ ਹੀ ਨਾ ਹੋਵੇ। ਹੱਥ ਯੰਤਰ ਚੁੱਪ ਹੋ ਗਿਆ। ਤਾਪ ਚੜੇ ਤੋਂ ਉਹ ਇਹ ਗੱਲ ਭੁੱਲੀ ਬੈਠਾ ਸੀ, ਪਰ ਹੁਣ ਜਦੋਂ ਆਪਣੇ ਤਾਪ ਤੋਂ ਮੁਕਤ ਹੋਣ 'ਚ ਸਫਲ ਹੋ ਗਿਆ ਸੀ, ਉਹਨੂੰ ਯਾਦ ਆਇਆ ਕਿ ਸਰਗੀ ਘਰ ਆ ਗਈ ਹੋਏਗੀ। ਉਹਦਾ ਧਿਆਨ ਜਗਦੀਸ਼ ਦੇ ਲਟਕ ਰਹੇ ਸਵਾਲ ਵੱਲ ਗਿਆ। ਕੁਛ ਨਹੀਂ ਸੀ ਹੋਇਆ, ਬਸ ਮਾੜਾ ਜਿਹਾ ਤਾਪ ਹੀ ਚੜਿਆ ਸੀ। ਤਾਪ ਦਾ ਕੀ ਪਤਾ ਲੱਗਦਾ ਕਿਉਂ ਚੜ ਗਿਆ। ਆਖ ਕੇ ਉਹ ਜਾਣ ਲਈ ਉੱਠ ਖਲੋਤਾ। ਉਹਦਾ ਮਨ ਸਰਗੀ ਨੂੰ ਮਿਲਣ ਲਈ ਕਾਹਲਾ ਪੈ ਗਿਆ ਸੀ। ਅੱਖਾਂ 'ਚ ਪਹਿਲੀ ਜਿੱਤ ਦੇ ਨਿਸ਼ਾਨ ਕਿਵੇਂ ਚਮਕਦੇ ਹਨ, ਉਹ ਛੇਤੀ ਤੋਂ ਛੇਤੀ ਦੇਖਣਾ ਚਾਹੁੰਦਾ ਸੀ। ਧੰਨਵਾਦ। ਸਮਾਪਤ।